ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਭਗਤ ਕਬੀਰ ਜੀ ਦੇ ਪਾਵਨ ਸਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ ਸ਼ਲੋਕ ਨੰਬਰ 106 ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਪਾਵਨ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1370 ਤੇ ਅੰਕਿਤ ਹੈ। ਕਬੀਰ ਹਰਿ ਕਾ ਸਿਮਰਨ ਛਾੜ ਕੇ ਪਾਲਿਓ ਬਹੁਤ ਕੁਟੰਬ, ਧੰਧਾ ਕਰਤਾ ਰਹਿ ਗਿਆ ਭਾਈ ਰਿਹਾ ਨਾ ਬੰਧ। ਕਬੀਰ ਸ਼ਬਦ ਤੇ ਥੋੜਾ ਜਿਹਾ ਰੁਕਾਂਗੇ। ਕਬੀਰ ਹਰਿ ਕਾ ਸਿਮਰਨ ਛਾੜ ਕੇ, ਇਹਨੂੰ ਕੇ ਨਹੀਂ ਪੜਾਂਗੇ, ਕੈ ਬੋਲਾਂਗੇ। ਲਾਂ ਔਰ ਦੁਲਾਂ ਦੀ ਆਮ ਕਰਕੇ ਪੜਨ ਲੱਗਿਆਂ ਗਲਤੀ ਹੁੰਦੀ ਹੈ, ਇਹਦੇ ਪਾਸੇ ਖਾਸ ਧਿਆਨ ਰੱਖਣਾ ਹੈ। ਪਰ ਰਹਿ ਗਿਆ ਦਾ ਮਤਲਬ ਮਰ ਗਿਆ, ਖਤਮ ਹੋ ਗਿਆ। ਸਿਮਰਨ ਦਾ ਮਤਲਬ ਯਾਦ, ਰੱਬੀ ਗੁਣਾਂ ਦੀ ਯਾਦ। ਪਾਲਿਓ ਦਾ ਮਤਲਬ ਪਾਲਦਾ ਰਿਹਾ। ਬਹੁਤ ਦਾ ਮਤਲਬ ਬਹੁਤ ਸਮਾਂ, ਤੇ ਕੁਟੰਬ ਦਾ ਮਤਲਬ ਹੈ ਪਰਿਵਾਰ। ਕਬੀਰ ਜੀ ਕਹਿੰਦੇ ਨੇ, ਪ੍ਰਭੂ ਦੀ ਯਾਦ ਛੱਡ ਕੇ, ਰੱਬੀ ਗੁਣਾਂ ਦੀ ਯਾਦ ਛੱਡ ਕੇ, ਸੱਚਾਈ, ਦਇਆ, ਪ੍ਰੇਮ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਇਹ ਜਿੰਨੇ ਵੀ ਸ਼ੁਭ ਗੁਣ ਨੇ, ਰੱਬੀ ਗੁਣ, ਇਹਨਾਂ ਦੀ ਯਾਦ ਛੱਡ ਦਿੱਤੀ। ਇਹ ਯਾਦ ਵਿੱਚ ਨਹੀਂ ਹਨ। ਪਾਲਿਓ ਬਹੁਤ ਕੁਟੰਬ ਔਰ ਬਹੁਤ ਸਮਾਂ ਪਰਿਵਾਰ ਪਾਲਦਾ ਰਿਹਾ। ਪਰਿਵਾਰ ਕਿਹੜਾ ਪਾਲਦਾ ਰਿਹਾ? ਅੱਖਾਂ, ਕੰਨ, ਨੱਕ ਆਦਿਕ। ਬੰਦਾ ਵਿਕਾਰਾਂ ਦੇ ਵਿੱਚ ਉਲਝਿਆ ਰਿਹਾ। ਅੱਖਾਂ ਦੇ ਨਾਲ ਇਹ ਪਰਤਨ ਰੂਪ ਨੂੰ ਮਾੜੀ ਨਜ਼ਰ ਨਾਲ ਤੱਕਦਾ ਰਿਹਾ। ਕੰਨਾਂ ਨੂੰ ਨਿੰਦਿਆ ਆਦਿਕ ਦੀ ਖੁਰਾਕ ਦਿੰਦਾ ਰਿਹਾ। ਜ਼ਬਾਨ ਦੇ ਨਾਲ ਮਾੜਾ ਬੋਲਦਾ ਰਿਹਾ। ਪਹਿਲੀ ਗੱਲ। ਤੇ ਦੂਜੀ ਗੱਲ ਹੈ ਕਿ ਰੱਬੀ ਗੁਣਾਂ ਨੂੰ ਛੱਡ ਕੇ ਪਰਿਵਾਰ ਨੂੰ ਪਾਲਣ ਦਾ ਮਤਲਬ ਕਿ ਸਿਰਫ ਸੰਸਾਰਿਕ ਜ਼ਿੰਦਗੀ ਹੀ ਜੀਵੀ, ਸਵਾਰਥ ਵਾਲੀ ਜ਼ਿੰਦਗੀ ਜੀਵੀ। ਪਰਿਵਾਰ ਨੂੰ ਪਾਲਣਾ, ਜਿਹੜਾ ਸਾਡਾ ਪਰਿਵਾਰ ਹੈ, ਧੀਆਂ, ਪੁੱਤਰ, ਭੈਣ, ਭਰਾ, ਜਿੰਨੇ ਵੀ ਰਿਸ਼ਤੇ ਨਾਤੇ ਨੇ, ਇਹਨਾਂ ਦੇ ਨਾਲ ਸਾਨੂੰ ਪਿਆਰ ਕਰਨਾ ਚਾਹੀਦਾ ਹੈ। ਇਹਨਾਂ ਰਿਸ਼ਤਿਆਂ ਨੂੰ ਬੜੇ ਪਿਆਰ ਦੇ ਨਾਲ ਨਿਭਾਉਣਾ ਚਾਹੀਦਾ ਹੈ। ਔਰ ਇਹ ਸਾਡੀ ਜ਼ਿੰਮੇਵਾਰੀ ਹੈ, ਇਹ ਸਾਡੇ ਫਰਜ਼ ਨੇ, ਮਨੁੱਖੀ ਫਰਜ਼ ਨੇ। ਲੇਕਿਨ ਇਸ ਪਰਿਵਾਰ ਨੂੰ ਪਾਲਣ ਦੇ ਦੋ ਢੰਗ ਨੇ। ਪਰਿਵਾਰ ਨੂੰ ਪਾਲਣ ਦਾ ਸੱਚਾ ਸੁੱਚਾ ਢੰਗ ਇਹ ਹੈ ਕਿ ਜੀਵਨ ਦੇ ਅੰਦਰ ਸੱਚ ਨੂੰ ਆਧਾਰ ਬਣਾਇਆ ਜਾਏ, ਔਰ ਸੱਚ ਨੂੰ ਆਧਾਰ ਬਣਾ ਕੇ ਸੱਚੀ ਕਿਰਤ ਕਰਕੇ ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਪੂਰਿਆਂ ਕੀਤਾ ਜਾਏ। ਤੇ ਦੂਜਾ ਢੰਗ ਲੋਕਾਂ ਨੇ ਜੋ ਅਪਣਾਇਆ ਹੈ, ਬਹੁਤਾਤ ਗਿਣਤੀ ਨੇ, ਕਿ ਆਪਣੇ ਪਰਿਵਾਰ ਨੂੰ ਸੁੱਖ ਦੇਣ ਵਾਸਤੇ ਦੂਜੇ ਦੇ ਪਰਿਵਾਰਾਂ ਨੂੰ ਦੁੱਖ ਦੇਣਾ, ਆਪਣਾ ਮਕਾਨ ਬਣਾਉਣ ਲਈ ਕਿਸੇ ਦੇ ਪਲਾਟ ਤੇ ਕਬਜ਼ਾ ਕਰ ਲੈਣਾ, ਆਪਣੇ ਬੱਚਿਆਂ ਨੂੰ ਸੁੱਖ ਸਹੂਲਤਾਂ ਦੇਣ ਵਾਸਤੇ ਦੂਜਿਆਂ ਦੇ ਬੱਚਿਆਂ ਨੂੰ ਦੁੱਖਾਂ ਦੇ ਅੰਦਰ ਧਕੇਲ ਦੇਣਾ, ਇਹ ਕਦਾਚਿਤ ਵੀ ਠੀਕ ਨਹੀਂ ਹੈ। ਤੇ ਜਿਹੜਾ ਰੱਬੀ ਗੁਣਾਂ ਨੂੰ ਤਿਆਗ ਦੇਵੇਗਾ, ਜਿਹਦੇ ਅੰਦਰ ਸਤ, ਸੰਤੋਖ, ਦਇਆ, ਧਰਮ ਨਹੀਂ ਹੋਣਗੇ, ਜਿਹਦੇ ਚੇਤੇ ਦੇ ਅੰਦਰ ਰੱਬ ਨਹੀਂ ਹੋਏਗਾ, ਜੋ ਰੱਬੀ ਹੁਕਮ ਦੀ ਪਾਲਣਾ ਨਹੀਂ ਕਰੇਗਾ, ਤਾਂ ਉਹ ਫਿਰ ਆਪਣੇ ਪਰਿਵਾਰ ਦੇ ਅੰਦਰ ਜਾਂ ਰਿਸ਼ਤੇ ਦੇ ਅੰਦਰ ਜਾਂ ਸੰਸਾਰ ਦੇ ਅੰਦਰ ਇਸੇ ਤਰ੍ਹਾਂ ਖਚਤ ਰਹੇਗਾ ਔਰ ਉਹ ਦੁਨੀਆ ਨੂੰ ਦੁੱਖ ਦੇਵੇਗਾ। ਧੰਧਾ ਕਰਤਾ ਰਹਿ ਗਿਆ ਦਾ ਮਤਲਬ ਮਰ ਗਿਆ, ਖਤਮ ਹੋ ਗਿਆ। ਭਾਈ ਰਿਹਾ ਨਾ ਬੰਧ, ਭਾਈ ਦਾ ਮਤਲਬ ਭਰਾ, ਬੰਧ ਦਾ ਮਤਲਬ ਸੰਬੰਧੀ, ਰਿਸ਼ਤੇਦਾਰ। ਤੇ ਧੰਧਾ ਦਾ ਮਤਲਬ ਕਜੀਏ, ਜੰਜਾਲ। ਇਹ ਵਿਚਾਰ ਅਸੀਂ ਪਹਿਲਾਂ ਕਈ ਵਾਰ ਕਰ ਚੁੱਕੇ ਹਾਂ। ਸਾਡੇ ਕੀਤੇ ਹੋਏ ਕੰਮ ਜੋ ਅਸੀਂ ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਕਰਦੇ ਹਾਂ, ਇਹ ਭਗਤੀ ਵੀ ਬਣ ਸਕਦੇ ਨੇ ਔਰ ਇਹ ਬੰਧਨ ਅਤੇ ਜੰਜਾਲ ਵੀ ਬਣ ਸਕਦੇ ਨੇ। ਜੇ ਤਾਂ ਬੰਦਾ ਸੱਚ ਨੂੰ ਆਧਾਰ ਬਣਾ ਕੇ ਆਪਣੇ ਕਾਰਜ ਕਰਦਾ ਹੈ, ਤਾਂ ਉਹਦਾ ਕੀਤਾ ਹੋਇਆ ਕੰਮ ਜਿਹੜਾ ਹੈ ਉਹ ਕਿਰਤ ਬਣ ਜਾਂਦਾ ਹੈ, ਭਗਤੀ ਬਣ ਜਾਂਦਾ ਹੈ, ਕਿਉਂਕਿ ਉਹਦੇ ਕੰਮਾਂ ਦਾ, ਬੋਲ ਦਾ, ਵਿਹਾਰ ਦਾ ਬੇਸ ਸੱਚ ਹੈ। ਪਰ ਜਦੋਂ ਬੰਦਾ ਝੂਠ, ਲਾਲਚ ਨੂੰ, ਤ੍ਰਿਸ਼ਨਾ ਨੂੰ ਬੇਸ ਬਣਾ ਕੇ ਕੰਮ ਕਰਦਾ ਹੈ, ਉਹ ਕੰਮ ਹੀ ਉਹਦੇ ਆਤਮਿਕ ਜੀਵਨ ਦੇ ਅੰਦਰ ਬੰਧਨ ਬਣ ਜਾਂਦੇ ਨੇ, ਜੰਜਾਲ ਬਣ ਜਾਂਦੇ ਨੇ। ਉਹ ਕੰਮ ਹੀ ਉਹਦੇ ਬੰਧਨਾਂ ਦਾ ਕਾਰਨ, ਦੁੱਖਾਂ ਦਾ ਕਾਰਨ ਬਣ ਜਾਂਦੇ ਨੇ।
ਤੇ ਜਦੋਂ ਬੰਦਾ ਐਸੇ ਵਿਕਾਰਾਂ ਦੇ ਵਿੱਚ ਫਸਦਾ ਹੈ ਨਾ, ਤਾਂ ਇੱਕ ਤਾਂ ਭਾਈਬੰਦ ਸਾਡੇ ਨੇ ਅੱਖਾਂ, ਕੰਨ, ਨੱਕ ਆਦਿਕ, ਇਹਨਾਂ ਨੇ ਵੀ ਖਤਮ ਹੋ ਜਾਣਾ ਹੁੰਦਾ ਹੈ ਆਖਿਰ ਸਮਾਂ ਪਾ ਕੇ। ਇਹ ਸਾਡੇ ਆਤਮਿਕ ਜੀਵਨ ਵਿੱਚ ਫਿਰ ਸਾਥ ਨਹੀਂ ਦਿੰਦੇ ਜੇ ਸਾਡੇ ਜੀਵਨ ਦਾ ਬੇਸ ਸੱਚ ਨਹੀਂ ਹੈ ਤਾਂ। ਅੱਖਾਂ, ਕੰਨ, ਨੱਕ ਵੀ ਫਿਰ ਸਾਨੂੰ ਆਤਮਿਕ ਮੌਤ ਵਾਲੇ ਪਾਸੇ ਹੀ ਪ੍ਰੇਰਦੇ ਨੇ। ਦੂਜੀ ਗੱਲ, ਜਦੋਂ ਬੰਦੇ ਦੇ ਅੰਦਰ ਵਿਕਾਰ ਆ ਜਾਣ ਨਾ, ਪਾਪ ਆ ਜਾਣ, ਤੇ ਆ ਜਿਹੜੇ ਰਿਸ਼ਤੇ ਨਾਤੇ ਨੇ ਭਰਾ ਬੰਧ, ਇਹ ਵੀ ਨਹੀਂ ਰਹਿੰਦੇ। ਦੇਖੋ ਕਿੰਨੇ ਸਾਰੇ ਰਿਸ਼ਤੇ ਨਾਤੇ ਨੇ ਜੋ ਸਾਡੇ ਟੁੱਟ ਜਾਂਦੇ ਨੇ। ਕਿੱਡੇ ਕਿੱਡੇ ਵੱਡੇ ਪਰਿਵਾਰ ਸਨ, ਅੱਜ ਉਹ ਪਰਿਵਾਰ ਬਿਖਰ ਗਏ ਨੇ। ਘਰ ਬਹੁਤ ਵੱਡੇ ਵੱਡੇ ਨੇ, ਪਰਿਵਾਰ ਛੋਟੇ ਹੋ ਗਏ ਨੇ। ਰਿਸ਼ਤਿਆਂ ਨਾਤਿਆਂ ਦੇ ਨਾਲ ਮਿਲਣਾ ਵਰਤਣਾ ਕਿਵੇਂ ਹੌਲੇ ਹੌਲੇ ਘਟਦਾ ਜਾ ਰਿਹਾ ਹੈ। ਮਿੱਤਰਤਾਵਾਂ ਟੁੱਟਦੀਆਂ ਜਾ ਰਹੀਆਂ ਨੇ। ਇਨਸਾਨ ਇਨਸਾਨ ਤੋਂ ਦੂਰ ਹੋ ਜਾਂਦਾ ਹੈ ਜਦੋਂ ਜ਼ਿੰਦਗੀ ਦੇ ਅੰਦਰ ਵਿਕਾਰ ਆਉਂਦੇ ਨੇ। ਤਾਂ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜੋ ਇਨਸਾਨ ਰੱਬੀ ਗੁਣਾਂ ਦੀ ਯਾਦ ਨੂੰ ਛੱਡ ਕੇ, ਜਿਸਨੇ ਰੱਬੀ ਗੁਣਾਂ ਨੂੰ ਆਪਣੇ ਚੇਤੇ ਵਿੱਚ ਨਹੀਂ ਵਸਾਇਆ, ਔਗੁਣਾਂ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਂਦਾ ਹੈ, ਆਖਿਰ ਉਹ ਆਤਮਿਕ ਮੌਤੇ ਮਰ ਜਾਂਦਾ ਹੈ। ਕੋਈ ਭੈਣ ਭਰਾ, ਕੋਈ ਰਿਸ਼ਤੇਦਾਰ ਉਹਦੇ ਆਤਮਿਕ ਜੀਵਨ ਦੇ ਅੰਦਰ ਸਹਾਇਕ ਨਹੀਂ ਹੁੰਦਾ। ਜੇ ਆਤਮਿਕ ਜ਼ਿੰਦਗੀ ਜੀਣੀ ਹੈ ਤਾਂ ਉਹਦੇ ਵਿੱਚ ਸਹਾਇਕ ਕੇਵਲ ਰੱਬੀ ਗੁਣ ਹੋ ਸਕਦੇ ਨੇ, ਹੋਰ ਨਹੀਂ। ਅਗਲਾ ਬਚਨ ਕਰਦੇ ਨੇ ਕਬੀਰ, ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸਰਪਨ ਹੋਏ ਕੈ ਔਤਰੈ ਜਾਏ ਆਪਣੇ ਖਾਏ। ਹਰ ਕਾ ਸਿਮਰਨ ਦਾ ਮਤਲਬ ਰੱਬੀ ਯਾਦ, ਰੱਬੀ ਗੁਣਾਂ ਦੀ ਯਾਦ। ਹੁਣ ਜਿਵੇਂ ਪਹਿਲੇ ਸ਼ਲੋਕ ਦੇ ਵਿੱਚ ਕਹਿ ਰਹੇ ਨੇ ਨਾ ਕਿ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਭੁਲਾ ਦਿੱਤਾ, ਉਹਨਾਂ ਦਾ ਕੋਈ ਭਾਈਬੰਦ ਨਾ ਰਿਹਾ, ਯਾਨੀ ਆਤਮਿਕ ਜੀਵਨ ਦੇ ਅੰਦਰ ਉਹਨਾਂ ਦਾ ਕੋਈ ਸਾਥੀ ਨਾ ਰਿਹਾ, ਉਹ ਆਤਮਿਕ ਮੌਤੇ ਮਰ ਗਏ। ਕਿਉਂਕਿ ਆਤਮਿਕ ਜੀਵਨ ਦਾ ਜੋ ਸਾਡਾ ਸਾਥ ਹੈ ਉਹ ਕੇਵਲ ਗੁਣਾਂ ਦਾ ਹੈ, ਸੱਚਾਈ ਹੈ, ਦਇਆ ਹੈ, ਪ੍ਰੇਮ ਹੈ। ਜਿਹਦੇ ਅੰਦਰ ਇਹ ਗੁਣ ਹੋਣਗੇ ਉਹ ਬੰਦਾ ਅਸਲੀ ਜ਼ਿੰਦਗੀ ਜੀ ਰਿਹਾ ਹੋਵੇਗਾ। ਬਾਕੀ ਤਾਂ ਜਿਉਣ ਦੀਆਂ ਲਾਸ਼ਾਂ ਰਹਿ ਜਾਂਦੀਆਂ ਨੇ। ਹੁਣ ਅਗਲੇ ਸ਼ਲੋਕ ਦੇ ਅੰਦਰ ਦੱਸਦੇ ਨੇ ਵੀ ਜੇ ਕੋਈ ਰੱਬੀ ਗੁਣਾਂ ਦੀ ਯਾਦ ਨੂੰ ਛੱਡ ਦੇਵੇ, ਰੱਬ ਤੇ ਚੇਤੇ ਨਹੀਂ, ਪ੍ਰਭੂ ਦਾ ਸਿਸਟਮ ਚੇਤੇ ਨਹੀਂ ਕਿ ਸਭ ਕੁਝ ਹੁਕਮ ਦੇ ਅੰਦਰ ਹੋ ਰਿਹਾ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਰੱਬੀ ਜਿਹੜੇ ਗੁਣ ਨੇ ਉਹਨਾਂ ਨੂੰ ਛੱਡ ਦਿੱਤਾ ਹੈ, ਸੱਚ ਨੂੰ, ਸੰਤੋਖ ਨੂੰ, ਦਇਆ ਨੂੰ, ਨਿਰਭੈਤਾ ਨੂੰ, ਨਿਰਵੈਰਤਾ ਨੂੰ। ਰਾਤ ਜਗਾਵਨ ਜਾਏ ਦਾ ਮਤਲਬ ਮਸਾਨ ਜਗਾਉਣ ਵਾਸਤੇ ਕੋਈ ਔਰਤ ਜਾਂਦੀ ਹੈ ਜਾਂ ਬੰਦਾ ਜਾਂਦਾ ਹੈ। ਸ਼ਮਸ਼ਾਨ ਭੂਮੀ ਵਿੱਚ ਜਾ ਕੇ ਮੰਤਰਾਂ ਦੇ ਜ਼ੋਰ ਦੇ ਨਾਲ ਮੁਰਦਿਆਂ ਨੂੰ ਜਗਾਉਣਾ। ਮਸਾਨ ਜਗਾਉਣ ਦਾ ਮਤਲਬ, ਕਈ ਲੋਕ ਇਹ ਗੱਲ ਕਹਿੰਦੇ ਨੇ ਕਿ ਫਲਾਂ ਬੰਦੇ ਨੇ ਮੜੀਆਂ ਦੇ ਵਿੱਚ ਬਹਿ ਕੇ ਭਗਤੀ ਕੀਤੀ ਹੈ, ਜੰਤਰ ਮੰਤਰ ਪੜ੍ਹੇ ਨੇ, ਤੇ ਉਹਨੇ ਮਸਾਨ ਜਾਂ ਭੂਤ ਪ੍ਰੇਤ ਵਸ ਵਿੱਚ ਕੀਤੇ ਹੋਏ ਨੇ। ਐਵੇਂ ਲੋਕ ਕਹਿੰਦੇ ਨੇ, ਇਹ ਸੱਚਾਈ ਨਹੀਂ ਹੈ। ਇਹਦੇ ਬਾਰੇ ਤੇ ਅਸੀਂ ਸਮਝਦੇ ਹਾਂ ਕਿ ਭੂਤ ਪ੍ਰੇਤ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ, ਲੇਕਿਨ ਲੋਕਾਂ ਦੀਆਂ ਧਾਰਨਾਵਾਂ ਜਿਹੜੀਆਂ ਨੇ, ਔਰ ਉਹ ਸਮਝਦੇ ਨੇ ਫਿਰ ਉਹ ਜਿਹੜੀਆਂ ਪ੍ਰੇਤ ਆਤਮਾਵਾਂ ਨੇ ਉਹਨਾਂ ਤੋਂ ਉਹ ਕੰਮ ਲੈ ਸਕਦੇ ਨੇ। ਖਾਸ ਕਰਕੇ ਅੱਜ ਵੀ ਇੰਡੀਆ ਦੇ ਅੰਦਰ ਇਹ ਵਹਿਮ ਪ੍ਰਚਲਿਤ ਹੈ। ਜਦੋਂ ਅਸੀਂ ਬੱਚੇ ਸਾਂ ਉਦੋਂ ਤਾਂ ਇਹ ਵਹਿਮ ਬਹੁਤ ਜ਼ਿਆਦਾ ਪ੍ਰਚਲਿਤ ਸੀ, ਪਰ ਅੱਜ ਵੀ ਹੈ ਕਿ ਕੋਈ ਜਵਾਨ ਬੱਚਾ ਗੁਜ਼ਰ ਜਾਏ ਨਾ, ਨੌਜਵਾਨ ਬੱਚੀ ਜਾਂ ਬੱਚਾ ਕੋਈ, ਤੇ ਲੋਕ ਇਹ ਸੋਚਦੇ ਨੇ ਵੀ ਉੱਥੇ ਜਾ ਕੇ ਜੇ ਕੋਈ ਉਹਦੀ ਕਬਰ ਦੇ ਉੱਤੇ ਰੋਟੀ ਪਕਾ ਕੇ ਖਾ ਲਵੇ ਤਾਂ ਉਹ ਉਹਦੇ ਵੱਸ ਵਿੱਚ ਹੋ ਜਾਂਦਾ ਹੈ, ਜਾਂ ਉੱਥੇ ਮੰਤਰ ਪੜ੍ਹੇ ਤੇ ਵੱਸ ਵਿੱਚ ਹੋ ਜਾਂਦਾ ਹੈ। ਇਸ ਲਈ ਲੋਕ ਕੀ ਕਰਦੇ ਨੇ, ਵਹਿਮ ਦੇ ਅਧੀਨ, ਕਿ ਜਦੋਂ ਉਹ ਮੁਰਦੇ ਦਾ ਅੰਤਮ ਸੰਸਕਾਰ ਕਰਦੇ ਨੇ ਨਾ, ਤੇ ਰਾਤ ਹੋਣ ਤੋਂ ਪਹਿਲਾਂ ਹੀ ਸ਼ਾਮ ਜੇ ਦੇ ਨਾਲ ਥੋੜੀ ਜਿਹੀ ਕੱਚੀ ਲੱਸੀ ਪਾ ਦਿੰਦੇ ਨੇ ਉੱਤੇ ਜਾ ਕੇ, ਤੇ ਨਾਲ ਕੋਈ ਛੋਟੀ ਮੋਟੀ ਹੱਡੀ ਕੱਢ ਕੇ ਪਾਸੇ ਕਰ ਆਉਂਦੇ ਨੇ ਕਿ ਹੁਣ ਇਹ ਪੂਰਾ ਨਹੀਂ ਰਿਹਾ, ਹੁਣ ਇੱਥੇ ਮਸਾਨ ਨਹੀਂ ਪੱਕੇਗਾ। ਇਹੋ ਜਿਹੇ ਵਹਿਮ ਅੱਜ ਵੀ ਵੇਖਣ ਨੂੰ ਮਿਲਦੇ ਨੇ। ਇਹ ਸਾਰੇ ਅੰਧ ਵਿਸ਼ਵਾਸ ਨੇ, ਇਹਨਾਂ ਦੇ ਵਿੱਚ ਕੋਈ ਸੱਚਾਈ ਔਰ ਅਸਲੀਅਤ ਨਹੀਂ ਹੈ। ਕੋਈ ਭੂਤ ਪ੍ਰੇਤ ਕਿਸੇ ਦੇ ਵੱਸ ਵਿੱਚ ਨਹੀਂ ਹੁੰਦਾ ਕਿ ਭੂਤ ਪ੍ਰੇਤਾਂ ਨੂੰ ਵੱਸ ਵਿੱਚ ਕਰਕੇ ਤੇ ਉਹ ਕਿਸੇ ਦਾ ਨੁਕਸਾਨ ਕਰਾ ਲਵੇ ਜਾਂ ਲਾਭ ਕਰਾ ਦੇਵੇ। ਐਸਾ ਇੱਕ ਅੰਧ ਵਿਸ਼ਵਾਸ ਹੈ, ਪਰ ਇਹ ਲੋਕਾਂ ਦੇ ਅੰਦਰ ਕੰਮ ਕਰਦਾ ਸੀ। ਔਰ ਅੱਜ ਇਸ ਪੜ੍ਹੇ ਲਿਖੇ ਯੁੱਗ ਦੇ ਅੰਦਰ ਵੀ ਬਹੁਤ ਸਾਰੇ ਲੋਕ
ਇਹਨਾਂ ਚੀਜ਼ਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ, ਜਿਵੇਂ ਕਿ ਕਾਲਾ ਇਲਮ, ਬੰਗਾਲੀ ਜਾਦੂ, ਜਾਂ ਹੋਰ ਆ ਬਾਬੇ ਵਡਭਾਗ ਸਿੰਘ ਦੇ ਡੇਰੇ ਤੇ ਦੇਖੋ ਕਿੰਨੀਆਂ ਬੀਬੀਆਂ ਭੈਣਾਂ ਤੇ ਬੰਦੇ ਸਿਰ ਮਾਰਦੇ ਹੁੰਦੇ ਨੇ, ਤੇ ਕਿਹਾ ਜਾਂਦਾ ਹੈ ਕਿ ਉੱਥੇ ਧੌਲੀ ਧਾਰ ਦੇ ਥੱਲੇ ਜੇ ਸਿਰ ਕਰੇ ਤੇ ਬੰਦੇ ਦੀਆਂ ਚੀਕਾਂ ਨਿਕਲ ਜਾਂਦੀਆਂ ਨੇ, ਜਾਂ ਕੁਛ ਐਸਾ, ਭੂਤ ਪ੍ਰੇਤ ਵਗੈਰਾ ਵਗੈਰਾ। ਇਹ ਸਿਰਫ ਅੰਧ ਵਿਸ਼ਵਾਸ ਨੇ, ਹੋਰ ਕੁਛ ਨਹੀਂ ਹੈ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਜੋ ਇਸਤਰੀ ਪੁਰਸ਼ ਪ੍ਰਭੂ ਦੇ ਗੁਣਾਂ ਨੂੰ ਛੱਡ ਕੇ, ਰੱਬੀ ਰਜਾ ਨੂੰ ਛੱਡ ਕੇ ਸ਼ਮਸ਼ਾਨ ਭੂਮੀਆਂ ਵਿੱਚ ਦੀਵੇ ਜਗਾਉਣ ਜਾਂਦਾ ਹੈ ਜਾਂ ਜਾਂਦੀ ਹੈ, ਮੁਰਦਿਆਂ ਨੂੰ, ਮਸਾਣਾਂ ਨੂੰ ਵਸ ਵਿੱਚ ਕਰਨ ਦੀ ਜੋ ਗੱਲ ਕਰਦੇ ਨੇ, ਉਹਨਾਂ ਨੂੰ ਮਿਲਦਾ ਤਾਂ ਕੁਛ ਨਹੀਂ, ਪਰ ਫਲ ਕੀ ਮਿਲਦਾ ਹੈ? ਸਰਪਨ ਹੋਇ ਕੈ ਔਤਰੈ, ਜਾਏ ਆਪਣੇ ਖਾਏ। ਮੰਦੇ ਕੰਮਾਂ ਤੋਂ ਸੁਖ ਨਹੀਂ ਨਾ ਮਿਲਦਾ। ਤਾਂ ਗੁਰੂ ਜੀ ਕਹਿੰਦੇ ਨੇ ਇਹੋ ਜੀ ਜੋ ਤ੍ਰੀਮਤ ਹੈ, ਜਾਂ ਕੋਈ ਬੰਦਾ ਹੈ ਜਾਂ ਔਰਤ ਕੋਈ ਵੀ ਹੈ, ਉਹ ਸੱਪ ਬਣਦਾ ਹੈ। ਇਹ ਨਹੀਂ ਕਿ ਮਰਨ ਤੋਂ ਬਾਅਦ, ਐਸੇ ਜ਼ਿੰਦਗੀ ਵਿੱਚ ਹੀ ਉਹਦੀ ਜਿਹੜੀ ਬਿਰਤੀ ਹੈ ਉਹ ਸੱਪਾਂ ਵਾਲੀ ਹੋ ਜਾਂਦੀ ਹੈ। ਜਾਏ ਆਪਣੇ ਖਾਏ, ਤੇ ਆਪਣਿਆਂ ਨੂੰ ਹੀ ਉਹ ਖਾ ਜਾਂਦੀ ਹੈ। ਇਹ ਚੀਜ਼ ਸਮਝ ਲੈਣਾ। ਆਮ ਕਰਕੇ ਇਹ ਧਾਰਨਾ ਵੀ ਹੈ ਔਰ ਸੱਚਾਈ ਵੀ ਹੈ ਕਿ ਸੱਪਣੀ ਜਿਹੜੀ ਹੈ ਉਹ ਆਪਣੇ ਅੰਡਿਆਂ ਤੇ ਬਹਿੰਦੀ ਹੈ, ਤੇ ਸੱਪਣੀ ਜਿਹੜੀ ਹੈ ਜਦੋਂ ਭੁੱਖੀ ਹੁੰਦੀ ਹੈ ਤੇ ਬੱਚੇ ਨਿਕਲਦੇ ਨੇ ਤੇ ਆਪਣੇ ਬੱਚਿਆਂ ਨੂੰ ਹੀ ਖਾ ਜਾਂਦੀ। ਤੁਸੀਂ ਵੇਖਿਆ ਵੀ ਹੋਵੇਗਾ ਡਿਸਕਵਰੀ ਚੈਨਲ ਤੇ, ਦੋ ਸੱਪ ਲੜ ਰਹੇ ਨੇ, ਤੇ ਲੜਦਿਆਂ ਲੜਦਿਆਂ ਇੱਕ ਸੱਪ ਦੂਜੇ ਸੱਪ ਨੂੰ ਮੂੰਹ ਦੇ ਵਿੱਚ ਪਾ ਲੈਂਦਾ, ਤੇ ਪੂਰੇ ਦੇ ਪੂਰੇ ਸੱਪ ਨੂੰ ਹੀ ਨਿਗਲ ਜਾਂਦਾ ਹੈ। ਸੱਪ ਨੂੰ ਖਾ ਜਾਂਦਾ। ਹੁਣ ਇੱਥੇ ਆਪਣਿਆਂ ਨੂੰ ਖਾਣ ਦਾ ਮਤਲਬ ਕੀ ਹੈ? ਇਹ ਨਹੀਂ ਕਿ ਕੋਈ ਬੰਦੇ ਵੱਢ ਕੇ ਖਾ ਜਾਂਦਾ ਹੈ ਜਾਂ ਖਾ ਜਾਂਦੀ ਹੈ। ਇੱਕ ਤਾਂ ਉਹ ਆਪਣੇ ਆਤਮਿਕ ਜੀਵਨ ਨੂੰ ਖਾ ਜਾਂਦੀ ਹੈ ਜਾਂ ਖਾ ਜਾਂਦਾ ਹੈ। ਜਿਹੜਾ ਬੰਦਾ ਪ੍ਰਭੂ ਦੇ ਗੁਣਾਂ ਦੀ ਯਾਦ ਨੂੰ ਛੱਡ ਕੇ ਮੜੀਆਂ ਕਬਰਾਂ ਤੇ ਦੀਵੇ ਜਗਾਉਂਦਾ ਫਿਰੇਗਾ, ਉਹਦੀ ਬਿਰਤੀ ਸੱਪ ਵਾਲੀ ਹੈ। ਉਹ ਸੱਪ ਵਾਲੀ ਬਿਰਤੀ ਦੇ ਅੰਦਰ ਸਾਰੀ ਜ਼ਿੰਦਗੀ ਵਿਚਰੇਗਾ। ਆਪਣੇ ਖਾਏ ਦਾ ਮਤਲਬ ਉਹ ਆਪਣੇ ਆਤਮਿਕ ਜੀਵਨ ਨੂੰ ਖਾ ਜਾਏਗਾ, ਆਪਣੇ ਆਤਮਿਕ ਜੀਵਨ ਨੂੰ ਬਰਬਾਦ ਕਰ ਲਵੇਗਾ, ਪਹਿਲੀ ਗੱਲ। ਤੇ ਦੂਜੀ ਗੱਲ ਇਹ ਹੈ ਕਿ ਜਿਹਦੀ ਬਿਰਤੀ ਸੱਪ ਵਾਲੀ ਹੈ ਨਾ, ਉਹ ਆਪਣੇ ਰਿਸ਼ਤਿਆਂ ਨਾਤਿਆਂ ਨੂੰ ਵੀ ਖਾ ਜਾਏਗਾ। ਉਹਦੇ ਅੰਦਰ ਐਸੀ ਬਿਰਤੀ ਪੈਦਾ ਹੋ ਜਾਂਦੀ ਹੈ ਕਿ ਉਹ ਬੰਦਾ ਲਾਲਚ ਕਰਕੇ ਬੇਗਾਨਾ ਹੱਕ ਵੀ ਖਾਏਗਾ, ਚਾਹੇ ਉਹ ਆਪਣੇ ਦਾ ਹੋਵੇ ਚਾਹੇ ਉਹ ਬੇਗਾਨੇ ਦਾ ਹੋਵੇ। ਔਰ ਜਿਹੜੇ ਉਹਦੇ ਰਿਸ਼ਤੇ ਨਾਤੇ ਨੇ ਉਹਨਾਂ ਨੂੰ ਵੀ ਉਹ ਖਾ ਜਾਏਗਾ, ਦਾ ਮਤਲਬ ਖਤਮ ਕਰ ਦੇਵੇਗਾ। ਕਈ ਵਾਰ ਲੋਕ ਆਪਣੇ ਰਿਸ਼ਤਿਆਂ ਨਾਤਿਆਂ ਤੋਂ ਕਿੰਨੀ ਦੂਰ ਚਲੇ ਜਾਂਦੇ ਨੇ। ਔਰ ਪਿੰਡਾਂ ਦੇ ਅੰਦਰ ਇਹ ਵਹਿਮ ਅੱਜ ਵੀ ਵੇਖਿਆ ਜਾਂਦਾ ਹੈ, ਪਹਿਲਾਂ ਤਾਂ ਬਹੁਤ ਜ਼ਿਆਦਾ ਪ੍ਰਚਲਿਤ ਸੀ ਕਿ ਜਿਸ ਔਰਤ ਦੇ ਘਰ ਵਿੱਚ ਬੱਚਾ ਨਹੀਂ, ਉਹ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਜੇ ਨਹਾਏ ਤਾਂ ਉੱਥੇ ਜਿਹੜਾ ਹੈ ਉਹਦੇ ਵੱਲ ਬੱਚਾ ਵਗੈਰਾ ਹੋ ਸਕਦਾ ਹੈ। ਇਹੋ ਜਿਹੀ ਧਾਰਨਾਵਾਂ ਪ੍ਰਚਲਿਤ ਸਨ, ਲੇਕਿਨ ਇਹ ਸਾਰੇ ਦੇ ਸਾਰੇ ਅੰਧ ਵਿਸ਼ਵਾਸ ਨੇ। ਔਰ ਜਦੋਂ ਇਹ ਪ੍ਰਚਲਿਤ ਕਰ ਦਿੱਤਾ ਜਾਂਦਾ ਨਾ ਕਿ ਤੁਸੀਂ ਇਹ ਟੂਣਾ ਕਰਕੇ ਕਿਸੇ ਦੇ ਘਰ ਵਿੱਚ ਪਾਓਗੇ ਤੇ ਤੁਹਾਡੇ ਘਰ ਬੱਚਾ ਹੋਏਗਾ, ਪਿੰਡਾਂ ਦੇ ਅੰਦਰ ਵੇਖਿਆ ਹੈ, ਉਹ ਫਿਰ ਆਪਣੇ ਬੇਗਾਨੇ ਦੀ ਪਰਵਾਹ ਨਹੀਂ ਨਾ ਕਰਦੀਆਂ। ਬਹੁਤ ਸਾਰੀਆਂ ਔਰਤਾਂ ਟੂਣੇ ਕਰ ਜਾਂਦੀਆਂ। ਇਸੇ ਨੂੰ ਕਹਿੰਦੇ ਨੇ ਆਪਣਿਆਂ ਨੂੰ ਖਾ ਜਾਣਾ, ਆਪਣੇ ਰਿਸ਼ਤਿਆਂ ਨਾਤਿਆਂ ਨੂੰ ਖਤਮ ਕਰ ਲੈਣਾ, ਆਪਣੇ ਸਵਾਰਥ ਕਰਕੇ ਦੂਜਿਆਂ ਦੇ ਸੁੱਖਾਂ ਨੂੰ ਵੀ ਖਾ ਜਾਣਾ ਔਰ ਆਤਮਿਕ ਮੌਤ ਤੇ ਮਰ ਜਾਣਾ। ਤਾਂ ਭਗਤ ਕਬੀਰ ਜੀ ਸਾਨੂੰ ਇੱਥੇ ਸਿੱਖਿਆ ਦੇ ਰਹੇ ਨੇ ਕਿ ਰੱਬੀ ਗੁਣਾਂ ਦੇ ਨਾਲ ਜੁੜਨਾ ਚਾਹੀਦਾ ਹੈ। ਜੋ ਰੱਬੀ ਗੁਣਾਂ ਦੇ ਨਾਲੋਂ ਟੁੱਟ ਕੇ ਦੀਵੇ ਵਗੈਰਾ ਜਗਾਉਂਦੇ ਨੇ ਜਾਂ ਐਸੇ ਮੰਤਰਾਂ ਜੰਤਰਾਂ ਵਾਲੇ ਭਰਮ ਵਾਲੇ ਕਰਮ ਕਰਦੇ ਨੇ, ਆਖਿਰ ਉਹ ਸੱਪ ਵਰਗੇ ਨੇ। ਸੱਪ ਵਰਗੀ ਉਹ ਜ਼ਿੰਦਗੀ ਜੀਂਦੇ ਨੇ, ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ। ਤੇ ਉਹ ਲੋਕ ਆਪਣੇ ਆਤਮਿਕ ਜੀਵਨ ਨੂੰ ਬਰਬਾਦ ਕਰ ਦਿੰਦੇ ਨੇ। ਅਗਲਾ ਸ਼ਲੋਕ ਹੈ, ਕਬੀਰ ਹਰ ਕਾ ਸਿਮਰਨ ਛਾੜ ਕੇ, ਅਹੋਈ ਰਾਖੈ ਨਾਰ, ਗਦਹੀ ਹੋਇ ਕੈ ਔਤਰੈ, ਭਾਰ ਸਹਿ ਮਨ ਚਾਰ। ਹੁਣ ਇਹ ਜਿਹੜਾ ਸ਼ਲੋਕ ਹੈ, ਭਗਤ ਕਬੀਰ ਜੀ ਇਸ ਪਾਵਨ ਸ਼ਬਦ ਦੇ ਅੰਦਰ ਵੀ ਸਾਨੂੰ ਇਹੀ ਚੀਜ਼ ਸਮਝਾ ਰਹੇ ਨੇ। ਹਰ ਕਾ ਸਿਮਰਨ ਦਾ ਮਤਲਬ ਰੱਬੀ ਯਾਦ, ਰੱਬੀ ਗੁਣਾਂ ਦੀ ਯਾਦ। ਅਹੋਈ ਰਾਖੈ ਨਾਰ, ਨਾਰ ਦਾ ਮਤਲਬ ਔਰਤ, ਤੇ ਅਹੋਈ ਇੱਕ ਵਰਤ ਹੈ। ਅਹੋਈ ਇੱਕ ਵਰਤ ਹੈ, ਇਹਨੂੰ ਧਿਆਨ ਦੇ ਨਾਲ ਸਰਵਣ ਕਰ ਲਓ। ਮਹਾਨ ਕੋਸ਼ ਦੇ ਅੰਦਰ
ਅਹੋਈ ਬਾਰੇ ਜੋ ਭਾਈ ਕਾਨ ਸਿੰਘ ਨਾਭਾ ਜੀ ਲਿਖ ਰਹੇ ਨੇ, ਉਹ ਮੈਂ ਆਪ ਨੂੰ ਸੇਮ ਵਰਡਿੰਗ ਦੇ ਅੰਦਰ ਪੜ੍ਹ ਕੇ ਸੁਣਾ ਰਿਹਾ। ਅਹੋਈ ਸ਼ਬਦ ਥੱਲੇ ਲਿਖਿਆ ਹੈ ਸੰਗਿਆ, ਯਾਨੀ ਨਾਉਨ ਹੈ। ਅਹੋਈ ਦਾ ਮਤਲਬ ਸਾਂਝੀ ਦੇਵੀ। ਇਹ ਵੰਸ਼ ਵਿੱਚ ਹੋਣ ਵਾਲੀ ਇੱਕ ਦੇਵੀ, ਇਹ ਕੁਆਰੀ ਕੰਨਿਆਂ ਦੀ ਪੂਜੇ ਦੇਵੀ ਹੈ। ਅੱਸੂ ਦੇ ਨਰਾਤਿਆਂ ਵਿੱਚ ਕੁਆਰੀਆਂ ਲੜਕੀਆਂ ਇਸ ਦੇਵੀ ਦੀ ਮਿੱਟੀ ਦੀ ਮੂਰਤ ਬਣਾ ਕੇ ਕੰਧ ਦੇ ਉੱਤੇ ਲਾਉਂਦੀਆਂ ਨੇ। ਅਸ਼ਟਮੀ ਦਾ ਵਰਤ ਰੱਖ ਕੇ ਧੂਪ ਦੀਪ ਦੇ ਨਾਲ ਮੂਰਤੀ ਦਾ ਪੂਜਨ ਕਰਦੀਆਂ ਨੇ ਤੇ ਕੱਤਕ ਦੀ ਚਾਨਣੀ ਏਕਮ ਨੂੰ ਮੂਰਤੀ ਜਲ ਪ੍ਰਵਾਹ ਕਰ ਦਿੰਦੀਆਂ ਨੇ। ਮਥੁਰਾ ਦੇ ਜ਼ਿਲ੍ਹੇ ਰਾਧਾ ਕੁੰਡ, ਇੱਥੇ ਕੱਤਕਵਦੀ 8 ਨੂੰ ਅਹੋਈ ਦਾ ਵੱਡਾ ਭਾਰੀ ਮੇਲਾ ਲੱਗਦਾ ਹੈ। ਇਹ ਭਾਈ ਕਾਨ ਸਿੰਘ ਜੀ ਨਾਭਾ ਅਹੋਈ ਬਾਰੇ ਲਿਖ ਰਹੇ ਨੇ। ਹੁਣ ਕਬੀਰ ਜੀ ਕਹਿੰਦੇ ਨੇ ਕਿ ਜੋ ਇਸਤਰੀ ਜਾਂ ਪੁਰਸ਼ ਰੱਬ ਦੀ ਯਾਦ ਨੂੰ ਛੱਡ ਕੇ ਇਹੋ ਜਿਹੇ ਵਰਤ ਰੱਖਦਾ ਹੈ ਜਾਂ ਰੱਖਦੀ ਹੈ ਤੇ ਉਹਨੂੰ ਮਿਲਦਾ ਕੀ ਹੈ? ਗਧੀ ਹੋਈ ਕੇ ਔਤਰੈ ਭਾਰ ਸਹਿ ਮਨਚਾਰ। ਗਧੀ ਦਾ ਮਤਲਬ ਹੈ ਖੋਤੀ। ਉਹ ਖੋਤੀ ਬਣਦੀ ਹੈ ਤੇ ਖੋਤੀ ਦੀ ਤਰ੍ਹਾਂ 4 ਮਨ ਭਾਰ ਸਹਿੰਦੀ ਹੈ। ਹੁਣ ਇਹ ਚੀਜ਼ ਸਮਝਣ ਵਾਲੀ ਹੈ। ਖੋਤੀ ਜਾਂ ਖੋਤੇ ਦਾ ਮਤਲਬ ਇਹ ਨਹੀਂ ਕਿ ਮਰਨ ਤੋਂ ਬਾਅਦ ਉਹ ਖੋਤਾ ਬਣ ਜਾਏਗਾ। ਐਸੇ ਜ਼ਿੰਦਗੀ ਦੇ ਅੰਦਰ ਉਹ ਖੋਤਿਆਂ ਦੀ ਤਰ੍ਹਾਂ ਵਿਕਾਰਾਂ ਦਾ, ਅੰਧ ਵਿਸ਼ਵਾਸਾਂ ਦਾ ਭਾਰ ਚੁੱਕੀ ਫਿਰਦਾ ਹੈ, ਐਸੇ ਜ਼ਿੰਦਗੀ ਵਿੱਚ ਹੀ। ਤੇ ਦੂਜਾ ਕਬੀਰ ਜੀ ਇੱਕ ਵਿਅੰਗ ਵੀ ਕਰ ਰਹੇ ਨੇ। ਉਹ ਕਹਿੰਦੇ ਨੇ ਵੀ ਜਿਸ ਚੀਜ਼ ਦੇ ਨਾਲ ਤੁਸੀਂ ਪਿਆਰ ਕਰੋਗੇ ਨਾ, ਉਹ ਜੇ ਜ਼ਿਆਦਾ ਤੋਂ ਜ਼ਿਆਦਾ ਕਰੇਗਾ ਵੀ ਆਪਣੇ ਨਾਲ ਰੱਖਣ ਵਾਸਤੇ, ਕਿ ਤੁਸੀਂ ਬਹੁਤ ਪਿਆਰ ਕਰਦੇ ਹੋ ਕਿਸੇ ਦੇ ਨਾਲ ਤੇ ਉਹ ਕਹੇ ਵੀ ਤੇਰੇ ਨਾਲ ਮੇਰਾ ਪਿਆਰ ਹੈ ਤੇ ਅਸੀਂ ਸਾਰੀ ਜ਼ਿੰਦਗੀ ਇਕੱਠੇ ਹੀ ਗੁਜ਼ਾਰਾਂਗੇ, ਮਕਾਨ ਇਕੱਠੇ ਖਰੀਦ ਲਈਏ, ਵਪਾਰ ਇਕੱਠਾ ਕਰ ਲਈਏ। ਜਾਂ ਕਈ ਵਾਰ ਜਿਹੜੇ ਯਾਰ ਦੋਸਤ ਹੁੰਦੇ ਨੇ ਉਹ ਆਪਣਾ ਯਾਰੀ ਦੋਸਤੀ ਨੂੰ ਰਿਸ਼ਤਿਆਂ ਵਿੱਚ ਬਦਲ ਲੈਂਦੇ ਨੇ, ਬੱਚਿਆਂ ਦੇ ਰਿਸ਼ਤੇ ਕਰਕੇ, ਕਿ ਸदैव ਹੀ ਸਾਡਾ ਸੰਗ ਬਣਿਆ ਰਹੇਗਾ। ਤੇ ਕਬੀਰ ਜੀ ਕਹਿੰਦੇ ਨੇ ਵੀ ਜਿਵੇਂ ਨਾ ਦੇਵਤਿਆਂ ਦੀਆਂ ਸਵਾਰੀਆਂ ਨੇ, ਜਿਵੇਂ ਲక్ష్ਮੀ ਦੀ ਜੋ ਸਵਾਰੀ ਹੈ ਉਹ ਹੈ ਉੱਲੂ, ਗਣੇਸ਼ ਦੀ ਸਵਾਰੀ ਹੈ ਚੂਹਾ, ਔਰ ਵਿਸ਼ਨੂੰ ਜੀ ਦੀ ਸਵਾਰੀ ਮੰਨੀ ਗਈ ਹੈ ਗਰੁੜ, ਤੇ ਸ਼ਿਵ ਜੀ ਦੀ ਸਵਾਰੀ ਮੰਨੀ ਗਈ ਹੈ ਬੈਲ। ਇਸੇ ਤਰ੍ਹਾਂ ਜੋ ਅਹੋਈ ਹੈ ਇਹਦੀ ਸਵਾਰੀ ਮੰਨੀ ਗਈ ਹੈ ਖੋਤੀ। ਇਹ ਖੋਤੇ ਦੇ ਉੱਤੇ ਸਵਾਰੀ ਕਰਦੀ। ਤੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਜ਼ਿਆਦਾ ਜੇ ਤੁਹਾਡੇ ਨਾਲ ਅਹੋਈ ਪਿਆਰ ਕਰੇਗੀ ਤੇ ਤੁਹਾਨੂੰ ਆਪਣੀ ਸਵਾਰੀ ਬਣਾ ਲਵੇਗੀ, ਕਿ ਚੱਲ ਮੈਂ ਸਦਾ ਤੇਰੇ ਤੇ ਸਵਾਰੀ ਕਰਾਂਗੀ, ਖੋਤੀ ਬਣਾ ਲਵੇਗੀ। ਹੋਰ ਇਸ ਤੋਂ ਜ਼ਿਆਦਾ ਕੀ ਕਰ ਸਕਦੀ ਹੈ? ਇਸ ਲਈ ਇੱਥੇ ਵਿਅੰਗ ਵੀ ਕਰਕੇ ਸਮਝਾਇਆ ਗਿਆ ਹੈ। ਪਰ ਇੱਥੇ ਮਰਨ ਤੋਂ ਬਾਅਦ ਦੀ ਗੱਲ ਨਹੀਂ, ਇਹ ਚੀਜ਼ ਯਾਦ ਰੱਖਣਾ। ਐਸੇ ਜ਼ਿੰਦਗੀ ਦੇ ਅੰਦਰ ਹੀ ਉਹ ਖੋਤਿਆਂ ਵਾਲੀ ਜ਼ਿੰਦਗੀ ਬਤੀਤ ਕਰੇਗੀ ਜਾਂ ਕਰੇਗਾ, ਬੰਦਾ ਜਾਂ ਜਨਾਨੀ ਕੋਈ ਵੀ ਹੈ। ਖੋਤੇ ਉੱਤੇ ਵਜਨ ਲੱਦਿਆ ਹੁੰਦਾ ਨਾ। ਤੇ ਐਵੇਂ ਇਸ ਦੁਨੀਆ ਵਿੱਚ ਕਿੰਨੇ ਲੋਕ ਨੇ ਜੋ ਪਾਪਾਂ ਦਾ, ਵਿਕਾਰਾਂ ਦਾ ਵਜਨ ਆਪਣੇ ਦਿਮਾਗ ਵਿੱਚ ਲੱਦ ਕੇ ਤੁਰੇ ਫਿਰਦੇ ਨੇ। ਕਿੰਨੇ ਲੋਕ ਐਸੇ ਨੇ ਜੋ ਅੰਧ ਵਿਸ਼ਵਾਸਾਂ ਦਾ ਵਜਨ ਆਪਣੇ ਦਿਮਾਗ ਵਿੱਚ ਲੱਦੀ ਫਿਰਦੇ ਨੇ। ਕਿੰਨੇ ਅੰਧ ਵਿਸ਼ਵਾਸ ਨੇ। ਆ ਭੂਤ ਪ੍ਰੇਤਾਂ ਵਾਲਾ ਅੰਧ ਵਿਸ਼ਵਾਸ ਹੀ ਜੋ ਦਿਮਾਗ ਵਿੱਚ ਲੋਕ ਲੱਦੀ ਫਿਰਦੇ ਨੇ। ਮਰਨ ਤੋਂ ਬਾਅਦ ਨਰਕ ਸਵਰਗ ਵਗੈਰਾ, ਜਾਂ ਜਿੰਨੇ ਵੀ ਆ ਜਪ ਤਪ ਸੰਜਮ ਨੇ, ਪੁੱਠੇ ਸਿੱਧੇ ਲਟਕਣਾ, ਧੂਣੀਆਂ ਬਾਲਣੀਆਂ, ਵਰਤਨ ਰਾਤੇ ਸਰਾਧ ਨੇ, ਕਿੰਨੇ ਸਾਰੇ ਅੰਧ ਵਿਸ਼ਵਾਸ ਬੰਦਾ ਲੱਦੀ ਫਿਰਦਾ ਨਾ ਆਪਣੇ ਦਿਮਾਗ ਵਿੱਚ, ਪਾਪਾਂ ਦਾ, ਵਿਕਾਰਾਂ ਦਾ, ਅੰਧ ਵਿਸ਼ਵਾਸਾਂ ਦਾ। ਤੇ ਜਿਵੇਂ ਖੋਤੇ ਨੂੰ ਵਜਨ ਦਾ ਕੋਈ ਲਾਭ ਨਹੀਂ ਹੁੰਦਾ ਨਾ, ਉਸੇ ਤਰ੍ਹਾਂ ਉਹ ਬੰਦਾ ਖੋਤਿਆਂ ਵਾਲੀ ਜ਼ਿੰਦਗੀ ਬਿਤਾਏਗਾ ਤੇ ਆਪਣੇ ਸਿਰ ਦੇ ਉੱਤੇ ਪਾਪਾਂ, ਵਿਕਾਰਾਂ ਔਰ ਅੰਧ ਵਿਸ਼ਵਾਸਾਂ ਦਾ ਭਾਰ ਚੁੱਕ ਕੇ ਫਿਰੇਗਾ, ਜੋ ਅਹੋਈ ਆਦਿਕ ਦੇ ਵਰਤ ਰੱਖੇਗਾ। ਯਾਨੀ ਸ਼ੁਭ ਗੁਣਾਂ ਨੂੰ ਛੱਡ ਕੇ ਜੋ ਐਸੇ ਕਰਮਕਾਂਡ ਦੇ ਵਿੱਚ ਪੈਣਾ ਹੈ, ਇਹ ਸਿਰਫ ਇੱਕ ਦਿਮਾਗੀ ਵਜ਼ਨ ਹੈ ਜੋ ਬੰਦਾ ਚੁੱਕੀ ਫਿਰਦਾ ਹੈ। ਇਹਦੇ ਨਾਲ ਕੋਈ ਆਤਮਿਕ ਲਾਭ ਨਹੀਂ ਹੁੰਦਾ। ਇਹਨਾਂ ਚੀਜ਼ਾਂ ਦੇ ਨਾਲ ਖੁਸ਼ੀਆਂ, ਖੇੜੇ, ਆਨੰਦ, ਪ੍ਰਸੰਨਤਾ, ਇਨਸਾਨੀਅਤ ਪੈਦਾ ਨਹੀਂ ਹੁੰਦੀ। ਇਹਨਾਂ ਚੀਜ਼ਾਂ ਦੇ ਨਾਲ ਦਿਮਾਗ ਦਾ ਵਿਕਾਸ ਨਹੀਂ ਹੁੰਦਾ, ਸਮਾਜ ਦਾ ਵਿਕਾਸ ਨਹੀਂ ਹੁੰਦਾ, ਘਰ ਪਰਿਵਾਰਾਂ ਵਿੱਚ, ਸਮਾਜ ਵਿੱਚ ਸੁੱਖ ਸ਼ਾਂਤੀ ਨਹੀਂ ਆਉਂਦੀ। ਅਸਲ ਦੇ ਅੰਦਰ ਜ਼ਿੰਦਗੀ ਵਿੱਚ ਸੁੱਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਇਹ ਸ਼ੁਭ ਗੁਣਾਂ ਦੇ ਨਾਲ ਆਏਗਾ। ਤਾਂ ਕਬੀਰ ਜੀ
ਪ੍ਰਭੂ ਦੀ ਯਾਦ ਦੀ ਮਹਾਨਤਾ ਦੱਸਦੇ ਹੋਏ ਇਹਨਾਂ ਕਰਮ ਕਾਂਡਾਂ ਦੀ ਨਿਰਰਥਕਤਾ ਸਾਡੇ ਸਾਹਮਣੇ ਪੇਸ਼ ਕਰ ਰਹੇ। ਕਬੀਰ ਚਤੁਰਾਈ ਅਤ ਘਨੀ, ਹਰ ਜਪ ਹਿਰਦੈ ਮਾਹੇ, ਸੂਰੀ ਉੱਪਰ ਖੇਲਣਾ, ਗਿਰੈ ਤਾਂ ਠਾਹਰ ਨਾ ਹੈ। ਹੁਣ ਕਬੀਰ ਜੀ ਸਮਝਾ ਰਹੇ ਨੇ ਚਤੁਰਾਈ ਦਾ ਮਤਲਬ ਚਤੁਰਾਈਆਂ, ਅਤ ਘਨੀ ਦਾ ਮਤਲਬ ਬਹੁਤ ਜ਼ਿਆਦਾ, ਹਰ ਜਪ ਦਾ ਮਤਲਬ ਰੱਬ ਨੂੰ ਜਾਣਨਾ, ਹਰ ਦਾ ਮਤਲਬ ਹਰੀ ਤੇ ਜਪ ਦਾ ਮਤਲਬ ਹੁੰਦਾ ਹੈ ਜਾਣਨਾ। ਜਪ ਦਾ ਮਤਲਬ ਜਾਣਨਾ, ਹਰ ਥਾਂ ਦੇ ਉੱਤੇ ਜਾਣਨਾ ਕਿ ਹਰ ਇੱਕ ਦੇ ਅੰਦਰ ਪ੍ਰਭੂ ਵਸ ਰਿਹਾ ਹੈ, ਸੰਸਾਰ ਦੇ ਜਰਰੇ ਜਰਰੇ ਅੰਦਰ ਸਮਾਇਆ ਹੋਇਆ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਜੋ ਦਿਸੈ ਸੋ ਤੇਰਾ ਰੂਪ। ਇਸ ਚੀਜ਼ ਨੂੰ ਜਾਣਨਾ, ਸਮਝਣਾ ਕਿ ਹਰ ਇਨਸਾਨ ਦਿਸਦਾ ਹੋਇਆ ਰੱਬੀ ਰੂਪ ਹੈ, ਹਰ ਇੱਕ ਦੇ ਅੰਦਰ ਰੱਬੀ ਗੁਣ ਮੌਜੂਦ ਨੇ, ਉਹ ਹਰ ਥਾਂ ਤੇ ਵਸ ਰਿਹਾ ਹੈ। ਇਹ ਚੀਜ਼ ਨੂੰ ਜਾਣਨਾ। ਤਾਂ ਕਬੀਰ ਜੀ ਕਹਿੰਦੇ ਨੇ ਦੁਨੀਆ ਦੇ ਸਹਿਮਾਂ, ਭਰਮਾਂ, ਵਹਿਮਾਂ ਤੋਂ ਬਚਣ ਲਈ ਸਾਰਿਆਂ ਤੋਂ ਵੱਡੀ ਸਿਆਣਪ ਕੀ ਹੈ? ਇੱਥੇ ਚਤੁਰਾਈ ਦਾ ਮਤਲਬ ਹੈ ਸਿਆਣਪ। ਇੱਥੇ ਚਤੁਰਾਈ ਦਾ ਮਤਲਬ ਸਿਆਣਪ। ਸਭ ਤੋਂ ਵੱਡੀ ਸਿਆਣਪ ਕਿਹੜੀ ਹੈ? ਕਿ ਹਰ ਜਪ ਹਿਰਦੈ ਮਾਹੇ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਯਾਦ ਰੱਖੋ। ਹਿਰਦੇ ਦਾ ਮਤਲਬ ਮੈਂਟੈਲਿਟੀ, ਸਾਡੀ ਸੋਚ। ਹਰ ਥਾਂ ਤੇ ਰੱਬ ਨੂੰ ਵੇਖੋ, ਆਪਣੀ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾਓ। ਦੁਨੀਆ ਦੀ ਸਭ ਤੋਂ ਵੱਡੀ ਸਿਆਣਪ ਇਹ ਹੈ। ਸੱਚ ਦੇ ਨਾਲ ਜੁੜਨਾ, ਰੱਬੀ ਗੁਣਾਂ ਦੇ ਨਾਲ ਜੁੜਨਾ, ਹਰ ਇਨਸਾਨ ਦੇ ਨਾਲ ਰੱਬ ਵਰਗਾ ਪਿਆਰ ਔਰ ਵਿਹਾਰ ਕਰਨਾ। ਜੇ ਪੂਰੀ ਦੁਨੀਆ ਦੇ ਲੋਕ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਜੋ ਵੀ ਇਸ ਦੁਨੀਆ ਵਿੱਚ ਇਸਤਰੀ ਪੁਰਸ਼ ਨੇ, ਜੇ ਸ਼ੁਭ ਗੁਣਾਂ ਦੇ ਧਾਰਨੀ ਹੋਣ, ਇਮਾਨਦਾਰੀ ਦੇ ਨਾਲ, ਸੱਚ ਦੇ ਨਾਲ ਜੁੜੇ ਹੋਏ ਹੋਣ, ਇੱਕ ਦੂਜੇ ਦੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਨ, ਤਾਂ ਸੰਸਾਰ ਕਿੰਨਾ ਸੁਹਾਵਣਾ ਹੋ ਜਾਏਗਾ। ਤਾਂ ਕਬੀਰ ਜੀ ਕਹਿੰਦੇ ਨੇ ਜੇ ਕੋਈ ਸਿਆਣਪ ਕਰਨੀ ਹੈ ਤਾਂ ਇਹੋ ਜਿਹੀ ਕਰੋ। ਇਹ ਸਭ ਤੋਂ ਵੱਡੀ ਸਿਆਣਪ ਹੈ ਕਿ ਤੁਸੀਂ ਪ੍ਰਭੂ ਨੂੰ ਜਾਣੋ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਓ। ਸੂਰੀ ਉੱਪਰ ਖੇਲਣਾ, ਗਿਰੈ ਤਾਂ ਠਾਹਰ ਨਾ ਹੈ। ਸੂਰੀ ਦਾ ਮਤਲਬ ਇੱਥੇ ਹੈ ਸੂਲੀ, ਸੂਲੀ, ਸੂਲ। ਪਰ ਇਹ ਇੰਜ ਜਿਵੇਂ ਗੁਰਬਾਣੀ ਵਿੱਚ ਆਇਆ ਨਾ, ਖੰਨਿਓ ਤਿੱਖੀ ਵਾਲੋਂ ਨਿੱਕੀ, ਏਤ ਮਾਰਗ ਜਾਣਾ, ਕਿ ਖੰਡੇ ਦੇ ਨਾਲੋਂ ਤਿੱਖੀ ਤੇ ਵਾਲ ਦੇ ਨਾਲੋਂ ਬਰੀਕ ਰਾਸਤਾ ਹੈ। ਇਸੇ ਤਰ੍ਹਾਂ ਸੂਲ ਦੇ ਉੱਤੇ ਖੇਡਣਾ, ਸੂਲ ਦੇ ਉੱਤੇ ਨੱਚਣਾ ਜਾਂ ਖਲੋਣਾ ਕਿੰਨਾ ਔਖਾ ਹੈ ਨਾ। ਪਤਲੀ ਜੀ ਸੂਲ, ਕਿੰਨੇ ਧਿਆਨ ਦੇ ਨਾਲ ਉਹਦੇ ਉੱਤੇ ਖਲੋਣਾ ਪਵੇਗਾ, ਕਿੰਨਾ ਧਿਆਨ ਮੰਗੇਗਾ। ਤੇ ਜੇ ਉਹ ਸੂਲੀ ਤੋਂ ਡਿੱਗ ਪਵੇ ਤੇ ਚਾਰ ਚੁਫੇਰੇ ਅੱਗ ਬਲਦੀ ਹੋਵੇ, ਕੰਡੇ ਹੋਣ, ਟੋਏ ਹੋਣ, ਉਹਦੇ ਵਿੱਚ ਬੰਦਾ ਡਿੱਗ ਗਿਆ ਤੇ ਫਿਰ ਕਿਤੇ ਟਿਕਣ ਵਾਸਤੇ ਥਾਂ ਨਹੀਂ ਮਿਲਣੀ। ਇਸ ਲਈ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਪਰ ਇਹ ਰੱਬੀ ਜਿਹੜੀ ਯਾਦ ਹੈ ਨਾ, ਇਹ ਥੋੜਾ ਧਿਆਨ ਮੰਗਦੀ ਹੈ, ਸੌਖੀ ਕਾਰ ਨਹੀਂ। ਜਿਵੇਂ ਜਾਤ ਅਭਿਮਾਨ, ਨਿੰਦਾ, ਕੁਸੰਗ, ਚਸਕੇ ਤੇ ਅਵਰਤਨ ਰਾਤੇ, ਇਹ ਸਾਰੇ ਭਰਮ ਛੱਡਣੇ ਪੈਂਦੇ ਨੇ। ਪ੍ਰਭੂ ਦੀ ਜਿਹੜੀ ਯਾਦ ਹੈ ਸੂਲੀ ਉੱਤੇ ਚੜ੍ਹਨ ਸਮਾਨ ਹੈ। ਇਹ ਸੂਲੀ ਤੋਂ ਡਿੱਗਿਆ, ਯਾਨੀ ਰੱਬੀ ਗੁਣਾਂ ਦੀ ਯਾਦ ਨੂੰ ਛੱਡਿਆ ਬਣ ਨਹੀਂ ਆਉਂਦੀ, ਕਿਉਂਕਿ ਰੱਬੀ ਯਾਦ ਤੋਂ ਬਿਨਾਂ ਦੁਨੀਆ ਦੇ ਦੁੱਖ, ਕਲੇਸ਼ ਔਰ ਸਹਿਮਾਂ ਤੋਂ ਦੇ ਵਿੱਚ ਡਿੱਗ ਪਈਦਾ, ਹੋਰ ਕੋਈ ਆਸਰਾ ਨਹੀਂ ਹੈ। ਇਸ ਲਈ ਰੱਬੀ ਗੁਣਾਂ ਦੇ ਨਾਲ ਜੁੜ ਕੇ ਰਹਿਣਾ ਹੈ, ਔਰ ਇਹ ਗੁਣ ਧਿਆਨ ਮੰਗਦੇ ਨੇ, ਹਰ ਵਕਤ ਧਿਆਨ ਮੰਗਦੇ ਨੇ। ਥੋੜੀ ਜਿਹੀ ਬੇਧਿਆਨੀ ਹੋਈ ਤਾਂ ਸਾਡੀ ਸੁਰਤ ਜਿਹੜੀ ਹੈ ਨਾ ਗੁਣਾਂ ਤੋਂ ਟੁੱਟ ਜਾਏਗੀ। ਜਿਵੇਂ ਅਸੀਂ ਆਮ ਦੇਖਦੇ ਹਾਂ ਕਿ ਅਸੀਂ ਗੱਲਾਂ ਤਾਂ ਕਰਦੇ ਹੁੰਦੇ ਹਾਂ ਗੁਰਬਾਣੀ ਦੀਆਂ, ਸ਼ੁਰੂ ਗੁਰਬਾਣੀ ਤੋਂ ਕਰਦੇ ਹਾਂ, ਧਰਮ ਤੋਂ ਕਰਦੇ ਹਾਂ, ਪਰ ਅਛੁਪਲੇ ਜੇ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਕਦੋਂ ਅਸੀਂ ਕਿਸੇ ਦੀ ਨਿੰਦਿਆ ਕਰਨ ਲੱਗ ਪੈਂਦੇ ਹਾਂ, ਕਦੋਂ ਵਿੱਚ ਝੂਠ ਔਰ ਫਰੇਬ ਆ ਜਾਂਦਾ ਹੈ, ਕਦੋਂ ਲੜਾਈ ਦੰਗਿਆਂ ਦੀਆਂ ਗੱਲਾਂ ਆ ਗਈਆਂ। ਥੋੜਾ ਜਿਹਾ ਧਿਆਨ ਹਟਦਿਆਂ ਹੀ ਅਸੀਂ ਨਿੰਦਿਆ ਚੁਗਲੀ ਵਿੱਚ ਚਲੇ ਗਏ। ਗੱਲ ਸੱਚ ਤੋਂ ਸ਼ੁਰੂ ਕੀਤੀ, ਪਰ ਥੋੜਾ ਜਿਹਾ ਧਿਆਨ ਹਟਿਆ ਤੇ ਅਸੀਂ ਝੂਠ ਬੋਲ ਦੇਵਾਂਗੇ। ਗੱਲ ਦਇਆ ਦੀ ਹੈ, ਮਨ ਵਿੱਚ ਦਇਆ ਭਾਵ ਹੈ, ਪਰ ਥੋੜਾ ਜਿਹਾ ਧਿਆਨ ਹਟਿਆ ਤੇ ਅਸੀਂ ਕਠੋਰਤਾ ਦੇ ਅੰਦਰ ਚਲੇ ਜਾਵਾਂਗੇ ਨਾ। ਮਿੱਠਾ ਬੋਲਦਿਆਂ ਬੋਲਦਿਆਂ ਥੋੜਾ ਜਿਹਾ ਧਿਆਨ ਹਟਿਆ ਤੇ ਅਸੀਂ ਕ੍ਰੋਧ ਦੇ ਨਾਲ ਗਾਲਾਂ ਕੱਢਣ ਲੱਗ ਜਾਵਾਂਗੇ।
ਇਸ ਲਈ ਚੀਜ਼ਾਂ ਧਿਆਨ ਮੰਗਦੀਆਂ ਨੇ। ਇਹਨੂੰ ਕਹਿੰਦੇ ਨੇ ਸੂਰੀ ਉੱਪਰ ਖੇਲਣਾ, ਕਿ ਸੂਲੀ ਦੇ ਉੱਤੇ ਖੇਡਣ ਬਰਾਬਰ ਹੈ, ਧਿਆਨ ਮੰਗਦੀ ਹੈ ਇਹ ਚੀਜ਼। ਤੇ ਨਾਲ ਇਹ ਦੱਸਦੇ ਨੇ ਜੇ ਧਿਆਨ ਨਹੀਂ ਰੱਖੋਗੇ ਤੇ ਇਥੋਂ ਤੁਹਾਡੀ ਸੁਰਤ ਥੱਲੇ ਡਿੱਗ ਜਾਏਗੀ। ਤੇ ਜੇ ਗੁਣਾ ਤੋਂ ਡਿੱਗ ਗਏ ਥੱਲੇ, ਵਿਕਾਰਾਂ ਵਿੱਚ ਖਚਤ ਹੋ ਗਏ, ਤੇ ਫਿਰ ਬਚਣ ਵਾਸਤੇ ਕੋਈ ਥਾਂ ਨਹੀਂ ਹੈ। ਇੱਕੋ ਹੀ ਥਾਂ ਹੈ ਰੱਬੀ ਗੁਣਾਂ ਦੇ ਨਾਲ ਜੁੜ ਕੇ ਰਹਿਣਾ। ਇਹੀ ਇੱਕੋ ਇੱਕ ਸਹਾਰਾ ਹੈ। ਜੇ ਇਸ ਸਹਾਰੇ ਨੂੰ ਛੱਡ ਦਿੱਤਾ ਤਾਂ ਹੋਰ ਕੋਈ ਸਹਾਰਾ ਨਹੀਂ ਹੈ, ਨਾ ਤੇ ਅਹੋਈ ਦੇ ਵਰਤ ਦਾ, ਨਾ ਹੀ ਚਸਕਿਆਂ ਦਾ, ਔਰ ਨਾ ਹੀ ਜੋ ਪਿੱਛੇ ਅਸੀਂ ਵਿਚਾਰ ਰਹੇ ਹਾਂ, ਹਰ ਕਾ ਸਿਮਰਨ ਛਾੜ ਕੇ ਰਾਤ ਜਗਾਵਨ ਜਾਏ, ਸ਼ਮਸ਼ਾਨ ਭੂਮੀਆਂ ਵਿੱਚ ਜਗਾਣਾ, ਵਰਤ ਰੱਖਣੇ, ਤੀਰਥ ਯਾਤਰਾਵਾਂ, ਇਹ ਕੋਈ ਸਹਾਰਾ ਨਹੀਂ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਸਹਾਰਾ ਨਹੀਂ ਬਣੇਗਾ। ਇੱਕੋ ਹੀ ਚੀਜ਼ ਸਹਾਰਾ ਹੈ ਤੇ ਉਹ ਹੈ ਰੱਬੀ ਗੁਣਾਂ ਦੇ ਨਾਲ ਜੁੜਨਾ। ਜੇ ਇਹਨਾਂ ਗੁਣਾਂ ਨਾਲੋਂ ਜੁੜ ਕੇ ਟੁੱਟ ਗਏ ਤਾਂ ਫਿਰ ਹੋਰ ਕੋਈ ਚੀਜ਼ ਤੁਹਾਨੂੰ ਸਹਾਰਾ ਨਹੀਂ ਦੇਵੇਗੀ। ਚਾਹੇ ਤੁਸੀਂ ਵਰਤ ਰੱਖੀ ਜਾਓ, ਚਾਹੇ ਮਸ਼ਾਨਾਂ ਦੇ ਵਿੱਚ ਜੋਤਾਂ ਜਗਾਈ ਜਾਓ, ਚਾਹੇ ਤੀਰਥਾਂ ਤੇ ਨਹਾਈ ਜਾਓ, ਚਾਹੇ ਵਰਤਨ ਰਾਤੇ ਸਰਾਧ ਰੱਖੀ ਜਾਓ, ਸੁੱਖ ਨਹੀਂ ਮਿਲੇਗਾ। ਸਹਾਰਾ ਇੱਕੋ ਹੀ ਹੈ, ਸਭ ਤੋਂ ਵੱਡਾ ਸਹਾਰਾ ਰੱਬੀ ਗੁਣਾਂ ਦਾ। ਕਬੀਰ ਸੂਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ। ਇੱਥੇ ਸ਼ਬਦ ਸੱਸੇ ਦੇ ਉੱਤੇ ਹੋੜਾ ਵੀ ਹੈ ਔਰ ਸੱਸੇ ਦੇ ਥੱਲੇ ਔਂਕੜ ਵੀ ਹੈ। ਇਹਦੇ ਨਾਲ ਦੋ ਲਗਾਂ ਲੱਗੀਆਂ ਨੇ। ਅਸਲੀ ਲਫ਼ਜ਼ ਹੈ ਸੋਈ, ਹੋੜੇ ਵਾਲਾ, ਪਰ ਇੱਥੇ ਸ਼ਲੋਕ ਦੀ ਚਾਲ ਪੂਰੀ ਕਰਨ ਲਈ ਇਹਨੂੰ ਸੂਈ ਪੜਨਾ ਹੈ, ਔਂਕੜ ਵਾਲਾ। ਦੋ ਮਾਤਰਾ ਹੁੰਦੀਆਂ ਨੇ, ਉੱਥੇ ਇੱਕ ਮਾਤਰਾ ਘਟਾ ਕੇ ਇਹਨੂੰ ਪੜਨਾ ਹੁੰਦਾ ਹੈ ਜਾਂ ਵਧਾ ਕੇ ਪੜਨਾ ਹੁੰਦਾ ਹੈ। ਜਿਹੜੀ ਮਾਤਰਾ, ਜਿਹੜੀ ਲਗ ਕਾਵ ਤੋਲ ਨੂੰ ਪੂਰਿਆਂ ਕਰਨ ਲਈ ਲਗਾਈ ਜਾਂਦੀ, ਚਾਲ ਨੂੰ ਪੂਰਿਆਂ ਕਰਨ ਲਈ, ਉਹ ਮਾਤਰਾ ਪੜਨੀ ਹੁੰਦੀ। ਤਾਂ ਇੱਥੇ ਅਸੀਂ ਇਹਨੂੰ ਸੋਈ ਨਹੀਂ ਪੜਾਂਗੇ, ਇਹਨੂੰ ਪੜਾਂਗੇ ਸੂਈ। ਅਰਥ ਹੋਏਗਾ ਸੋਈ ਉਹ। ਕਬੀਰ ਸੂਈ ਮੁਖ ਧਨ ਹੈ, ਜਾਂ ਮੁਖ ਕਹੀਏ ਰਾਮ। ਇੱਥੇ ਦੇਖੋ ਮੁਖ ਦੇ ਖੱਖੇ ਨਾਲ ਔਂਕੜ ਲੱਗਾ ਹੋਇਆ ਹੈ, ਤਾਂ ਇਹ ਮੁਖ ਹੈਗਾ ਮੇਲ ਜੈਂਡਰ, ਪੁਲਿੰਗ ਸ਼ਬਦ, ਸਿੰਗੂਲਰ। ਅੱਗੇ ਮੁਖ ਦੇ ਖੱਖੇ ਨਾਲ ਸਿਹਾਰੀ ਆ ਗਈ ਹੈ, ਉਹਦਾ ਮਤਲਬ ਹੈ ਮੁਖ ਦੇ ਜ਼ਰੀਏ, ਮੁਖ ਦੇ ਜ਼ਰੀਏ, ਮੁਖ ਰਾਹੀਂ। ਅਰਥ ਬਦਲ ਗਿਆ ਨਾ ਔਂਕੜ ਦੇ ਨਾਲ ਔਰ ਸਿਹਾਰੀ ਦੇ ਨਾਲ। ਇਸ ਲਈ ਪਾਵਨ ਬਾਣੀ ਪੜਨ ਲੱਗਿਆਂ ਇਹ ਜੋ ਸਿਹਾਰੀਆਂ ਔਰ ਔਂਕੜ ਨੇ, ਇਹਨਾਂ ਦਾ ਖਾਸ ਖਿਆਲ ਰੱਖਣਾ ਔਰ ਇਹਨਾਂ ਦਾ ਅਰਥਾਂ ਦੇ ਨਾਲ ਸੰਬੰਧ ਹੈ। ਕਿਵ ਸਚਿਆਰਾ ਗਰੁੱਪ ਦੇ ਅੰਦਰ ਮੈਂ ਇਹ ਚੀਜ਼ਾਂ ਪਾ ਰਿਹਾ ਹਾਂ, ਤੇ ਉਹਨਾਂ ਨੂੰ ਜਦੋਂ ਧਿਆਨ ਨਾਲ ਪੜੋਗੇ ਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ, ਨਵਾਂ ਮਿਲੇਗਾ। ਤਾਂ ਕਬੀਰ ਜੀ ਕਹਿੰਦੇ ਨੇ ਉਹ ਮੁਖ ਭਾਗਾਂ ਵਾਲਾ ਹੈ ਜਿਸ ਮੁਖ ਰਾਹੀਂ ਰਾਮ ਕਿਹਾ ਜਾਂਦਾ ਹੈ। ਰਾਮ ਦਾ ਮਤਲਬ ਰਮਿਆ ਹੋਇਆ ਰੱਬੀ ਗੁਣਾਂ ਨੂੰ ਗਾਇਆ ਜਾਂਦਾ ਹੈ। ਉਹ ਮੁਖ ਭਾਗਾਂ ਵਾਲਾ ਹੈ ਜਿਸ ਮੁਖ ਰਾਹੀਂ ਰੱਬੀ ਗੁਣਾਂ ਦਾ ਉਚਾਰਨ ਕੀਤਾ ਜਾਂਦਾ ਹੈ। ਯਾਨੀ ਅਸੀਂ ਇੰਜ ਕਹਿ ਸਕਦੇ ਹਾਂ, ਉਹ ਬੰਦਾ ਧਨ ਹੈ ਜੋ ਆਪਣੀ ਜ਼ਬਾਨ ਦੇ ਨਾਲ ਰੱਬੀ ਗੁਣਾਂ ਦਾ ਉਚਾਰਨ ਕਰਦਾ ਹੈ, ਮਿੱਠੇ ਬੋਲ ਬੋਲਦਾ ਹੈ, ਪਿਆਰੇ ਬੋਲ ਬੋਲਦਾ ਹੈ, ਗੁਣਾਂ ਵਾਲੇ ਬੋਲ ਬੋਲਦਾ ਹੈ। ਉਹ ਬੰਦਾ ਧਨ ਹੈ, ਉਹ ਮੁਖ ਧਨ ਹੈ। ਤੇ ਨਾਲ ਕਹਿੰਦੇ ਨੇ ਦੇਹੀ ਕਿਸਕੀ ਬਾਪਰੀ, ਪਵਿੱਤਰ ਹੋਏ ਗੋ ਗ੍ਰਾਮ। ਇਹਨੂੰ ਪਵਿੱਤਰ ਨਹੀਂ ਪੜਨਾ, ਪਵਿੱਤਰ ਤਰ ਕਰਕੇ ਬੋਲਣਾ ਹੈ, ਤਰ ਨਹੀਂ ਬੋਲਣਾ, ਅੱਧਾ ਰਾਰਾ ਹੈ। ਦੇਹੀ ਦਾ ਮਤਲਬ ਸਰੀਰ, ਬਾਪੁਰੀ ਦਾ ਮਤਲਬ ਵਿਚਾਰੀ, ਗ੍ਰਾਮ ਦਾ ਮਤਲਬ ਪਿੰਡ। ਹੁਣ ਗ੍ਰਾਮ ਦੇ ਮੰਮੇ ਥੱਲੇ ਔਂਕੜ ਹੈ ਕਿਉਂਕਿ ਇਹ ਪੁਲਿੰਗ ਸ਼ਬਦ। ਤਾਂ ਕਬੀਰ ਜੀ ਕਹਿੰਦੇ ਨੇ ਉਸ ਵਿਚਾਰੇ ਸਰੀਰ ਦੀ ਕੀ ਗੱਲ ਕਹੀ ਹੈ। ਉਹਦਾ ਸਰੀਰ ਤਾਂ ਪਵਿੱਤਰ ਹੋਣਾ ਇੱਕ ਨਿੱਕੀ ਜੀ ਗੱਲ ਹੈ। ਨਿਰਾ ਉਹਦਾ ਸਰੀਰ ਤਾਂ ਕਿਤੇ ਰਿਹਾ, ਉਹ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਹੈ ਜਿੱਥੇ ਰਹਿੰਦਾ ਮਨੁੱਖ ਰੱਬੀ ਗੁਣਾਂ ਦੀ ਗੱਲ ਕਰਦਾ ਹੈ। ਯਾਨੀ ਜੇ ਸਾਰਾ ਪਿੰਡ ਰੱਬੀ ਗੁਣਾਂ ਦੇ ਕਰਨ ਵਾਲੇ ਦੇ ਨਾਲ ਜੁੜੇਗਾ ਤਾਂ ਸਾਰਾ ਪਿੰਡ ਵੀ ਪਵਿੱਤਰ ਹੋ ਜਾਏਗਾ। ਔਰ ਅਸੀਂ ਕਹਿ ਸਕਦੇ ਹਾਂ ਜਿਸ ਪਿੰਡ ਦੇ ਅੰਦਰ ਕੋਈ ਮਹਾਨ ਵਿਅਕਤੀ ਚੰਗਾ ਪੈਦਾ ਹੋਇਆ ਹੈ, ਯਾਰ ਧੰਨ ਹੈ ਵੀ ਉਸ ਪਿੰਡ ਦਾ ਬੰਦਾ ਹੈ, ਉਹ ਪਿੰਡ ਦਾ ਵੀ ਨਾਮ ਰੋਸ਼ਨ ਹੋ ਜਾਂਦਾ ਨਾ। ਚਾਹੇ ਕੋਈ ਸਾਇੰਸ ਦੀ ਕਾਢ ਕੋਈ ਕੱਢਦਾ ਹੈ, ਧਰਮ ਦੀ ਦੁਨੀਆ ਵਿੱਚ ਕੋਈ ਚੰਗਾ ਕੰਮ ਕਰਦਾ ਹੈ, ਰਾਜਨੀਤੀ ਦੀ ਦੁਨੀਆ ਵਿੱਚ ਕੋਈ ਚੰਗਾ ਕੰਮ ਕਰਦਾ ਹੈ, ਤਾਂ ਅਸੀਂ ਕਹਿੰਦੇ ਹਾਂ ਨਾ ਵੀ ਉਹ ਪਿੰਡ ਯਾਰ ਭਾਗਾਂ ਵਾਲਾ ਹੈ, ਉਸ ਪਿੰਡ ਦੇ ਵਿੱਚ ਫਲਾਂ ਬੰਦਾ ਹੈ।
ਤੇ ਜੇ ਉਹ ਪਿੰਡ ਦੇ ਲੋਕ ਉਸ ਬੰਦੇ ਦੇ ਨਾਲ ਜੁੜਨ ਤਾਂ ਉਹ ਪਿੰਡ ਵੀ ਪਵਿੱਤਰ ਹੋ ਜਾਏਗਾ। ਤਾਂ ਕਬੀਰ ਜੀ ਇੱਥੇ ਗੁਣਾਂ ਦੀ ਮਹਾਨਤਾ ਦਰਸਾ ਰਹੇ ਨੇ ਕਿ ਉਹ ਮੁੱਖ ਧੰਤਾ ਯੋਗ ਹੈ ਜਿਸ ਮੁਖ ਰਾਹੀਂ ਰੱਬੀ ਗੁਣਾਂ ਦਾ ਉਚਾਰਨ ਹੁੰਦਾ ਹੈ। ਦੇਹੀ ਵਿਚਾਰੀ ਕਾਦੀ ਹੈ, ਉਹਨੇ ਤੇ ਪਵਿੱਤਰ ਹੋਣਾ ਹੀ ਹੈ, ਉਹਦੇ ਅੱਖ ਕੰਨ ਨੱਕ ਤੇ ਪਵਿੱਤਰ ਹੋਣੇ ਨੇ, ਉਹਦੇ ਨਾਲ ਜੋ ਹੋਰ ਲੋਕ ਜੁੜਨਗੇ ਉਹ ਵੀ ਪਵਿੱਤਰ ਹੋ ਜਾਣਗੇ। ਕਬੀਰ ਸੋਈ ਕੁਲ ਭਲੀ ਜਾ ਕੁਲ ਹਰ ਕੋ ਦਾਸ। ਇਹ ਤੇ ਦੇਖੋ ਕੁਲ ਸਿੰਗੂਲਰ ਸ਼ਬਦ ਹੈ, ਪਰ ਭਲੀ ਤੋਂ ਪਤਾ ਲੱਗ ਰਿਹਾ ਨਾ ਭਲੀ, ਪਰ ਇੱਥੇ ਕੁਲ ਦੇ ਲੱਲੇ ਥੱਲੇ ਔਂਕੜ ਨਹੀਂ ਹੈ। ਕਿਉਂ? ਕਿਉਂਕਿ ਇਹ ਫੀਮੇਲ ਜੈਂਡਰ ਹੈ, ਇਸਤਰੀ ਲਿੰਗ ਸ਼ਬਦ ਹੈ, ਤੇ ਇਸਤਰੀ ਲਿੰਗ ਜੋ ਸ਼ਬਦ ਹੁੰਦੇ ਨੇ ਉਹ ਔਂਕੜ ਤੋਂ ਰਹਿਤ ਆਉਂਦੇ ਨੇ। ਕਬੀਰ ਸੋਈ ਕੁਲ ਭਲੀ, ਇੱਥੇ ਹੁਣ ਭਲੀ ਸ਼ਬਦ ਇਸਤਰੀ ਲਿੰਗ ਹੈ, ਇੱਥੋਂ ਇਹਦਾ ਪਤਾ ਲੱਗ ਰਿਹਾ ਹੈ। ਜਾ ਕੁਲ ਹਰ ਕੋ ਦਾਸ, ਜਿਹ ਕੁਲ ਦਾਸ ਨਾ ਉਪਜੈ ਸੋ ਕੁਲ ਢਾਕ ਪਲਾਸ। ਕਬੀਰ ਜੀ ਕਹਿੰਦੇ ਨੇ ਉਹ ਕੁਲ ਭਲੀ ਹੈ ਜਿਸ ਕੁਲ ਦੇ ਅੰਦਰ ਪ੍ਰਭੂ ਦਾ ਦਾਸ ਪੈਦਾ ਹੁੰਦਾ ਹੈ। ਪ੍ਰਭੂ ਦਾ ਦਾਸ ਯਾਨੀ ਜੋ ਰੱਬੀ ਰਜਾ ਵਿੱਚ ਤੁਰਨ ਵਾਲਾ ਬੰਦਾ ਹੈ, ਜਿਹੜਾ ਬੰਦਾ ਪੈਦਾ ਹੋ ਕੇ ਰੱਬੀ ਗੁਣ ਗਾਉਂਦਾ ਹੈ, ਰੱਬ ਦੀ ਰਜਾ ਵਿੱਚ ਤੁਰਦਾ ਹੈ, ਰੱਬੀ ਗੁਣਾਂ ਦਾ ਧਾਰਨੀ ਹੈ, ਮਨ ਬਚਨ ਔਰ ਕਰਮ ਕਰਕੇ, ਉਹ ਕੁਲ ਚੰਗੀ ਹੈ। ਹੁਣ ਅਸੀਂ ਕਹਿੰਦੇ ਹਾਂ ਨਾ ਕਿ ਸਾਡੀ ਕੁਲ ਵੱਡੀ ਕੁਲ ਹੈ, ਉੱਚੀ ਜਾਤ ਹੈ। ਕਬੀਰ ਜੀ ਇੱਥੇ ਜਾਤੀਵਾਦ ਦਾ ਖੰਡਨ ਕਰ ਰਹੇ ਨੇ ਕਿ ਅਸੀਂ ਇਹ ਨਹੀਂ ਕਹਿ ਸਕਦੇ ਕਿ ਫਲਾਂ ਬੰਦੇ ਦੀ ਜਾਤ ਵੱਡੀ ਹੈ ਤਾਂ ਉਹਦੀ ਕੁਲ ਵੱਡੀ ਹੈ, ਫਲਾਂ ਬੰਦੇ ਦੇ ਕੋਲ ਧਨ ਦੌਲਤ ਬਹੁਤ ਹੈ ਤਾਂ ਉਹ ਵੱਡੀ ਕੁਲ ਹੈ। ਨਾ, ਇਹ ਪੈਮਾਨਾ ਨਹੀਂ ਹੈ, ਪੈਮਾਨਾ ਹੈ ਗੁਣਾਂ ਦਾ। ਉਹ ਕੁਲ ਚੰਗੀ ਹੈ ਜਿਸ ਕੁਲ ਦੇ ਅੰਦਰ ਰੱਬੀ ਗੁਣ ਗਾਣ ਵਾਲਾ ਬੰਦਾ ਪੈਦਾ ਹੋ ਰਿਹਾ। ਅਸੀਂ ਉਹਨੂੰ ਮਹਾਨ ਕਹਿ ਸਕਦੇ ਹਾਂ, ਜਾਤ ਕਰਕੇ ਜਾਂ ਪੈਸੇ ਕਰਕੇ ਨਹੀਂ। ਸਗੋਂ ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਅਸਲੀ ਨਿਰਧਨ ਔਰ ਨੀਵਾ ਉਹੀ ਹੈ ਕੰਗਾਲ, ਜਿਸ ਦੀ ਸੋਚ ਦੇ ਅੰਦਰ ਰੱਬੀ ਗੁਣ ਨਹੀਂ ਹਨ। ਜਿਹੇ ਕੁਲ ਦਾਸ ਨਾ ਉਪਜੈ, ਇੱਥੇ ਦੇਖੋ ਕੁਲ ਦਾ ਲੱਲਾ ਮੁਕਤਾ ਹੈ ਤੇ ਦਾਸ ਤੇ ਸੱਸੇ ਥੱਲੇ ਔਂਕੜ ਹੈ, ਕਿਉਂਕਿ ਦਾਸ ਮੇਲ ਜੈਂਡਰ ਵੀ ਹੈ ਔਰ ਸਿੰਗੂਲਰ ਵੀ ਹੈ। ਇੱਥੇ ਢਾਕ ਪਲਾਸ, ਹੁਣ ਢਾਕ ਪਲਾਸ ਤੇ ਅਖੀਰਲੇ ਅੱਖਰਾਂ ਥੱਲੇ ਔਂਕੜ ਆ ਗਿਆ ਕਿਉਂਕਿ ਪੇੜ ਦਰਖਤ ਇਹ ਮੇਲ ਜੈਂਡਰ ਹੈ, ਇਸ ਕਰਕੇ ਇੱਥੇ ਔਂਕੜ ਆ ਰਹੇ ਨੇ। ਦਾਸ ਸ਼ਬਦ ਪੁਲਿੰਗ ਹੈ, ਇਸ ਕਰਕੇ ਔਂਕੜ ਆ ਰਿਹਾ ਹੈ। ਕੁਲ ਸ਼ਬਦ ਇਸਤਰੀ ਲਿੰਗ ਹੈ, ਇਸ ਕਰਕੇ ਔਂਕੜ ਨਹੀਂ ਆਇਆ। ਤਾਂ ਕਬੀਰ ਜੀ ਕਹਿੰਦੇ ਨੇ ਜਿਸ ਕੁਲ ਵਿੱਚ ਪ੍ਰਭੂ ਦੀ ਯਾਦ ਵਾਲਾ ਇਨਸਾਨ ਨਹੀਂ, ਜਿਸ ਕੁਲ ਦੇ ਅੰਦਰ ਰੱਬੀ ਗੁਣ ਨਹੀਂ ਗਾਏ ਜਾਂਦੇ, ਸੋ ਕੁਲ ਢਾਕ ਪਲਾਸ, ਉਹ ਢਾਕ ਪੱਲਾ ਆਦਿਕ ਵਰਗੇ ਨਿਕੰਮੇ ਰੁੱਖਾਂ ਵਰਗੇ ਨੇ। ਜਿਹੜੀ ਢਾਕ ਹੈ ਨਾ, ਛਿਛਰਾ ਜਿਹਨੂੰ ਕਹਿ ਦਿੰਦੇ ਨੇ, ਨਾ ਤੇ ਉਹਦੀ ਲੱਕੜੀ ਇੰਨੀ ਮਜ਼ਬੂਤ ਹੁੰਦੀ ਹੈ ਕਿ ਉਹਦਾ ਫਰਨੀਚਰ ਵਗੈਰਾ ਬਣਾ ਲਿਆ ਜਾਏ, ਭੋਗੀ ਜੀ ਲੱਕੜੀ ਹੁੰਦੀ ਹੈ, ਸਿਰਫ ਬਾਲਣ ਦੇ ਕੰਮ ਆ ਸਕਦੀ ਹੈ, ਹੋਰ ਨਹੀਂ। ਨਾ ਉਹਦੇ ਪੱਤੇ ਕੰਮ ਆਉਂਦੇ ਨੇ, ਨਾ ਉਹਦੇ ਫਲ ਕੰਮ ਆਉਂਦੇ ਨੇ, ਬੇਕਾਰ ਹੈ ਉਹ। ਤਾਂ ਕਬੀਰ ਜੀ ਕਹਿੰਦੇ ਨੇ ਜਿਸ ਕੁਲ ਦੇ ਅੰਦਰ ਪੈਦਾ ਹੋ ਕੇ ਜੇ ਰੱਬੀ ਗੁਣ ਨਹੀਂ, ਇਨਸਾਨੀਅਤ ਨਹੀਂ, ਤਾਂ ਉਹ ਕੁਲ ਤਾਂ ਬੇਕਾਰ ਹੈ, ਉਹ ਬੰਦਾ ਤਾਂ ਬੇਕਾਰ ਹੈ ਜਿਹਨੇ ਇਸ ਦੁਨੀਆ ਵਿੱਚ ਆ ਕੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ, ਜਿਹੜਾ ਕਿਸੇ ਦੇ ਕੰਮ ਨਹੀਂ ਆਇਆ, ਜਿਸੇ ਨੇ ਕਿਸੇ ਦੇ ਜ਼ਖਮ ਤੇ ਮਲਮ ਨਹੀਂ ਲਗਾਈ, ਕਿਸੇ ਰੋਂਦੇ ਨੂੰ ਚੁੱਪ ਨਹੀਂ ਕਰਾਇਆ, ਕਿਸੇ ਡਿੱਗੇ ਨੂੰ ਉਠਾਇਆ ਨਹੀਂ, ਔਰ ਸਮਾਜ ਨੂੰ ਜਿਹਦੀ ਕੋਈ ਦੇਣ ਨਹੀਂ, ਸਗੋਂ ਉਹਨੇ ਸਮਾਜ ਦਾ ਸ਼ੋਸ਼ਣ ਕੀਤਾ ਹੈ, ਪਾਪ ਔਰ ਵਿਕਾਰ ਕਮਾਏ ਨੇ, ਉਹਦਾ ਫਾਇਦਾ ਕੀ ਹੈ? ਉਹ ਤੇ ਛਿਛਰੇ ਵਰਗਾ ਹੀ ਹੋਇਆ ਨਾ, ਨਾਮ ਯੁੱਗ ਦਾ ਤਾਂ ਵੀ ਸਰ ਜਾਣਾ ਸੀ। ਭਗਤ ਕਬੀਰ ਜੀ ਇੱਥੇ ਉਹਨੂੰ ਢਾਕ ਪਲਾਸ ਕਹਿ ਰਹੇ ਨੇ। ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਉਹਨੂੰ ਸਿਮਲ ਰੁੱਖ ਕਹਿ ਰਹੇ ਨੇ। ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਚ, ਕੋਈ ਜੇ ਆਵੇਂ ਆਸ ਕਰ। ਤੇ ਉਹਨਾਂ ਨਾਲੋਂ ਤੇ ਪਸ਼ੂ ਚੰਗੇ ਨੇ। ਗੁਰਦੇਵ ਪਾਵਨ ਬਾਣੀ ਵਿੱਚ ਬਚਨ ਕਰਦੇ ਨੇ ਨਾ, ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇ ਅੰਮ੍ਰਿਤ ਦੇਹ, ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਉਹਨਾਂ ਇਨਸਾਨਾਂ ਨਾਲੋਂ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਣ ਨਹੀਂ, ਪਰ ਉਪਕਾਰ ਦੀ ਭਾਵਨਾ ਨਹੀਂ, ਉਹਨਾਂ ਨਾਲੋਂ ਤੇ ਪਸ਼ੂ ਚੰਗੇ ਨੇ ਜਿਹੜੇ ਤੂੜੀ ਖਾ ਕੇ ਦੁੱਧ ਦਿੰਦੇ ਨੇ। ਪਰ ਜਿਹੜੇ ਗੁਣਾਂ ਤੋਂ ਸੱਖਣੇ ਬੰਦੇ ਨੇ, ਲਾਨਤ ਹੈ ਉਹਨਾਂ ਦੀ ਜ਼ਿੰਦਗੀ ਨੂੰ,
ਆਪ ਵੀ ਦੁਖੀ ਨੇ ਔਰ ਸਮਾਜ ਔਰ ਸੰਸਾਰ ਦੇ ਅੰਦਰ ਵੀ ਵਿਕਾਰਾਂ ਪਾਪਾਂ ਦੀ ਗੰਦਗੀ ਫੈਲਾਉਂਦੇ ਰਹਿੰਦੇ ਨੇ। ਕਬੀਰ ਹੈ ਗਏ ਬਾਹਨ ਸਘਨ ਕਨ, ਲਾਖ ਤਜਾ ਫੈਰਾਹੇ, या सुख ते भिखिया भली, जो हर सिमरत दिन जाहे। है दा मतलब है घोड़े, गै दा मतलब हाथी, गै दा मतलब गज हाथी, वाहन दा मतलब वाहन सवारी करन लई, सघन घन दा मतलब बेअंत अनेकां, धजा दा मतलब झंडे, फहराए ਦਾ ਮਤਲਬ ਹਵਾ ਵਿੱਚ ਝੂਲਣ ਲਹਿਰਾਉਣ। ਇਹਨੂੰ ਫਹਿਰਾਹੇ ਨਹੀਂ ਪੜਨਾ, ਬਿੰਦੀ ਲਗਾ ਕੇ ਪੜਾਂਗੇ ਫਹਿਰਾਹੇ, ਕਿਉਂਕਿ ਕਿਰਿਆਵਾਚੀ ਸ਼ਬਦ ਹੈ ਔਰ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਜਦੋਂ ਸਿਹਾਰੀ ਲੱਗੀ ਹੋਵੇ, ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ, ਉਸ ਦਾ ਉਚਾਰਨ ਨਾਸਕੀ ਹੋਏਗਾ। ਤਾਂ ਕਬੀਰ ਜੀ ਕਹਿੰਦੇ ਨੇ ਕਿ ਜੇ ਸਵਾਰੀ ਕਰਨ ਲਈ ਬੇਅੰਤ ਘੋੜੇ ਔਰ ਹਾਥੀ ਹੋਣ ਤੇ ਮਹਿਲਾਂ ਦੇ ਉੱਤੇ ਲੱਖਾਂ ਝੰਡੇ ਝੂਲਦੇ ਹੋਣ, ਇੰਨਾ ਤੇਜ ਪ੍ਰਤਾਪ ਹੋਵੇ, ਹਾਥੀ ਘੋੜੇ ਸਵਾਰੀਆਂ ਕਰਨ ਲਈ ਹੋਣ ਔਰ ਮਹਿਲਾਂ ਦੇ ਉੱਤੇ ਲੱਖਾਂ ਝੰਡੇ ਝੂਲਦੇ ਹੋਣ, ਇੰਨਾ ਤੇਜ ਪ੍ਰਤਾਪ ਹੋਵੇ, ਪਰ ਜੇ ਉਸ ਬੰਦੇ ਦੇ ਅੰਦਰ ਰੱਬੀ ਗੁਣ ਨਹੀਂ, ਇਨਸਾਨੀਅਤ ਨਹੀਂ, ਸਤ ਸੰਤੋਖ ਦਇਆ ਨਹੀਂ, ਉੱਚਾ ਆਚਰਨ ਨਹੀਂ, ਚੰਗੀ ਸੋਚ ਨਹੀਂ, ਤਾਂ ਕਬੀਰ ਜੀ ਕਹਿੰਦੇ ਨੇ या ਸੁਖ ਤੇ ਭਿਖਿਆ ਭਲੀ, ਜੋ ਹਰ ਸਿਮਰਤ ਦਿਨ ਜਾਹੇ। ਇਹਨੂੰ ਪੜਾਂਗੇ ਜਾਹੇ। ਜੇ ਇੱਕ ਦਿਨ ਦੀ ਗੱਲ ਹੁੰਦੀ ਨਾ, ਫਿਰ ਦਿਨ ਦੇ ਨੰਨੇ ਥੱਲੇ ਔਂਕੜ ਆਣਾ ਸੀ। ਹੁਣ ਇਹ ਦਿਨ ਬਹੁਵਚਨੀ ਸ਼ਬਦ ਹੈ ਔਰ ਜਾਹੇ ਇਹ ਕਿਰਿਆਵਾਚੀ ਸ਼ਬਦ ਦੇ ਹਾਹੇ ਨਾਲ ਸਿਹਾਰੀ ਹੈ, ਇਹ ਬਹੁਵਚਨੀ ਸ਼ਬਦ ਹੈ, ਇਸ ਲਈ ਪੜਾਂਗੇ ਜਾਹੇ। या सुख ते भिखिया भली, जो हर सिमरत दिन जाहे। ਭਿਖਿਆ ਦਾ ਮਤਲਬ ਫਕੀਰਾਂ ਸਾਧੂਆਂ ਦਾ ਮੰਗਣਾ। ਤਾਂ ਗੁਰੂ ਜੀ ਕਹਿੰਦੇ ਨੇ ਵੀ ਜੇ ਰੱਬੀ ਗੁਣਾਂ ਦੇ ਵਿੱਚ ਜ਼ਿੰਦਗੀ ਗੁਜ਼ਰਦੀ ਹੈ ਨਾ, ਤਾਂ ਫਿਰ ਇਹੋ ਜਿਹੀ ਬਾਦਸ਼ਾਹੀ ਨਾਲੋਂ ਤੇ ਭਿਖਾਰੀ ਹੋਣਾ ਚੰਗਾ। ਘੱਟ ਤੋਂ ਘੱਟ ਕਿਸੇ ਦਾ ਨੁਕਸਾਨ ਤੇ ਨਹੀਂ ਨਾ ਕਰ ਰਿਹਾ। ਇੱਥੇ ਇਹ ਨਹੀਂ ਕਿ ਸਾਨੂੰ ਭੀਖ ਮੰਗਣ ਲਈ ਪ੍ਰੇਰਿਆ ਜਾ ਰਿਹਾ ਹੈ ਜਾਂ ਭੀਖ ਨੂੰ ਚੰਗਾ ਦੱਸਿਆ ਜਾ ਰਿਹਾ ਹੈ। ਗੁਰਬਾਣੀ ਦੇ ਅੰਦਰ ਭੀਖ ਮੰਗਣ ਨੂੰ ਚੰਗਾ ਨਹੀਂ ਕਿਹਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਲੋਕ ਤਿਕਾਰ ਕਹਿ ਮੰਗਤ ਜਨ, ਮੰਗਤ ਮਾਨ ਨਾ ਪਾਇਆ, ਕਿ ਕਦੇ ਵੀ ਮੰਗ ਕੇ ਕਿਸੇ ਨੇ ਮਾਣ ਆਦਰ ਹਾਸਲ ਨਹੀਂ ਕੀਤਾ। ਸਗੋਂ ਜੇ ਕੋਈ ਮੰਗਣ ਜਾਂਦਾ ਹੈ ਤਾਂ ਉਹਨੂੰ ਸਗੋਂ ਲਾਹਨਤਾਂ ਪੈਂਦੀਆਂ ਨੇ, ਫਿਟਕਾਰਾਂ ਪੈਂਦੀਆਂ ਨੇ। ਲੋਕ ਤਿਕਾਰ ਕਹਿ ਮੰਗਤ ਜਨ, ਲੋਕੀ ਲਾਹਨਤਾਂ ਪਾਉਂਦੇ ਨੇ। ਮੰਗਤ ਮਾਨ ਨਾ ਪਾਇਆ, ਕਦੇ ਵੀ ਮੰਗਦਿਆਂ ਹੋਇਆਂ ਕਿਸੇ ਨੇ ਮਾਣ ਨਹੀਂ ਪਾਇਆ, ਆਦਰ ਹਾਸਲ ਨਹੀਂ ਕੀਤਾ। ਤਾਂ ਗੁਰਦੇਵ ਪਾਤਸ਼ਾਹ ਜੀ ਨੇ ਧਰਮ ਦਾ ਜੋ ਪਹਿਲਾ ਸਿਧਾਂਤ ਹੈ ਉਹ ਕਿਰਤ ਕਰਨਾ ਰੱਖਿਆ ਹੈ। ਕਿਰਤ ਕਰਨਾ, ਇੱਥੇ ਮੰਗਣ ਦੀ ਪ੍ਰੋੜਤਾ ਨਹੀਂ ਕੀਤੀ ਜਾ ਰਹੀ ਕਿ ਭੀਖ ਮੰਗਣ ਲੱਗ ਜਾਓ ਨਾ। ਇਹ ਗੱਲ ਸਮਝਣ ਵਾਲੀ ਹੈ ਕਿ ਜੇ ਕੋਈ ਰਾਜਾ ਬਾਦਸ਼ਾਹ ਹੋਵੇ, ਉਹਦੇ ਕੋਲ ਲੱਖਾਂ ਹਾਥੀ ਘੋੜੇ ਹੋਣ, ਉਹਦਾ ਬੜਾ ਤੇਜ਼ ਪ੍ਰਤਾਪ ਚੱਲਦਾ ਹੋਵੇ, ਉਹਦੇ ਮਹਿਲਾਂ ਦੇ ਉੱਤੇ ਝੰਡੇ ਫਹਿਰਾਉਂਦੇ ਹੋਣ, ਪਰ ਜੇ ਉਹਦੇ ਅੰਦਰ ਇਨਸਾਨੀਅਤ ਨਹੀਂ ਤਾਂ ਉਹਦੇ ਨਾਲੋਂ ਇੱਕ ਭਿਖਾਰੀ ਚੰਗਾ ਹੈ। ਜੇ ਉਹਦੇ ਅੰਦਰ ਇਨਸਾਨੀਅਤ ਹੈ ਤਾਂ ਹੁਣ ਔਰੰਗਜ਼ੇਬ ਦੇ ਮਹਿਲਾਂ ਦੇ ਉੱਤੇ ਝੰਡੇ ਝੂਲਦੇ ਹੋਣ ਤਾਂ ਉਹਨਾਂ ਦੀ ਵੈਲਿਊ ਕੀ ਹੈ? ਜਹਾਂਗੀਰ ਦੇ ਮਹਿਲਾਂ ਤੇ ਝੰਡੇ ਝੂਲਦੇ ਹੋਣ ਤੇ ਦੂਜੇ ਪਾਸੇ ਉਹ ਬੰਦਾ ਇੱਕ ਘਾਈ ਜਿਹੜਾ ਘਾਹ ਖੋਦ ਕੇ ਲਿਆ ਰਿਹਾ ਹੈ, ਗੁਜ਼ਾਰਾ ਕਰ ਰਿਹਾ ਹੈ, ਤੇ ਜਦੋਂ ਗਲਤੀ ਦੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲਾ ਗਿਆ, ਸਾਖੀ ਆਉਂਦੀ ਹੈ ਨਾ, ਆਪ ਸਾਰਿਆਂ ਨੇ ਸਰਵਣ ਕੀਤੀ ਹੈ। ਤੇ ਜਦੋਂ ਉਹਨੇ ਕਿਹਾ ਵੀ ਕੁਛ ਮੰਗ, ਤੇ ਉਹ ਕਹਿੰਦਾ ਮੈਨੂੰ ਮੁਕਤੀ ਚਾਹੀਦੀ ਹੈ। ਤੇ ਜਹਾਂਗੀਰ ਸਮਝ ਗਿਆ ਕਿ ਇਹ ਗਲਤੀ ਨਾਲ ਆ ਗਿਆ, ਤੇ ਉਹ ਕਹਿਣ ਲੱਗਾ ਵੀ ਮੁਕਤੀ ਦਾਤਾ ਤੇ ਦੂਜੇ ਤੰਬੂ ਵਿੱਚ, ਇੱਥੇ ਤਾਂ ਤੈਨੂੰ ਰਾਜ ਭਾਗ ਮਿਲ ਸਕਦਾ। ਤੇ ਕਹਿੰਦੇ ਨੇ ਉਹ ਜਿਹੜਾ ਟਕਾ ਸੀ ਉਹਨੇ ਆਪਣਾ ਚੁੱਕ ਲਿਆ। ਉਹ ਕਹਿਣ ਲੱਗਾ ਇਹ ਟਕਾ ਰਹਿਣ ਦੇ, ਤੈਨੂੰ ਮੈਂ ਹੋਰ ਹੀਰੇ ਜਵਾਹਰਾਤ ਦੇ ਦਿੰਦਾ। ਉਹ ਕਹਿਣ ਲੱਗਾ ਨਾ, ਇਹ ਮੇਰੇ ਗੁਰੂ ਦਾ ਹੈ। ਯਾਨੀ ਉਹਦੇ ਨਜ਼ਰਾਂ ਦੇ ਅੰਦਰ ਬਾਦਸ਼ਾਹੀ ਦੀ ਕੀਮਤ ਕੀ ਰਹਿ ਗਈ? ਇੱਕ ਟਕਾ। ਤਾਂ ਉਹਦੇ ਨਾਲੋਂ ਉਹ ਇਨਸਾਨ ਚੰਗਾ ਹੈ ਜਿਹੜਾ ਬੰਦਾ ਕਿਰਤ ਕਰਦਾ ਹੈ,
ਜਿਹਦੇ ਅੰਦਰ ਸੱਚਾਈ ਹੈ, ਜਿਸ ਦੇ ਅੰਦਰ ਦਇਆ ਹੈ, ਉਹ ਗਰੀਬ ਬੰਦਾ ਚੰਗਾ ਹੈ। ਜਾਂ ਸੁਖ ਤੇ ਭਿਖਿਆ ਭਲੀ, ਕਿ ਇਹੋ ਜਿਹੇ ਸੁੱਖਾਂ ਦੇ ਉਜਾਏ ਤਾਂ ਭਿਖਾਰੀ ਹੋ ਜਾਣਾ ਠੀਕ ਹੈ, ਗਰੀਬ ਹੋ ਜਾਣਾ ਠੀਕ ਹੈ, ਪਰ ਇਹੋ ਜਿਹੇ ਸੁੱਖ ਨਹੀਂ ਚਾਹੀਦੇ ਜਿੱਥੇ ਇਨਸਾਨੀਅਤ ਨਾ ਹੋਵੇ, ਜਿੱਥੇ ਸ਼ੁਭ ਗੁਣ ਨਾ ਹੋਣ, ਜਿੱਥੇ ਦਇਆ ਨਾ ਹੋਵੇ, ਜਿੱਥੇ ਪ੍ਰੇਮ ਨਾ ਹੋਵੇ। ਉਹਦੇ ਨਾਲੋਂ ਤਾਂ ਭਿਖਾਰੀ ਚੰਗਾ ਹੈ, ਜਿਹਦੇ ਅੰਦਰ ਸ਼ੁਭ ਗੁਣ ਹੈ, ਜਿਹਦਾ ਆਚਰਨ ਉੱਚਾ ਹੈ। ਕਬੀਰ ਸਭ ਜਗ ਹੋਂ ਫਿਰਿਓ, ਮਾਂਦਲ ਕੰਧ ਚੜਾਏ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਮਾਂਦਲ ਦਾ ਮਤਲਬ ਹੈ ਢੋਲ, ਕੰਧ ਦਾ ਮਤਲਬ ਮੋਢਿਆਂ ਤੇ, ਚੜਾਏ ਦਾ ਮਤਲਬ ਰੱਖ ਕੇ। ਸਭ ਜਗ ਹੋਂ ਫਿਰਿਓ ਦਾ ਮਤਲਬ ਮੈਂ ਸਾਰੇ ਜਗਤ ਵਿੱਚ ਫਿਰਿਆ ਹਾਂ। ਕਬੀਰ ਜੀ ਕਹਿੰਦੇ ਨੇ ਮੈਂ ਢੋਲ ਮੋਢਿਆਂ ਤੇ ਰੱਖ ਕੇ ਵਜਾਂਦਾ ਫਿਰਿਆ ਹਾਂ, ਸਾਰਾ ਜਗਤ ਗਾਇਆ ਹੈ। ਮੈਂ ਪੁੱਛਦਾ ਫਿਰਿਆ ਹਾਂ ਕਿ ਦੱਸੋ ਭਾਈ, ਇਸ ਰਾਜ ਭਾਗ ਮਹਿਲ ਮਾੜੀਆਂ ਸਾਖ ਸੰਬੰਧੀ ਵਿੱਚੋਂ, ਜਾਂ ਜਿਹੜੇ ਪਿਛਲੇ ਸ਼ਲੋਕ ਵਿਚਾਰੇ ਨੇ, ਰਾਤ ਜਗਾਵਣ ਜਾਏ ਮੜੀਆਂ ਕਬਰਾਂ, ਉਹਨਾਂ ਵਿੱਚੋਂ ਕੋਈ ਕਿਸ ਦਾ ਸदैਵੀ ਸਾਥੀ ਹੈ, ਆਤਮਿਕ ਜੀਵਨ ਦਾ ਸਾਥੀ ਹੈ? ਜਿਹੜੇ ਪਿਛਲੇ ਸ਼ਲੋਕ ਵਿਚਾਰੇ ਨੇ, ਢੋਲ ਵਜਾਉਣ ਦਾ ਮਤਲਬ ਹੈ ਕਿ ਇਹ ਨਹੀਂ ਕਿ ਕਬੀਰ ਜੀ ਨੇ ਢੋਲ ਮੋਢੇ ਤੇ ਪਾਇਆ ਹੋਇਆ ਹੈ। ਢੋਲ ਵਜਾਉਣ ਦਾ ਮਤਲਬ ਹੁੰਦਾ ਕਿ ਮੈਂ ਤੇ ਢੋਲ ਵਜਾਇਆ ਹੈ, ਤੇ ਉੱਚੀ ਉੱਚੀ ਕੂਕ ਕੂਕ ਕੇ ਗੱਲ ਗਈ ਹੈ, ਪ੍ਰਤੱਖ ਤੌਰ ਤੇ ਮੈਂ ਪਰਖਿਆ ਹੈ। ਤੇ ਜਿਹੜੀਆਂ ਆ ਮੜੀਆਂ ਕਬਰਾਂ ਤੇ ਦੀਵੇ ਜਗਾ ਰਹੇ ਹੋ, ਕੀ ਉਹਦੇ ਨਾਲ ਬੱਚੇ ਹੋ ਜਾਣਗੇ? ਕੀ ਵਰਤ ਰੱਖਣ ਦੇ ਨਾਲ ਤੁਹਾਨੂੰ ਮੁਕਤੀ ਮਿਲ ਜਾਏਗੀ? ਕਿ ਰਾਜ ਭਾਗ ਜਿਹੜਾ ਹੈ ਸਿਰਫ ਰਾਜ ਭਾਗ ਤੇ ਗੁਣਾਂ ਦਾ ਨਾ ਹੋਣਾ, ਕਿ ਉਹ ਆਤਮਿਕ ਜੀਵਨ ਵਿੱਚ ਸਾਥੀ ਹੈ ਨੇ? ਕਿ ਸੱਚ ਨੂੰ ਛੱਡ ਕੇ ਤੇ ਜਿੰਨੇ ਵੀ ਸਾਡੇ ਸੰਗੀ ਸਾਥੀ ਨੇ, ਕਿ ਉਹ ਆਤਮਿਕ ਜੀਵਨ ਵਿੱਚ ਸਾਥ ਦੇਣਗੇ? ਕਬੀਰ ਜੀ ਕਹਿੰਦੇ ਨੇ ਮੈਂ ਚੰਗੀ ਤਰ੍ਹਾਂ ਪਰਖੀ ਇਹ ਗੱਲ, ਤੇ ਮੈਨੂੰ ਕੀ ਨਤੀਜਾ ਨਿਕਲਿਆ? ਕੋਈ ਕਾਹੂ ਕੋ ਨਹੀਂ। ਕਾਹੂ ਕੋ ਦਾ ਮਤਲਬ ਕਿਸੇ ਦਾ। ਸਭ ਦੇਖੀ ਠੋਕ ਵਜਾਏ, ਅਸੀਂ ਕਹਿੰਦੇ ਨਾ ਠੋਕ ਵਜਾ ਕੇ ਵੇਖ ਲਿਆ ਹੈ। ਇਹ ਠੋਕ ਵਜਾ ਕੇ ਵੇਖਣ ਨੂੰ ਮੇਰੀਆਂ ਭੈਣਾਂ ਸਮਝ ਜਾਣਗੀਆਂ, ਜਾਂ ਵੀਰ ਵੀ। ਤੁਸੀਂ ਕਈ ਵਾਰ ਦੇਖਿਆ ਸੀ ਨਾ, ਘੁਮਿਆਰ ਵੀਰਾਂ ਕੋਲੋਂ, ਪ੍ਰਜਾਪਤਾਂ ਕੋਲੋਂ ਘੜੇ ਲੈਣ ਜਾਈਦਾ ਸੀ, ਤੇ ਉਹ ਫਿਰ ਠੂੰਗਾ ਮਾਰ ਕੇ ਨਾ ਵਜਾ ਕੇ ਵੇਖਦੇ ਸਨ। ਜਿਹੜਾ ਘੜਾ ਟਨ ਟਨ ਦੀ ਆਵਾਜ਼ ਕਰਦਾ ਸੀ, ਦਾ ਮਤਲਬ ਉਹਦੇ ਵਿੱਚ ਕੋਈ ਤਰੇੜ ਨਹੀਂ ਹੈ। ਤੇ ਜੇ ਉਹਦੀ ਆਵਾਜ਼ ਪੂਰੀ ਨਹੀਂ ਸੀ ਨਿਕਲਦੀ, ਇਹਦਾ ਮਤਲਬ ਘੜੇ ਵਿੱਚ ਨਾ ਤਰੇੜ ਹੈ, ਕੋਈ ਲੀਕ ਹੈ, ਲੀਕੇਜ ਹੈ। ਤਾਂ ਠੋਕ ਵਜਾਉਣ ਦਾ ਮਤਲਬ ਹੈ ਪਰਖਣਾ। ਤਾਂ ਕਬੀਰ ਜੀ ਕਹਿੰਦੇ ਨੇ ਮੈਂ ਚੰਗੀ ਤਰ੍ਹਾਂ ਠੋਕ ਵਜਾ ਕੇ ਪਰਖ ਕੇ ਵੇਖ ਲਿਆ ਹੈ ਕਿ ਰੱਬੀ ਗੁਣਾ ਤੋਂ ਬਿਨਾਂ ਕੋਈ ਕਿਸੇ ਦਾ ਨਹੀਂ, ਕੋਈ ਕਿਸੇ ਦਾ ਸदैਵੀ ਸਾਥੀ ਨਹੀਂ, ਕੋਈ ਕਿਸੇ ਨੂੰ ਆਤਮਿਕ ਜੀਵਨ ਨਹੀਂ ਦੇ ਸਕਦਾ। ਜੇਕਰ ਸਾਡੇ ਜੀਵਨ ਦੇ ਅੰਦਰ, ਦੇਖੋ ਹੁਣ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਰਿਸ਼ਤੇ ਨਾਤੇ ਛੱਡਣ ਲਈ ਕਿਹਾ ਜਾ ਰਿਹਾ ਵੀ ਅਸੀਂ ਇੱਕ ਦੂਜੇ ਦੇ ਹੈ ਹੀ ਨਹੀਂ। ਗੱਲ ਇਹ ਨਹੀਂ ਹੈ, ਗੱਲ ਸਮਝਣ ਵਾਲੀ ਹੈ। ਜੇ ਸਾਡੀ ਜ਼ਿੰਦਗੀ ਵਿੱਚ ਸਚਾਈ ਨਹੀਂ ਰਿਸ਼ਤਿਆਂ ਵਿੱਚ, ਤਾਂ ਫਿਰ ਰਿਸ਼ਤੇ ਕੋਈ ਕਿਸੇ ਦੇ ਨਹੀਂ, ਫਿਰ ਇੱਕ ਧੋਖਾ ਹੀ ਹੈ ਨਾ। ਕਿੰਨੇ ਸਾਰੇ ਲੋਕ ਨੇ ਜੋ ਕਿਸੇ ਦੇ ਨਾਲ ਮਿੱਤਰਤਾ ਪਾਉਂਦੇ ਨੇ ਔਰ ਵਪਾਰ ਇਕੱਠਾ ਕਰਦੇ ਨੇ, ਤੇ ਫਿਰ ਬਾਅਦ ਦੇ ਵਿੱਚ ਕਿੰਨੇ ਲੋਕਾਂ ਤੋਂ ਸੁਣਨ ਤੋਂ ਮਿਲਦਾ ਹੈ ਕਿ ਅਸੀਂ ਯਾਰ ਵਪਾਰ ਇਕੱਠਾ ਕੀਤਾ ਸੀ, ਪਰ ਫਲਾਂ ਬੰਦੇ ਤੋਂ ਮੈਨੂੰ ਉਮੀਦ ਨਹੀਂ ਸੀ, ਧੋਖਾ ਦੇ ਗਿਆ, ਸਾਰੀ ਪ੍ਰਾਪਰਟੀ ਹੀ ਖਾ ਗਿਆ। ਕਈ ਵਾਰ ਅਸੀਂ ਦੇਖਦੇ ਹਾਂ ਕਿਸੇ ਦੇ ਘਰ ਬਹੁਤ ਕਿਸੇ ਦਾ ਆਉਣਾ ਜਾਣਾ ਹੁੰਦਾ ਹੈ, ਤੇ ਉਹ ਫਿਰ ਉਹਨਾਂ ਦੇ ਕਿਸੇ ਔਰਤ ਦੇ ਨਾਲ ਹੀ ਆਪਣਾ ਸੰਬੰਧ ਬਣਾਉਣ ਦੀ ਟਰਾਈ ਕਰਦਾ ਹੈ, ਜਾਂ ਖੋਟ ਕਮਾਉਂਦਾ ਹੈ, ਜਾਂ ਹੋਰ ਕੋਈ ਧੋਖਾ ਦੇ ਜਾਂਦਾ ਹੈ। ਤਾਂ ਜੇ ਸ਼ੁਭ ਗੁਣ ਨਹੀਂ ਹਨ, ਤਾਂ ਫਿਰ ਰਿਸ਼ਤੇ ਨਾਤੇ ਵੀ ਕਿਸੇ ਦੇ ਨਹੀਂ ਨਾ ਰਹਿ ਜਾਂਦੇ। ਜੇ ਇਨਸਾਨੀਅਤ ਨਹੀਂ ਅੰਦਰ, ਆਚਰਨ ਉੱਚਾ ਨਹੀਂ, ਤਾਂ ਫਿਰ ਸਾਡੇ ਰਿਸ਼ਤੇ ਨਾਤੇ ਵੀ ਇਹ ਝੂਠ ਹੈ, ਇੱਕ ਵਿਖਾਵਾ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਮੈਂ ਇਹ ਸਭ ਦੁਨੀਆ ਨੂੰ ਚੰਗੀ ਤਰ੍ਹਾਂ ਪਰਖ ਕੇ ਦੇਖ ਲਿਆ ਹੈ। ਚਾਹੇ ਕੋਈ ਵਰਤਨ ਰਾਤੇ ਰੱਖਣ ਵਾਲੇ ਨੇ, ਤੀਰਥਾਂ ਤੇ ਇਸ਼ਨਾਨ ਕਰਨ ਵਾਲੇ ਨੇ, ਰਾਤਾਂ ਜਗਾਉਣ ਵਾਲੇ ਨੇ, ਜਾਂ ਵਰਤ ਰੱਖਣ ਵਾਲੇ ਨੇ ਉਹੀ ਆਦਿਕ ਦੇ, ਜਾਂ ਰਾਜ ਮਹੱਲਾਂ ਦੇ ਅੰਦਰ ਵੱਡੇ ਵੱਡੇ ਆਨੰਦ ਲੈਣ ਵਾਲੇ ਨੇ, ਪਰ ਜੇ ਅੰਦਰ ਸੱਚਾਈ ਨਹੀਂ, ਤਾਂ ਕੋਈ ਕਿਸੇ ਦਾ ਸੱਚਾ ਸਾਥੀ ਨਹੀਂ ਜੇ, ਕੋਈ ਕਿਸੇ ਦਾ ਆਤਮਿਕ ਜੀਵਨ ਵਿੱਚ ਸਾਥੀ ਨਹੀਂ ਹੈ। ਤਾਂ ਇਸ ਲਈ ਦੇਖੋ ਸਾਨੂੰ ਕਿੰਨਾ ਮਹਾਨ ਰਾਸਤਾ ਦਿੱਤਾ ਜਾ ਰਿਹਾ ਹੈ ਕਿ ਜੇ ਅਸੀਂ ਸ਼ੁਭ ਗੁਣਾਂ ਦੇ ਧਾਰਨੀ ਹੁੰਦੇ ਹਾਂ,
ਤਾਂ ਫਿਰ ਸਾਡੇ ਇਹ ਰਿਸ਼ਤੇ ਨਾਤੇ ਵੀ ਪਾਵਨ ਔਰ ਪਵਿੱਤਰ ਹੋ ਜਾਣਗੇ, ਇਹਨਾਂ ਦੀ ਵੀ ਮਹਾਨਤਾ ਹੋ ਜਾਏਗੀ। ਇਹਨਾਂ ਰਿਸ਼ਤਿਆਂ ਦੇ ਅੰਦਰੋਂ ਵੀ ਸਾਡੀ ਜ਼ਿੰਦਗੀ ਦੇ ਅੰਦਰ ਸੁਖ ਸ਼ਾਂਤੀ ਔਰ ਖੇੜਾ ਪ੍ਰਸੰਨਤਾ ਪੈਦਾ ਹੋਏਗੀ। ਤੇ ਜੇ ਸ਼ੁਭ ਗੁਣ ਨਾ ਹੋਏ, ਸੱਚਾਈ ਨਾ ਹੋਈ, ਉੱਚਾ ਆਚਰਣ ਨਾ ਹੋਇਆ, ਤਾਂ ਇਹ ਰਿਸ਼ਤੇ ਨਾਤੇ ਵੀ ਬੇਕਾਰ ਔਰ ਵਿਅਰਥ ਹੋ ਜਾਣਗੇ। ਇਹਨਾਂ ਚੋਂ ਵੀ ਸੁਖ ਪੈਦਾ ਨਹੀਂ ਹੋਏਗਾ। ਇਹ ਵੀ ਆਤਮਿਕ ਜੀਵਨ ਵਿੱਚ ਸਾਥੀ ਨਹੀਂ ਬਣਨਗੇ। ਮਾਰਗ ਮੋਤੀ ਬੀਥਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ, ਜਗਤ ਉਲੰਘੇ ਜਾਏ। ਮਾਰਗ ਦਾ ਮਤਲਬ ਰਾਸਤੇ ਵਿੱਚ। ਜੇ ਮਾਰਗ ਦੇ ਗੱਗੇ ਥੱਲੇ ਔਂਕੜ ਹੁੰਦਾ ਨਾ, ਇਹਦਾ ਅਰਥ ਬਣ ਜਾਣਾ ਸੀ ਇੱਕ ਰਾਸਤਾ। ਪਰ ਇੱਥੇ ਮਾਰਗ ਦੇ ਗੱਗੇ ਨਾਲ ਸਿਹਾਰੀ ਲੱਗੀ ਹੈ, ਜਿਸ ਦਾ ਮਤਲਬ ਮਾਰਗ ਵਿੱਚ, ਰਾਸਤੇ ਵਿੱਚ। ਬੀਥਰੇ ਦਾ ਮਤਲਬ ਖਿਲਰੇ ਹੋਏ, ਮੋਤੀ ਦਾ ਮਤਲਬ ਮੋਤੀ, ਕੀਮਤੀ ਪਦਾਰਥ। ਅੰਧਾ ਨਿਕਸਿਓ ਆਏ, ਨਿਕਸਿਓ ਆਏ ਦਾ ਮਤਲਬ ਸਬੱਬ ਦੇ ਨਾਲ ਕੋਈ ਅੰਨਾ ਬੰਦਾ ਆ ਜਾਏ। ਹੀਰੇ ਮੋਤੀ ਖਿਲ ਰਹੇ ਹੋਣ, ਜਵਾਹਰਾਤ ਖਿਲ ਰਹੇ ਹੋਣ, ਔਰ ਉਧਰੋਂ ਕੋਈ ਅੰਨਾ ਬੰਦਾ ਲੰਘੇ, ਤਾਂ ਉਹਦੇ ਵਾਸਤੇ ਤਾਂ ਹੀਰੇ ਮੋਤੀ ਨਾ ਦੇ ਬਰਾਬਰ ਨੇ, ਉਹਨੇ ਉੱਤੋਂ ਲੰਘ ਜਾਣਾ। ਉਹਨੂੰ ਪਤਾ ਹੀ ਨਹੀਂ ਹੈ, ਦੇਸੀ ਨਹੀਂ ਰਿਹਾ ਨਾ। ਹੁਣ ਕਬੀਰ ਜੀ ਕਹਿੰਦੇ ਨੇ, ਜਿਵੇਂ ਹੀਰੇ ਮੋਤੀ ਖਿਲ ਰਹੇ ਹੋਣ ਤੇ ਉਹਨਾਂ ਰਾਹਾਂ ਦੇ ਵਿੱਚੋਂ ਕੋਈ ਅੰਨਾ ਬੰਦਾ ਲੰਘੇ, ਤਾਂ ਉਹਦੇ ਵਾਸਤੇ ਹੀਰੇ ਮੋਤੀਆਂ ਦੀ ਕੋਈ ਵੈਲਿਊ ਨਹੀਂ, ਕਿਉਂਕਿ ਉਹਨੂੰ ਦੇਸੀ ਨਹੀਂ ਰਿਹਾ। ਇਸੇ ਤਰ੍ਹਾਂ ਅਗਲੀ ਪੰਕਤੀ ਵਿੱਚ ਕਹਿੰਦੇ ਨੇ, ਜੋਤ ਬਿਨਾ ਜਗਦੀਸ਼ ਕੀ। ਜੋਤ ਦਾ ਮਤਲਬ ਚਾਨਣ, ਗਿਆਨ। ਉਹ ਗਿਆਨ ਜਿਸ ਰਾਹੀਂ ਸਾਨੂੰ ਸਾਰਿਆਂ ਦੇ ਵਿੱਚ ਰੱਬ ਦਿਸਣਾ ਹੈ। ਐਸਾ ਨੌਲੇਜ, ਐਸਾ ਗਿਆਨ, ਐਸੀ ਸੋਚ, ਜਿਹੜੀ ਸੋਚ ਰਾਹੀਂ ਮੈਂ ਤੁਹਾਡੇ ਵਿੱਚ, ਤੁਸੀਂ ਮੇਰੇ ਵਿੱਚ ਰੱਬ ਵੇਖਣਾ। ਜਗਤ ਉਲੰਘੇ ਜਾਏ ਦਾ ਮਤਲਬ ਲੰਘਦਾ ਜਾ ਰਿਹਾ ਹੈ, ਟੱਪਦਾ ਜਾ ਰਿਹਾ ਹੈ, ਲਤਾੜਦਾ ਤੁਰਿਆ ਜਾ ਰਿਹਾ ਹੈ, ਔਰ ਇਹਨੂੰ ਵੀ ਕੁਝ ਪਤਾ ਨਹੀਂ ਲੱਗ ਰਿਹਾ। ਹੁਣ ਇਹ ਚੀਜ਼ ਨੂੰ ਆਪਾਂ ਸਮਝਣਾ ਹੈ। ਕਹਿੰਦੇ ਨੇ, ਇੱਕ ਕਹਾਣੀ ਹੈ ਕਿ ਕੋਈ ਬੰਦਾ ਤੁਰਿਆ ਜਾ ਰਿਹਾ ਸੀ ਤੇ ਰਾਸਤੇ ਦੇ ਵਿੱਚ ਕੋਈ ਸੋਨੇ ਦੀਆਂ ਮੋਹਰਾਂ ਪਈਆਂ ਸੀ। ਤੇ ਜਦੋਂ ਨੇੜੇ ਪਹੁੰਚਿਆ ਨਾ, ਤੇ ਉਹਦੇ ਮਨ ਵਿੱਚ ਆਇਆ, ਯਾਰ ਮੈਂ ਵੇਖ ਦਵਾਂ ਅੰਨੇ ਬੰਦੇ ਕਿਵੇਂ ਤੁਰਦੇ ਨੇ ਭਲਾ। ਤੇ ਉਹਨੇ ਅੱਖਾਂ ਮੀਟ ਲਈਆਂ ਤੇ ਅੰਨੇ ਦੀ ਤਰ੍ਹਾਂ ਤੁਰਦਾ ਹੋਇਆ ਉਹਨਾਂ ਸੋਨੇ ਦੀਆਂ ਮੋਹਰਾਂ ਤੋਂ ਲੰਘ ਗਿਆ, ਤੇ ਉਹ ਉਹਦੇ ਕੰਮ ਨਹੀਂ ਆਈਆਂ। ਜਾਂ ਡਾਇਰੈਕਟ ਜੋ ਅੰਧਾ ਬੰਦਾ ਹੈ, ਜਿਵੇਂ ਭਗਤ ਕਬੀਰ ਜੀ ਕਹਿ ਰਹੇ ਨੇ, ਜੇ ਸੋਨੇ ਦੀਆਂ ਮੋਹਰਾਂ ਵੀ ਖਿਲ ਰਹੀਆਂ ਹੋਣ, ਹੀਰੇ ਮੋਤੀ ਖਿਲ ਰਹੇ ਹੋਣ, ਤੇ ਜੇ ਕੋਈ ਅੰਨਾ ਬੰਦਾ ਉੱਥੋਂ ਆਏ ਤੇ ਉਹਨਾਂ ਨੂੰ ਲਤਾੜ ਕੇ ਲੰਘ ਜਾਏਗਾ, ਕਿਉਂਕਿ ਉਹਨੂੰ ਦਿਸ ਨਹੀਂ ਰਿਹਾ, ਉਹਨੂੰ ਪਤਾ ਹੀ ਨਹੀਂ। ਇਸੇ ਤਰ੍ਹਾਂ ਜਿਸ ਦੇ ਕੋਲ ਗਿਆਨ ਨਹੀਂ, ਪਰਖ ਨਹੀਂ, ਉਹ ਬੰਦਾ ਇਸ ਸੰਸਾਰ ਦੇ ਅੰਦਰ ਹੀਰੇ ਮੋਤੀਆਂ ਨੂੰ ਲਤਾੜ ਕੇ ਲੰਘ ਰਿਹਾ ਹੈ, ਪਰ ਉਹਨਾਂ ਨੂੰ ਚੁੱਕ ਨਹੀਂ ਰਿਹਾ। ਕਿਹੜੇ ਨੇ ਉਹ ਹੀਰੇ ਮੋਤੀ? ਭਗਤ ਕਬੀਰ ਜੀ ਨੇ ਹੋਰ ਥਾਂ ਤੇ ਕਿਹਾ ਹੈ ਨਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਹੀਰੇ ਕਿਹੜੇ ਨੇ? ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪ੍ਰੇਮ, ਇਹ ਹੀਰੇ ਨੇ। ਤੇ ਆਮ ਜਿਹੜਾ ਬੰਦਾ ਹੈ, ਅਗਿਆਨ ਕਰਕੇ ਅੰਨਾ ਹੈ, ਅਗਿਆਨ ਕਰਕੇ ਅੰਨਾ, ਬੇਖਬਰ, ਤੇ ਇਹਨਾਂ ਸ਼ੁਭ ਗੁਣਾਂ ਨੂੰ ਲਤਾੜ ਕੇ ਲੰਘ ਰਿਹਾ ਹੈ, ਇਹਨਾਂ ਨੂੰ ਯੂਜ ਨਹੀਂ ਕਰ ਰਿਹਾ। ਇਹ ਬਹੁਤ ਅਮੀਰ ਹੋ ਸਕਦਾ ਹੈ, ਸੁਖੀ ਹੋ ਸਕਦਾ ਹੈ, ਮਹਾਨ ਇਨਸਾਨ ਹੋ ਸਕਦਾ ਹੈ। ਕੱਲਾ ਕੱਲਾ ਗੁਣ ਇਹਦੀ ਜ਼ਿੰਦਗੀ ਨੂੰ ਬਦਲ ਸਕਦਾ ਹੈ। ਇੱਕ ਹੀਰਾ ਹੀ ਮਿਲ ਜਾਏ ਤੇ ਬੰਦੇ ਦੀ ਗਰੀਬੀ ਕੱਟੀ ਜਾਂਦੀ ਹੈ ਨਾ। ਤੇ ਏਡੇ ਵੱਡੇ ਗੁਣ, ਸੱਚਾਈ, ਦਇਆ, ਪ੍ਰੇਮ, ਮੁਹੱਬਤ ਸਾਡੇ ਅੰਦਰ ਪਏ ਨੇ, ਹਰ ਇੱਕ ਦੇ ਅੰਦਰ ਨੇ। ਆਪਾਂ ਗੱਲ ਰੋਜ਼ ਕਰ ਰਹੇ ਹਾਂ, ਹਰ ਇੱਕ ਦੇ ਅੰਦਰ ਨੇ, ਮੇਰੇ ਵਿੱਚ ਵੀ, ਤੁਹਾਡੇ ਵਿੱਚ ਵੀ। ਪਰ ਬੰਦਾ ਇਹਨਾਂ ਨੂੰ ਅੱਖਾਂ ਬੰਦ ਕਰਕੇ ਲੰਘੀ ਤੁਰਿਆ ਜਾ ਰਿਹਾ ਹੈ। ਈਰਖਾ ਨੂੰ ਚੁੱਕ ਲੈਂਦਾ ਹੈ, ਕ੍ਰੋਧ ਨੂੰ ਇਹ ਵਰਤ ਲੈਂਦਾ ਹੈ, ਕਾਮ ਨੂੰ ਵਰਤ ਲੈਂਦਾ ਹੈ, ਲੋਭ ਨੂੰ ਵਰਤ ਲੈਂਦਾ ਹੈ, ਸੰਤੋਖ ਨੂੰ ਨਹੀਂ ਵਰਤਦਾ, ਸਚਾਈ ਤੋਂ ਟੱਪ ਜਾਂਦਾ ਹੈ ਅੱਖਾਂ ਬੰਦ ਕਰਕੇ, ਪ੍ਰੇਮ ਤੋਂ ਟੱਪ ਜਾਂਦਾ ਅੱਖਾਂ ਬੰਦ ਕਰਕੇ, ਇਨਸਾਨੀਅਤ ਤੋਂ ਅੱਖਾਂ ਮੀਟ ਲੈਂਦਾ ਹੈ, ਅੱਖਾਂ ਮੀਟੀਆਂ ਹੋਈਆਂ ਨੇ। ਤੇ ਸਾਰਾ ਜਗਤ ਹੀ ਗਿਆਨ ਤੋਂ ਵਿਹੂਣਾ ਹੋਣ ਕਰਕੇ, ਸੂਝ ਤੋਂ ਸਖਣਾ ਹੋਣ ਕਰਕੇ, ਇੱਕ ਅੰਨੇ ਬੰਦੇ ਦੀ ਤਰ੍ਹਾਂ ਇਹਨਾਂ ਸ਼ੁਭ ਗੁਣਾਂ ਨੂੰ ਲਤਾੜਦਾ ਫਿਰਦਾ ਹੈ ਔਰ ਆਪਣੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ।
ਤਾਂ ਕਬੀਰ ਜੀ ਸਾਨੂੰ ਇੱਥੇ ਸਮਝਾ ਰਹੇ ਨੇ, ਭਲਿਓ ਬੇਖਬਰ ਨਾ ਹੋਵੋ, ਸੁਚੇਤ ਹੋਵੋ, ਆਪਣੀਆਂ ਅੱਖਾਂ ਖੋਲੋ। ਤੁਹਾਡੇ ਇਸ ਜੀਵਨ ਸਫਰ ਦੇ ਅੰਦਰ ਬਹੁਤ ਹੀਰੇ ਔਰ ਮੋਤੀ ਖਿਲ ਰਹੇ ਹੋਏ ਨੇ, ਚਾਰ ਚੁਫੇਰੇ ਖਿਲ ਰਹੇ ਹੋਏ ਨੇ, ਜਗਤ ਦੇ ਹਰ ਥਾਂ ਤੇ ਖਿਲ ਰਹੇ ਹੋਏ ਨੇ। ਤੁਸੀਂ ਇੰਡੀਆ, ਪਾਕਿਸਤਾਨ, ਅਮਰੀਕਾ, ਕੈਨੇਡਾ, ਇੰਗਲੈਂਡ ਕਿਤੇ ਵੀ ਚਲੇ ਜਾਓ, ਹਰ ਥਾਂ ਦੇ ਉੱਤੇ ਗੁਣ ਮੌਜੂਦ ਨੇ, ਹਰ ਥਾਂ ਦੇ ਉੱਤੇ ਸੁੱਖ ਮੌਜੂਦ ਨੇ, ਹਰ ਥਾਂ ਤੇ ਇਨਸਾਨੀਅਤ ਮੌਜੂਦ ਹੈ। ਸੁਚੇਤ ਹੋਵੋ, ਇਹਨਾਂ ਗੁਣਾਂ ਦੀ ਵਰਤੋਂ ਕਰੋ। ਐਵੇਂ ਹੀ ਅਗਿਆਨਤਾਵਸ ਬੇਖਬਰ ਹੋ ਕੇ ਇਹਨਾਂ ਗੁਣਾਂ ਦੀ ਸਾਰ ਨੂੰ ਭੁਲਾਓ ਨਾ, ਇਹਨਾਂ ਦੀ ਸਾਰ ਨੂੰ ਜਾਣੋ, ਇਹਨਾਂ ਦੀ ਸਾਰ ਨੂੰ ਸਮਝੋ। ਤੁਹਾਡਾ ਜੀਵਨ ਬਹੁਤ ਕੀਮਤੀ ਹੋ ਸਕਦਾ ਹੈ, ਸਿਰਫ ਇਹਨਾਂ ਗੁਣਾਂ ਦੀ ਵਰਤੋਂ ਕਰਨੀ ਹੈ। ਤਾਂ ਗੁਰੂ ਪਾਤਸ਼ਾਹ ਜੀ ਮਿਹਰ ਕਰਨ, ਅਸੀਂ ਜਾਣ ਬੁੱਝ ਕੇ ਮਚਲੇ ਨਾ ਬਣੀਏ, ਅਸੀਂ ਆਪਣੀਆਂ ਅੱਖਾਂ ਖੋਲ੍ਹੀਏ। ਜਦੋਂ ਸਾਡੇ ਸਾਹਮਣੇ ਝੂਠ ਔਰ ਸੱਚ ਦੋ ਚੀਜ਼ਾਂ ਹੋਣ ਤਾਂ ਅਸੀਂ ਸੱਚ ਨੂੰ ਅਪਣਾਈਏ। ਦਇਆ ਔਰ ਕੁਦਇਆ ਦੋ ਚੀਜ਼ਾਂ ਹੋਣ ਤੇ ਅਸੀਂ ਦਇਆ ਨੂੰ ਚੁਣੀਏ। ਹਰ ਥਾਂ ਤੇ ਖਿਲਰੀ ਪਈ ਹੈ। ਜਿੱਥੇ ਵੀ ਮਿਹਨਤ ਕਰੋਗੇ, ਜਿੱਥੇ ਵੀ ਇਹਨਾਂ ਗੁਣਾਂ ਦੀ ਵਰਤੋਂ ਕਰੋਗੇ, ਉੱਥੇ ਹੀ ਇਹ ਜ਼ਿੰਦਗੀ ਨੂੰ ਸੁਖੀ ਔਰ ਸ਼ਾਂਤ ਕਰ ਦੇਣਗੇ। ਤੇ ਹਰ ਇਨਸਾਨ ਵਾਸਤੇ ਰਾਸਤਾ ਖੁੱਲਿਆ ਹੈ ਕਿ ਇਹਨਾਂ ਸ਼ੁਭ ਗੁਣਾਂ ਨੂੰ ਤੁਸੀਂ ਬਟੋਰ ਸਕਦੇ ਹੋ, ਜਿੰਨਾ ਮਰਜ਼ੀ ਬਟੋਰ ਲਓ। ਰਾਮ ਨਾਮ ਕੀ ਲੂਟ ਹੈ, ਲੁੱਟ ਪਈ ਹੋਈ ਹੈ, ਜਿੰਨੇ ਮਰਜ਼ੀ ਲੁੱਟ ਲਓ ਸ਼ੁਭ ਗੁਣ, ਕੋਈ ਕਿਸੇ ਨੂੰ ਨਹੀਂ ਵਰਦ ਰਿਹਾ। ਅਨੰਤ ਗੁਣ ਖਿਲ ਰਹੇ ਹੋਏ ਨੇ ਤੁਹਾਡੀ ਜ਼ਿੰਦਗੀ ਅੰਦਰ, ਅਨੰਤ ਗੁਣਾਂ ਦਾ ਖਜ਼ਾਨਾ ਭਰਿਆ ਹੈ ਤੁਹਾਡੇ ਹਰ ਇੱਕ ਦੇ ਅੰਦਰ। ਇਹਨਾਂ ਨੂੰ ਵਰਤੋ। ਸਿਰਫ ਗਿਆਨ ਵਿਹੂਣਾ ਮਨੁੱਖ ਇਹਨਾਂ ਗੁਣਾਂ ਦੇ ਉੱਤੇ ਤੁਰਿਆ ਫਿਰਦਾ ਹੈ, ਪਰ ਉਹਨਾਂ ਨੂੰ ਯੂਜ਼ ਨਹੀਂ ਕਰ ਰਿਹਾ। ਗੁਰੂ ਜੀ ਰਹਿਮਤ ਕਰਨ, ਅਸੀਂ ਆਪਣੀ ਮੱਤ ਦੀ ਵਰਤੋਂ ਕਰੀਏ, ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਵੀਏ, ਸਹੀ ਫੈਸਲੇ ਲਵੀਏ, ਗੁਣਾਂ ਵਾਲੀ ਜ਼ਿੰਦਗੀ ਜੀਵੀਏ, ਜਿਸ ਕਰਕੇ ਸਾਡਾ ਆਪਣਾ ਜੀਵਨ ਵੀ, ਪਰਿਵਾਰਕ ਜੀਵਨ ਵੀ ਔਰ ਸਮਾਜਿਕ ਜੀਵਨ ਵੀ ਸੁਖੀ ਔਰ ਸ਼ਾਂਤ ਹੋ ਸਕੇ। ਤਾਂ ਅੱਜ ਦੀ ਜੋ ਵਿਚਾਰ ਹੈ ਉਹ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਦੇ ਅੰਦਰ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਆਪਣਾ ਸਵਾਲ ਪੁੱਛ ਸਕਦਾ ਹੈ, ਤੇ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਉਹ ਆਪਣੇ ਵਿਊਜ਼ ਦੇ ਸਕਦਾ ਹੈ। ਵੀਰ ਤਰਲੋਚਨ ਸਿੰਘ ਜੀ ਅਨਮਿਊਟ ਹੋ ਗਏ ਨੇ, ਜਿਨ੍ਹਾਂ ਨੇ ਵੀ ਕੋਈ ਸਵਾਲ ਪੁੱਛਣਾ ਹੈ ਜਾਂ ਵਿਊਜ਼ ਆਪਣੇ ਦੇਣੇ ਨੇ ਉਹ ਅਨਮਿਊਟ ਹੋ ਜਾਓ। ਤੇ ਫੇਸਬੁੱਕ ਤੇ ਜੋ ਮੇਰੇ ਵੀਰ ਔਰ ਭੈਣਾਂ ਸਰਵਣ ਕਰ ਰਹੇ ਨੇ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਜਿੱਦਾਂ ਆਪ ਜੀ ਨੂੰ ਸੁਣ ਹੀ ਲਿਆ ਜੀ, ਤੇ ਅੱਜ ਦੀ ਕਥਾ ਜਿਹੜੀ ਆ ਸਾਰਿਆਂ ਨੇ ਸਰਵਣ ਕੀਤੀ ਹੈ, ਤੇ ਉਹਦੇ ਵਿੱਚੋਂ ਜਿਹੜਾ ਵੀ ਕੋਈ ਸਵਾਲ ਜਵਾਬ ਹੈਗਾ ਤੁਸੀਂ ਕਰਨਾ ਤਾਂ ਬਿਲਕੁਲ ਤੁਸੀਂ ਹੋ ਜਾਓ। ਤੇ ਸਾਡੇ ਨਾਲ ਜਗਜੀਤ ਕੌਰ ਜੀ ਅਨਮਿਊਟ ਹੋਏ ਜੀ ਸਭ ਤੋਂ ਪਹਿਲਾਂ, ਤੇ ਬਾਕੀਆਂ ਨੂੰ ਵੀ ਬੇਨਤੀ ਹੈ ਜਿਹਨੇ ਵੀ ਕੋਈ ਆਪਣੇ ਮਸ਼ਵਰਾ ਦੇਣਾ ਹੋਵੇ, ਰਾਏ ਦੇਣੀ ਆ, ਉਹ ਅਨਮਿਊਟ ਹੋ ਜਾਓ। ਹਾਂਜੀ ਜਗਜੀਤ ਕੌਰ ਜੀ। ਹਾਂਜੀ ਭਾਈ ਸਾਹਿਬ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਬਈ ਸਾਡੇ 'ਚ ਜਿਹੜੀਆਂ ਇਨਸਾਨੀਅਤ ਖਤਮ ਹੁੰਦੀ ਹੈ ਤੇ ਪਸ਼ੂ ਬਿਰਤੀਆਂ ਕਰਕੇ ਹੁੰਦੀ ਹੈ। ਪਸ਼ੂ ਬਿਰਤੀਆਂ ਆਉਂਦੀਆਂ ਤੇ ਸਾਡੀ ਇਨਸਾਨੀਅਤ ਖਤਮ ਹੁੰਦੀ ਹੈ। ਤੇ ਉਹ ਡਿਪੈਂਡ ਕਰਦਾ, ਅਗਰ ਅਸੀਂ ਬੱਚਿਆਂ ਦੇ ਕਰਕੇ ਹੈਗੇ ਹਾਂ ਤੇ ਸਾਨੂੰ ਫਿਰ ਸੂਅਰ ਦੀ ਜੂਨ ਮਿਲਦੀ ਹੈ, ਅਗਰ ਪੈਸੇ ਕਰਕੇ ਅਸੀਂ ਲੋਭੀ ਹਾਂ ਤੇ ਸਾਨੂੰ ਫਿਰ ਸੱਪਾਂ ਦੀ ਜੂਨ ਮਿਲਦੀ ਹੈ। ਤੇ ਹੁਣ ਜਦੋਂ ਅਸੀਂ ਦੁਨੀਆ 'ਚ ਨਜ਼ਰ ਮਾਰਦੇ ਹਾਂ ਸਾਨੂੰ ਬਥੇਰੇ ਹੋਰ ਨਜ਼ਰ ਆ ਰਹੇ ਨੇ, ਕੋਈ ਕੁੱਤਾ ਹੈ, ਕੋਈ ਸੂਅਰ ਹੈ, ਕਿਧਰੇ ਸੱਪ ਹੈ, ਕਿਧਰੇ, ਤੇ ਉਹ ਫਿਰ ਕਿਸ ਤਰ੍ਹਾਂ ਕਿਸਨਾ ਕਰਮਾ ਕਰਕੇ ਉਸ ਜਨਮ ਵਿੱਚ ਆਏ ਨੇ? ਉਹ ਤਾਂ ਭੈਣ ਜੀ ਇੱਕ ਦੇਖੋ ਸੰਸਾਰ ਦੀ ਬਣਤਰ ਹੈ, ਇੱਥੇ ਅਨੰਤ ਜੀਵ ਜੰਤੂ ਨੇ। ਹਾਂਜੀ। ਤੇ ਇਹ ਜਦੋਂ ਅਸੀਂ ਡਾਰਵਿਨ ਦੀ ਥਿਊਰੀ ਪੜ੍ਹਦੇ ਹਾਂ ਜਾਂ ਸੰਸਾਰ ਰਚਨਾ ਵੱਲ ਅਸੀਂ ਝਾਤ ਮਾਰਦੇ ਹਾਂ ਕਿ ਇੱਥੇ ਬਹੁਤ ਸਮਾਂ ਪਹਿਲਾਂ ਜਿਵੇਂ ਅੱਗ ਸੀ ਤੇ ਉਸ ਤੋਂ ਬਾਅਦ ਮਤਲਬ ਬਹੁਤ ਸਮਾਂ ਬਰਸਾਤ ਹੁੰਦੀ ਰਹੀ, ਬਰਫ਼ ਵੀ ਉਗਰਿਆ ਔਰ ਪਾਣੀ ਦੇ ਵਿੱਚ ਇੱਕ ਸੈੱਲ ਵਾਲੇ ਜੀਵ ਜਿਹੜੇ ਨੇ ਉਹ ਪੈਦਾ ਹੋਏ, ਅਮੀਬਾ ਵਗੈਰਾ। ਤੇ ਉਸ ਤੋਂ ਅੱਗੇ ਵੱਧਦੇ ਆ ਘਾਸ ਫੂਸ ਪੈਦਾ ਹੋਇਆ, ਮੱਛਰ ਪੈਦਾ ਹੋਏ, ਮੱਛੀਆਂ ਪੈਦਾ ਹੋਈਆਂ, ਮੇਂਢਕ ਪੈਦਾ ਹੋਏ, ਮਗਰਮੱਛ ਪੈਦਾ ਹੋਏ, ਤੇ ਹੌਲੇ ਹੌਲੇ ਆ ਬਾਂਦਰ ਤੇ ਵਿਕਾਸ ਕਰਦਾ ਬੰਦਾ ਬਣ ਗਿਆ। ਤਾਂ ਉਹਨਾਂ ਦਾ ਇਹਨਾਂ ਚੀਜ਼ਾਂ ਦੇ ਨਾਲ ਸੰਬੰਧ ਨਹੀਂ, ਉਹ ਤੇ ਸਿਸਟਮ ਵਿੱਚ ਇਹ ਸਾਰਾ ਕੁਝ ਪੈਦਾ ਹੋ। ਤੇ ਇਹ ਜਿਹੜੀ ਜੂਨਾਂ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਐਸੇ ਜਨਮ ਦੇ ਵਿੱਚ ਹੀ ਸੱਪ ਬਣਨ ਦਾ ਮਤਲਬ ਕਿ ਐਸੇ ਜ਼ਿੰਦਗੀ ਵਿੱਚ ਹੀ ਉਹਦੀ ਜ਼ਿੰਦਗੀ ਸੱਪ ਵਰਗੀ ਹੋਏਗੀ। ਜਿਵੇਂ ਬਾਣੀ ਵਿੱਚ ਆਉਂਦਾ ਨਾ, ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਬਲਣਾ ਦਾ ਮਤਲਬ ਬਿਲਾਣਾ ਯਾਨੀ ਬਿਤਾਣਾ, ਕਿ ਜੋ ਰੱਬੀ ਗੁਣਾਂ ਤੋਂ ਬਿਨਾਂ ਅਸੀਂ ਜ਼ਿੰਦਗੀ ਬਿਤਾਉਂਦੇ ਹਾਂ ਉਹ ਸੱਪ ਵਰਗੀ ਹੋਈ ਹੈ। ਜਿਵੇਂ ਸੱਪ ਸਾਰੀ ਜ਼ਿੰਦਗੀ ਜ਼ਹਿਰ ਇਕੱਠੀ ਕਰਦਾ ਹੈ
ਉਵੇਂ ਰੱਬੀ ਗੁਣਾ ਤੋਂ ਸਖਣਾ ਬੰਦਾ ਸਾਰੀ ਜ਼ਿੰਦਗੀ ਕੁੜੱਤਨ ਦੀ ਜ਼ਹਿਰ ਹੀ ਇਕੱਠੀ ਕਰਦਾ ਰਹਿੰਦਾ। ਤਾਂ ਉਹ ਸਿਸਟਮ ਦੇ ਅੰਦਰ ਸਾਰਾ ਜਿਹੜਾ ਨਾ ਉਹ ਚੱਲ ਰਿਹਾ ਸ੍ਰਿਸ਼ਟੀ ਦੇ ਵਿੱਚ। ਹਮ, ਸ਼ਾਇਦ ਮੈਂ ਤੁਹਾਡਾ ਉੱਤਰ ਦੇ ਸਕਿਆ ਜਾਂ ਨਹੀਂ। ਜਗਜੀਤ ਕੌਰ ਜੀ ਤੁਹਾਡਾ ਹਾਂਜੀ ਹਾਂਜੀ ਵਿਚਾਰ ਹਾਂਜੀ ਕੀ? ਹੋਰ ਤਾਂ ਨਹੀਂ ਕੋਈ? ਨਹੀਂ, ਹੋਰ ਨਹੀਂ। ਠੀਕ ਹੈ ਜੀ, ਧੰਨਵਾਦ ਜੀ। ਤੇ ਸਾਡੇ ਨਾਲ ਹੋਰ ਤਾਂ ਜੀ ਕੋਈ ਅਨਮਿਊਟ ਨਹੀਂ ਹੈਗਾ, ਇਸ ਕਰਕੇ ਆਪਾਂ ਹਾਂ ਇੱਕ ਸਕਿੰਟ ਜੀ। ਸਤਨਾਮ ਕੌਰ ਜੀ ਤੁਸੀਂ ਗੱਲ ਕਰਨੀ ਕੋਈ? ਹਾਂਜੀ ਗਿਆਨੀ ਜੀ, ਤੁਸੀਂ ਗਰੁੱਪ ਵਿੱਚ ਪਾਇਆ ਕੁਝ ਪੰਕਤੀਆਂ ਪਾਈਆਂ ਸੀ, ਉਹਨਾਂ 'ਚ ਇੱਕ ਪੰਕਤੀ ਹੈ, ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ। ਪਲੀਜ਼ ਖੁਲਾਸਾ ਕਰੋ ਜੀ। ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜਿਹੜੇ ਪਾਸ, ਇਸ ਪੰਕਤੀ ਦਾ ਖੁਲਾਸਾ ਕਰੋ ਜੀ ਪਲੀਜ਼। ਇੱਥੇ ਕਲਮ ਜਿਹੜੀ ਹੈ ਨਾ, ਅੱਛਾ ਇਹਦਾ ਅਰਥ ਮਤਲਬ ਹੈ? ਹਾਂਜੀ ਜਰਾ ਖੁਲਾਸਾ ਕਰਕੇ ਦੱਸੋ ਇੱਕ ਲਾਈਨ ਵਿੱਚ। ਓਕੇ, ਜੈਸੀ ਕਲਮ ਬੁੜੀ ਹੈ ਮਸਤਕ, ਕਲਮ ਦਾ ਮਤਲਬ ਹੈਗਾ ਸਿਸਟਮ। ਹਾਂਜੀ, ਤੇ ਜਿਹੋ ਜਿਹਾ ਸਿਸਟਮ ਚੱਲ ਰਿਹਾ ਹੈ ਉਹੋ ਜਿਹਾ ਇਸ ਜੀਵ ਨੂੰ ਫਲ ਜਿਹੜਾ ਮਿਲੇਗਾ। ਤੇ ਉਹ ਕਲਮ ਕਿਹੜੀ ਚੱਲ ਰਹੀ ਕਿ ਜੋ ਸਾਡੇ ਕਰਮ ਨੇ, ਜੋ ਅਸੀਂ ਬੋਲਦੇ ਹਾਂ, ਜੋ ਅਸੀਂ ਸੋਚਦੇ ਹਾਂ, ਉਸੇ ਤਰ੍ਹਾਂ ਦੇ ਸਾਡੇ ਅੰਦਰ ਸੰਸਕਾਰ ਪੈਦਾ ਹੋ ਜਾਂਦੇ ਨੇ ਸਿਸਟਮ ਦੇ ਅੰਦਰ, ਤੇ ਉਹ ਸਾਡੇ ਜੀਵਨ ਦਾ ਹੀ ਸਾਨੂੰ ਫਿਰ ਫਲ ਮਿਲਦਾ ਹੈ। ਜਿਵੇਂ ਆਪਾਂ ਕੱਲ ਪਰਸੋਂ ਗੱਲ ਕੀਤੀ ਸੀ ਨਾ ਕਿ ਸਾਡੀ ਜਿਹੜੀ ਕੋਈ ਵੀ ਸਾਡਾ ਇਵੈਂਟ ਹੈਗਾ, ਉਸ ਇਵੈਂਟ ਸਾਡੇ ਅੰਦਰ ਥਾਟਸ ਬਣਦੇ ਨੇ, ਬਿਲੀਫ ਸਿਸਟਮ ਹੈਗਾ, ਤੇ ਉਸ ਬਿਲੀਫ ਸਿਸਟਮ ਤੋਂ ਸਾਡੇ ਅੰਦਰ ਫਿਰ ਫੀਲਿੰਗਸ ਪੈਦਾ ਹੁੰਦੀਆਂ ਨੇ। ਤੇ ਉਹ ਫੀਲਿੰਗ ਦੋ ਤਰ੍ਹਾਂ ਦੀ, ਇੱਕ ਇਮੋਸ਼ਨਲ ਔਰ ਇੱਕ ਫਿਜ਼ੀਕਲੀ। ਤੇ ਉਹਦੇ ਤੋਂ ਫਿਰ ਅੱਗੇ ਅਸੀਂ ਕਰਮ ਕਰਦੇ ਹਾਂ, ਤੇ ਉਹ ਕਰਮ ਸਾਡੇ ਅੰਦਰ ਫਿਰ ਮਤਲਬ ਇੱਕ ਵਿਚਾਰ ਪੈਦਾ ਕਰਦੇ ਨੇ। ਇਸ ਤਰ੍ਹਾਂ ਇੱਕ ਵਿਚਾਰਾਂ ਦੀ ਲੜੀ ਚੱਲ ਜਾਂਦੀ ਤੇ ਸਿਸਟਮ ਦੇ ਅੰਦਰ ਉਹ ਸਾਡਾ ਸੁਭਾਅ ਬਣ ਜਾਂਦਾ। ਉਸ ਸਿਸਟਮ ਦੇ ਅੰਦਰ ਫਿਰ ਸਾਨੂੰ ਸੁੱਖ ਔਰ ਦੁੱਖ ਮਿਲਦੇ ਰਹਿੰਦੇ ਨੇ। ਇਸ ਦਾ ਇਹ ਮਤਲਬ ਨਹੀਂ ਕਿ ਰੱਬ ਨੇ ਜੋ ਮਸਤਕ ਵਿੱਚ ਕਲਮ ਲਿਖੀ, ਕਰਮ ਲਿਖੇ, ਉਹ ਨਹੀਂ, ਨਹੀਂ। ਉਹ ਨਹੀਂ ਹੈ। ਇੱਥੇ ਕਲਮ ਦਾ ਮਤਲਬ ਹੈਗਾ ਕਿ ਰੱਬੀ ਸਿਸਟਮ ਜਿਹੜਾ ਨਾ, ਪੂਰਾ ਲਾ ਆਫ ਨੇਚਰ ਜਿਹੜਾ, ਇਸ ਸਿਸਟਮ ਦੇ ਅੰਦਰ ਹੀ ਜੋ ਤੁਸੀਂ ਕਰੋਗੇ ਤੁਹਾਨੂੰ ਮਿਲੇਗਾ। ਇਹ ਨਹੀਂ ਕਿ ਰੱਬ ਨੇ ਤੁਹਾਡੀ ਕਿਸਮਤ ਲਿਖ ਕੇ ਭੇਜੀ ਹੈ ਵੀ ਤੁਹਾਨੂੰ ਦੁੱਖ ਮਿਲਣਾ ਹੈ ਜਾਂ ਸੁੱਖ ਮਿਲਣਾ ਹੈ ਨਾ। ਕਲਮ ਦਾ ਮਤਲਬ ਇੱਕ ਸਿਸਟਮ ਹੈਗਾ, ਉਸ ਸਿਸਟਮ ਦੇ ਅੰਦਰ ਜੋ ਤੁਸੀਂ ਕੰਮ ਕਰੋਗੇ ਮੁਤਾਬਕ ਤੁਹਾਨੂੰ ਫਲ ਮਿਲੇਗਾ। ਜਿਵੇਂ ਆਪਾਂ ਭਗਤ ਕਬੀਰ ਜੀ ਦੇ ਸ਼ਲੋਕਾਂ ਵਿੱਚ ਹੁਣੇ ਵਿਚਾਰਿਆ, ਮੰਨ ਲਓ ਅਸੀਂ ਸਤ ਸੰਤੋਖ ਦਇਆ ਧਰਮ ਦੇ ਧਾਰਨੀ ਆ ਸਾਰੇ ਕਲਾਸ ਵਾਲੇ ਵੀਰ ਭੈਣਾਂ, ਤਾਂ ਸਿਸਟਮ ਦੇ ਅੰਦਰ ਇੱਕ ਕਲਮ ਹੈ ਕਿ ਜੋ ਸੱਚ ਸੰਤੋਖ ਨੂੰ ਅਪਣਾਏਗਾ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਾਂਤੀ ਰਹੇਗੀ। ਤੇ ਜੇ ਅਸੀਂ ਸਾਰੇ ਇੱਕ ਦੂਜੇ ਦੀ ਖਿਲਾਫਤ ਕਰੀਏ, ਲੜੀਏ, ਝਗੜੀਏ, ਤਾਂ ਸਿਸਟਮ ਦੇ ਅੰਦਰ ਸਾਨੂੰ ਦੁੱਖ ਮਿਲੇਗਾ। ਇਹ ਹੈ ਸਿਸਟਮ। ਇਹਦੇ ਵਿੱਚ ਜਿਹੋ ਜਿਹੇ ਕੰਮ ਕਰੋਗੇ ਉਹ ਜਿਹਾ ਫਲ ਤੁਹਾਨੂੰ ਐਸੇ ਜ਼ਿੰਦਗੀ ਵਿੱਚ ਮਿਲੇਗਾ। ਕਰਮਾ ਕੋਈ ਕਰਮਾ ਦਾ ਹਿਸਾਬ ਕਿਤਾਬ ਨਹੀਂ ਹੈ। ਹਾਂਜੀ, ਕਰਮਾਂ ਦਾ ਲੇਖਾ ਜੋਖਾ ਨਹੀਂ ਹੈ। ਨਹੀਂ, ਲੇਖਾ ਜੋਖਾ ਇੱਥੇ ਹੀ ਹੋ ਰਿਹਾ ਨਾ, ਨਾਲ ਦੇ ਨਾਲ ਹੋ ਰਿਹਾ, ਹਰ ਟਾਈਮ ਹੋ ਰਿਹਾ। ਉਹ ਕਿਵੇਂ ਹੋ ਰਿਹਾ, ਇਹ ਚੀਜ਼ ਨੂੰ ਨਾ ਥੋੜਾ ਜਿਹਾ ਆਪਾਂ ਅੰਡਰਸਟੈਂਡ ਕਰਨਾ। ਲੇਖਾ ਜੋਖਾ ਹਰ ਵਕਤ ਹੋ ਰਿਹਾ। ਫਾਰ ਐਗਜ਼ਾਮਪਲ ਕਿ ਅਸੀਂ ਹੁਣ ਇਸ ਟਾਈਮ ਕਲਾਸ ਦੇ ਵਿੱਚ 37 ਜਣੇ, ਤੇ ਅਸੀਂ ਸਾਰੇ ਖੁਸ਼ ਹਾਂ, ਪ੍ਰਸੰਨ ਹਾਂ। ਤਾਂ ਹੁਣ ਲੇਖਾ ਜੋਖਾ ਕਿਵੇਂ ਹੋਏਗਾ? ਮੰਨ ਲਓ ਸਪੋਜ਼ ਕਿ ਮੇਰੇ ਅੰਦਰ ਕਿਸੇ ਵਾਸਤੇ ਈਰਖਾ ਪੈਦਾ ਹੋ ਜਾਂਦੀ ਹੈ, ਵੀਰ ਤਰਲੋਚਨ ਸਿੰਘ ਵਾਸਤੇ ਮੇਰੇ ਮਨ 'ਚ ਈਰਖਾ ਪੈਦਾ ਹੋ ਗਈ। ਤਾਂ ਹੁਣ ਤੁਸੀਂ ਤਾਂ 37 ਜਣੇ ਖੁਸ਼ ਬੈਠੇ ਹੋ, ਲੇਕਿਨ ਕਰਮ ਦਾ ਲੇਖਾ ਜੋਖਾ, ਸਿਸਟਮ ਜਿਹੜਾ ਧਰਮਰਾਜ ਕੁਦਰਤ ਦਾ ਬਜਵਾ ਨਿਯਮ ਹੈ, ਉਹਨੇ ਮੈਨੂੰ ਫਲ ਇਹ ਦੇ ਦਿੱਤਾ ਕਿ ਮੇਰੀ ਅੰਦਰਲੀ ਖੁਸ਼ੀ ਖਤਮ ਹੋ ਗਈ। ਹੁਣ ਮੈਂ ਅੰਦਰੇ ਅੰਦਰ ਸੜੀ ਜਾ ਰਿਹਾ, ਮੈਨੂੰ ਫਲ ਮਿਲ ਗਿਆ ਨਾ ਨਾਲ ਦੇ ਨਾਲ। ਤੇ ਜੇ ਮੈਂ ਹੁਣ ਮੰਨ ਲਓ ਮੈਂ ਕਿਸੇ ਦੇ ਨਾਲ ਈਰਖਾ ਕਰਦਾ ਇੱਥੇ ਕਲਾਸ ਵਿੱਚ ਆ ਗਿਆ, ਮੈਂ ਸੜਦਾ ਬਲਦਾ ਆਇਆ, ਪਰ ਇੱਥੇ ਆਣ ਕੇ ਮੈਂ ਗੁਰਬਾਣੀ ਦੇ ਨਾਲ ਜੁੜਿਆ, ਤੁਹਾਡੇ ਨਾਲ ਮੈਂ ਪਿਆਰ ਦੇ ਨਾਲ, ਵੀਰ ਤਰਲੋਚਨ ਸਿੰਘ ਤੁਸੀਂ ਸਾਰੇ ਨਾਲ ਪਿਆਰ ਦੇ ਨਾਲ, ਤਾਂ ਮੈਨੂੰ ਧਰਮਰਾਜ ਨੇ, ਯਾਨੀ ਜਿਹੜਾ ਕੁਦਰਤ ਦਾ ਬਜਵਾ ਨਿਯਮ ਹੈ, ਉਹਨੇ ਫਲ ਦਿੱਤਾ ਕਿ ਮੇਰੇ ਅੰਦਰ ਖੁਸ਼ੀ ਪੈਦਾ ਹੋ ਗਈ। ਕਰਮ ਦਾ ਲੇਖਾ ਹਰ ਵਕਤ ਹੋ ਰਿਹਾ। ਜੇ ਇੱਕ ਬੱਚਾ ਮਤਲਬ ਮਿਹਨਤ ਕਰ ਰਿਹਾ ਤਾਂ ਉਹਨੂੰ ਚੰਗੇ ਨੰਬਰ ਮਿਲਣਗੇ, ਜੇ ਨਹੀਂ ਕਰ ਰਿਹਾ ਤਾਂ ਨਹੀਂ ਮਿਲਣਗੇ। ਜੇ ਤੁਸੀਂ ਇਸ ਟਾਈਮ ਪੋਜ਼ਿਟਿਵ ਸੋਚ ਰਹੇ ਹੋ ਤਾਂ ਤੁਸੀਂ ਚੜ੍ਹਦੀ ਕਲਾ ਵਿੱਚ ਖੁਸ਼ ਹੋ। ਪਰ ਜੇ ਤੁਹਾਡੇ ਅੰਦਰ ਨੈਗੇਟਿਵਿਟੀ ਹੈ ਤਾਂ ਸਿਸਟਮ ਜਿਹੜਾ ਤੁਹਾਨੂੰ ਫਲ ਦੇ ਰਿਹਾ ਕਿ ਤੁਸੀਂ ਡਿਪਰੈਸ਼ਨ ਦੇ ਵਿੱਚ ਚਲੇ ਜਾਓਗੇ। ਹਰ ਵਕਤ ਹਰ ਪਲ ਹੀ ਹੋ ਰਿਹਾ, ਨਾਲ ਦੇ ਨਾਲ ਹੀ ਹੋਈ ਜਾ ਰਿਹਾ। ਤੇ ਜਿਹੜਾ ਬੱਚਾ ਪੈਦਾ ਹੁੰਦੇ, ਮਰੀਜ਼ ਪੈਦਾ ਹੋਏ, ਹੈਂਡੀਕੈਪ ਪੈਦਾ ਹੋਏ, ਉਹ ਕਿਹੜੀ ਕਿਸਮਤ ਹੋਈ? ਹਾਂਜੀ, ਇਹ ਵੀ ਸਿਸਟਮ ਵਿੱਚ ਹੈ। ਉਹ ਕਿਸਮਤ ਕਰਕੇ ਨਹੀਂ, ਉਹ ਸਿਸਟਮ ਕਰਕੇ ਹੈ। ਹਾਂਜੀ, ਸਿਸਟਮ ਹੈ ਨਾ। ਅੰਦਰ ਦੇਖੋ, ਮਾਂ ਦੇ ਗਰਭ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਹੋਈ ਤਾਂ ਉਹ ਮਤਲਬ ਇਸ ਤਰ੍ਹਾਂ ਹੋਇਆ। ਉਹ ਸਿਸਟਮ ਕਰਕੇ, ਕਿਸਮਤ ਕਰਕੇ।
थैंक यू, शुक्रिया जी। ਠੀਕ ਹੈ ਜੀ, ਤੇ ਹੁਣ ਅਸੀਂ ਧੰਨਵਾਦ। ਕਈ ਵਾਰੀ ਨਾ ਸਾਡਾ ਖਾਸ ਕਰਕੇ ਹੁੰਦਾ ਹੈ ਵੀ ਇੱਕ ਬੱਚਾ ਜਿਹੜਾ ਹੈ ਉਹ ਗਰੀਬ ਦੇ ਘਰ ਪੈਦਾ ਹੋਇਆ ਤੇ ਇੱਕ ਬੱਚਾ ਅਮੀਰ ਦੇ ਘਰ, ਉਹ ਜੰਮਦਾ ਹੀ ਅਮੀਰ ਤੇ ਉਹ ਜੰਮਦਾ ਹੀ ਗਰੀਬ ਕਿਉਂ? हाँ, ਇਹ ये भी ਕਿਸਮਤ ਨਹੀਂ ਹੈ, ਇਹ ਨਾ ਸਿਸਟਮ ਹੈ। ਦੇਖੋ ਇੱਕ मेरा यही क्वेश्चन सी अगला जो भाई साहब ने हुणे किहा कि भी ਮੰਨ ਲਓ ਦੇਖੋ, ਉਹ ਵੀ ਨਾ ਇੱਕ ਸਿਸਟਮ ਹੈ ਕਿ ਇੱਕ ਫੁੱਟਪਾਥ ਤੇ ਬੈਠਾ ਹੋਇਆ ਬੰਦਾ ਹੈ। ਮੰਨ ਲਓ ਮੈਂ ਹੁਣ ਗਰੀਬ ਆਦਮੀ ਆ, ਤਾਂ ਜਿਹੜਾ ਬੱਚਾ ਮੇਰੇ ਘਰ ਪੈਦਾ ਹੋਏਗਾ, ਸਿਸਟਮ ਹੈ ਕਿ ਉਹ ਗਰੀਬ ਹੀ ਪੈਦਾ ਹੋਏਗਾ। ਤੇ ਇੱਕ ਬੱਚਾ ਅਮੀਰ ਦੇ ਘਰ, ਮੰਨ ਲਓ ਟਾਟਾ ਦੇ ਘਰ ਬੱਚਾ ਪੈਦਾ ਹੁੰਦਾ ਹੈ, ਤਾਂ ਕੁਦਰਤੀ ਹੈ ਕਿ ਉਹ ਅਮੀਰ ਹੋਏਗਾ। ਸਿਸਟਮ ਹੈ ਨਾ ਕਿ ਉਹ ਆਪਣੇ ਪ੍ਰਾਪਰਟੀ ਆਪਣੇ ਬੱਚਿਆਂ ਨੂੰ ਹੀ ਦੇਵੇਗਾ, ਮੇਰੇ ਬੱਚਿਆਂ ਨੂੰ ਤਾਂ ਉਹਨੂੰ ਦੇਣਾ ਨਹੀਂ। ਤਾਂ ये ਇਹ फिर ਕਿਸਮਤ कर्मा का फल नहीं होया, फिर कर्म कर्मा का फल, मैनू या ਨਹੀਂ, कर्मा दा ਕਰਮਾਂ फल लगदा ये फिर ਕਰਮਾਂ कर्मा का ਦਾ फल। ਨਹੀਂ ਹੈ। कर्म ਇਹ ਮਾਂ ਪਿਓ ਦੇ ਕਰਮ ਦਾ ਫਲ ਹੈ ਕਿ ਉਹਨਾਂ ਨੇ ਪੈਦਾ ਕੀਤਾ ਹੈ। ਇਹ ਤਾਂ ਮਾਂ ਪਿਓ ਦਾ ਨਾ ਇੱਕ ਵੀ ਸਿਸਟਮ ਜਿਹੜਾ ਹੁਣ ਬੈਠਾ ਹੈ ਫੁੱਟਪਾਥ ਤੇ, ਉਹਨੂੰ ਵੀ ਤੇ ਪਤਾ ਹੈ ਨਾ ਕਿ ਜਿਹੜਾ ਮੈਂ ਬੱਚਾ ਪੈਦਾ ਕਰਾਂਗਾ ਵੀ ਜਾਇਦਾਦ ਤੇ ਮਿਲਣੀ ਨਹੀਂ, ਜਦੋਂ ਮੈਂ ਆਪ ਮੰਗ ਕੇ ਖਾ ਰਿਹਾ ਤੇ ਮੰਗ ਕੇ ਨਾ ਪੈਦਾ ਕਰੇ ਉਹ। ਮੇਰਾ ਮਤਲਬ ਹੈ ਇਹਨੇ ਬਹੁਤ ਵਧੀਆ ਇੱਕ ਗੱਲ ਕਹੀ ਆ, ਜਿਹੜਾ ਮਾਰਕਸ ਇਹਦਾ ਕੰਪਿਊਟਰ ਵਗੈਰਾ ਜਿਹੜਾ ਬਣਾਉਂਦਾ ਹੈ, ਬਿਲ ਗੇਟਸ, ਉਹਨੇ ਇੱਕ ਬਹੁਤ ਵਧੀਆ ਗੱਲ ਕਹੀ। ਉਹ ਕਹਿੰਦਾ ਵੀ ਜੇ ਤੁਸੀਂ ਗਰੀਬ ਪੈਦਾ ਹੁੰਦੇ ਹੋ, ਇਹਦੇ ਵਿੱਚ ਤੁਹਾਡੀ ਗਲਤੀ ਨਹੀਂ ਹੈ, ਪਰ ਜੇ ਤੁਸੀਂ ਗਰੀਬ ਮਰਦੇ ਹੋ ਤੇ ਤੁਹਾਡੀ ਗਲਤੀ ਹੈ। ਯਾਨੀ ਕਿਸਮਤ ਨਹੀਂ ਹੈ, ਕਿਸਮਤ ਨਾਮ ਦੀ ਕੋਈ ਸ਼ੈ ਨਹੀਂ। ਕਿਸਮਤ ਅਸੀਂ ਆਪਣੇ ਗਲਤੀਆਂ ਨੂੰ ਛਿਪਾਉਣ ਵਾਸਤੇ ਕਿਸਮਤ ਦਾ ਨਾਮ ਲੈਂਦੇ ਹਾਂ। ਜਿਵੇਂ ਹੁਣ ਮੈਂ ਆ ਤੇ ਮੈਂ ਮਕਾਨ ਵਗੈਰਾ ਨਹੀਂ ਬਣਾ ਸਕਿਆ ਤੇ ਮੈਂ ਕਹਾਂਗਾ ਮੇਰੀ ਕਿਸਮਤ ਮਾੜੀ ਸੀ, ਫਲਾਣਾ ਢਿੰਗੜਾ ਉਰਾਂ ਪਰਾਂ ਤਾਂ, ਕਿਉਂਕਿ ਮੈਂ ਆਪਣੀਆਂ ਗਲਤੀਆਂ ਬੇਵਕੂਫੀਆਂ ਨੂੰ ਛੁਪਾਉਣਾ ਚਾਹੁੰਦਾ। ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਮੈਨੂੰ ਮਨੀ ਮੈਨੇਜਮੈਂਟ ਬਾਰੇ ਨਹੀਂ ਪਤਾ, ਮੈਨੂੰ ਸਿਚੁਏਸ਼ਨ ਮੈਨੇਜਮੈਂਟ ਬਾਰੇ ਨਹੀਂ ਪਤਾ, ਪੀਪਲ ਮੈਨੇਜਮੈਂਟ ਬਾਰੇ ਮੈਂ ਨਹੀਂ ਜਾਣਦਾ, ਮੇਰੇ ਕੋਲ ਕਲਾ ਨਹੀਂ ਹੈਗੀ, ਜਾਂ ਮੈਂ ਮਤਲਬ ਮਿਹਨਤ ਨਹੀਂ ਕੀਤੀ ਸਹੀ ਢੰਗ ਦੇ ਨਾਲ। ਇਹਨਾਂ ਚੀਜ਼ਾਂ ਨੂੰ, ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਮੈਂ ਕਿਸਮਤ ਦਾ ਨਾਮ ਲਵਾਂਗਾ। ਤਾਂ ਇਸ ਦੁਨੀਆ ਵਿੱਚ ਕੁਛ ਵੀ ਕਿਸਮਤ ਕਰਕੇ ਨਹੀਂ, ਸਿਸਟਮ ਕਰਕੇ। ਦੇਖੋ ਹੁਣ ਇਹ ਦੇਸ਼ ਨੇ ਜਿਵੇਂ ਇੰਗਲੈਂਡ, ਕੈਨੇਡਾ, ਅਮਰੀਕਾ ਹੈ, ਤਾਂ ਅਮੀਰ ਗਰੀਬ ਤੇ ਇੱਥੇ ਵੀ ਹੈ ਨੇ, ਪਰ ਇਹਨਾਂ ਨੇ ਸਿਸਟਮ ਐਸਾ ਬਣਾਇਆ ਕਿ ਇੱਥੇ ਹਰ ਬੱਚਾ ਪੜ੍ਹ ਸਕਦਾ। ਹੁਣ ਇੱਥੇ ਇੰਗਲੈਂਡ ਦੇ ਵਿੱਚ ਜਿਹੜੀ ਹੈ ਐਜੂਕੇਸ਼ਨ ਫ੍ਰੀ ਹੈ, ਔਰ ਤੁਹਾਨੂੰ 18 ਸਾਲ ਦੀ ਉਮਰ ਤੱਕ ਪੜ੍ਹਨਾ ਹੀ ਪੈਣਾ ਹੈ। ਤੇ ਇੱਥੋਂ ਦੇ ਸਿਸਟਮ ਹੈ ਕਿ ਇੱਥੇ ਕੋਈ ਮਤਲਬ, ਕਿਉਂਕਿ ਸਿਸਟਮ ਸੁਧਾਰਿਆ। ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦਾ ਏਸ਼ੀਅਨ ਕੰਟਰੀ ਨੇ, ਉੱਥੇ ਸਿਸਟਮ ਕਰਕੇ ਸਾਰਾ ਗੜਬੜ। ਤੇ ਇਹਨਾਂ ਦੇਸ਼ਾਂ ਦੇ ਸਿਸਟਮ ਨੂੰ ਹੋਰ ਚੰਗਾ ਸੁਧਾਰਿਆ ਜਾ ਸਕਦਾ ਹੈ, ਜੇਕਰ ਇੱਥੇ ਮਾੜੇ ਬੰਦੇ ਨਾ ਹੋਣ ਤਾਂ ਹੋਰ ਵਧੀਆ ਹੋ ਸਕਦਾ ਹੈ। ਇਸ ਲਈ ਇਸ ਦੁਨੀਆ ਦੇ ਅੰਦਰ ਅਮੀਰੀ, ਗਰੀਬੀ ਜਾਂ ਸੁੱਖ ਔਰ ਦੁੱਖ ਕਿਸਮਤ ਕਰਕੇ ਨਹੀਂ, ਸਿਸਟਮ ਕਰਕੇ ਨੇ। ਸਾਨੂੰ ਇਹ ਸਾਰਾ ਸਿਸਟਮ ਸੁਧਾਰਨਾ ਪਵੇਗਾ। ਇਸੇ ਨੂੰ ਗੁਰਬਾਣੀ ਵਿੱਚ ਹੁਕਮ ਕਹਿੰਦੇ ਨੇ। थैंक यू जी। ਧੰਨਵਾਦ। ਠੀਕ ਹੈ ਜੀ, ਧੰਨਵਾਦ ਜੀ। ਤੇ ਸਾਡੇ ਨਾਲ ਨੀਨਾ ਜੀ, ਤੁਸੀਂ ਨੈਕਸਟ ਆ। ਉਹਦੇ ਬਾਅਦ ਚ ਇੱਕ ਦੋ ਜਣੇ ਹੋਰ ਹੈਗੇ ਜੀ, ਵੀ ਉਹਨਾਂ ਨੂੰ ਲੈਂਦੇ ਹਾਂ। ਨੀਨਾ ਜੀ। ਹਾਂਜੀ ਹਾਂਜੀ, ਮੇਰਾ ਤੇ ਜਿਹੜਾ ਸਵਾਲ ਸੀ ਨਾ, ਭਾਈ ਸਾਹਿਬ ਨੇ ਸਭ ਕਲੀਅਰ ਕਰ ਦਿੱਤਾ ਹੁਣ। ਸੋ ਇਟਸ ਆਲ ਰਾਈਟ। ਮੈਂ ਇਹ ਸੀਗਾ ਕਿ ਵੀ ਜੋ ਕੁਝ ਤੁਸੀਂ ਕਰ ਰਹੇ ਹੋ, ਉਹ ਸਾਰਾ ਕੁਝ ਇਸ ਜਨਮ ਦੇ ਵਿੱਚ ਹੀ ਉਹਦਾ ਖੁਲਾਸਾ ਹੋ ਜਾਣਾ ਹੈ, ਕਿਉਂਕਿ ਇਸ ਤੋਂ ਬਾਅਦ ਤੇ ਕੋਈ ਹੈ ਨਹੀਂ। there is no future, ਕੀ ਕਹਿੰਦੇ, ਲਾਈਫ ਆਫਟਰ ਡੈਥ ਕੁਝ ਹੈ ਨਹੀਂ। once you die, you ਮਿੱਟੀ ਦੇ ਵਿੱਚ ਮਿੱਟੀ ਮਿਲ ਜਾਂਦੀ ਹੈ। ਸੋ ਦੈਟ ਇਹ ਚੀਜ਼ ਜਿਹੜੀ ਸਮਝ ਆ ਗਈ ਹੈ ਕਿ ਕੋਈ ਸਵਰਗ ਨਰਕ ਹੈ ਨਹੀਂ। ਨਰਕ ਸਵਰਗ ਇੱਥੇ ਹੀ ਤੁਸੀਂ ਭੋਗਦੇ ਪਏ ਹੋ। ਹਾਂਜੀ, ਤੇ ਇਹ ਤੁਸੀਂ ਇੱਕ ਚੀਜ਼ ਫਿਰ ਵੀ ਨਹੀਂ ਅਜੇ ਸਮਝ ਆਈ ਮੈਨੂੰ, ਕਿ ਇੱਕ ਬੱਚਾ ਜਿਹੜਾ ਗਰੀਬ ਦੇ ਘਰ ਵਿੱਚ ਕਿਉਂ ਪੈਦਾ ਹੁੰਦਾ ਹੈ, ਤੇ ਇੱਕ ਬੱਚਾ ਅਮੀਰ ਦੇ ਘਰ ਵਿੱਚ ਕਿਉਂ ਪੈਦਾ ਹੁੰਦਾ ਹੈ, ਤੇ ਕੀ ਉਹਨੇ ਕੀਤਾ ਹੁੰਦਾ ਹੈ ਟੂ ਡਿਜ਼ਰਵ ਦਿਸ। ਇਹ ਭਾਈ ਸਾਹਿਬ ਮੈਨੂੰ ਦੱਸ ਸਕਦੇ ਹੈ? ਹਾਂਜੀ, ਉਸ ਬੱਚੇ ਨੇ ਕੁਝ ਨਹੀਂ ਕੀਤਾ ਹੁੰਦਾ। ਦੇਖੋ, ਬੱਚਾ ਤੇ ਪੈਦਾ ਤਾਂ ਸੀ ਕਿ ਰੱਬ ਨੇ ਕਿਸਮਤ ਲਿਖੀ ਹੁੰਦੀ ਵੀ ਤੂੰ ਗਰੀਬ ਦੇ ਘਰ ਵਿੱਚ ਪੈਦਾ ਹੋਣਾ ਹੈ। ਤਾਂ ਸੌਰੀ, ਜਿਹੜੀ ਮੈਂ ਵਰਡਿੰਗ ਯੂਜ਼ ਕਰਨ ਲੱਗਾ ਉਹਦੇ ਵਾਸਤੇ ਮੈਂ ਪਹਿਲਾਂ ਹੀ ਮਾਫੀ ਮੰਗ ਲਵਾਂ। ਤਾਂ ਉਹਦੇ ਮਾਂ-ਬਾਪ ਫਿਜ਼ੀਕਲੀ ਰਿਲੇਸ਼ਨ ਨਾ ਬਣਾਉਂਦੇ ਤਾਂ ਉਹ ਬੱਚਾ ਕਿਸੇ ਮਾਂ ਦੇ ਘਰ ਪੈਦਾ ਹੋ ਜਾਂਦਾ ਆਪਣੇ ਆਪ ਹੀ। ਫਿਰ ਤੇ ਹੁੰਦਾ ਵੀ ਰੱਬ ਨੇ ਕਿਸਮਤ ਲਿਖ ਕੇ ਭੇਜੀ ਸੀ ਤੇ ਇਹ ਬੱਚਾ ਤਾਂ ਪੈਦਾ ਹੋਇਆ। ਬੱਚੇ ਤੇ ਪੈਦਾ ਅਸੀਂ ਕਰ ਰਹੇ ਹਾਂ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਬੱਚਾ ਤੇ ਮਾਂ ਬਾਪ ਨੇ ਪੈਦਾ ਕੀਤਾ। ਉਹ ਬੱਚੇ ਦੀ ਗਲਤੀ ਨਹੀਂ, ਮਾਂ ਬਾਪ ਦੀ ਗਲਤੀ ਹੈ। ਸਿਸਟਮ ਹੈ ਨਾ। ਹੁਣ ਤੁਸੀਂ ਤਾਂ ਡਾਕਟਰ ਹੋ, ਤੁਸੀਂ ਤਾਂ ਇਸ ਚੀਜ਼ ਨੂੰ ਜ਼ਿਆਦਾ ਮਤਲਬ ਸਮਝੋਗੇ ਔਰ ਸਮਝਾ ਵੀ ਦੋਗੇ। ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਦੇਖੋ ਇਹ ਸਿਸਟਮ ਹੈ ਕਿ ਜਿਹੜਾ ਗਰੀਬ ਹੈ ਉਹ ਜੇ ਫਿਜ਼ੀਕਲੀ ਰਿਲੇਸ਼ਨ ਬਣਾਏਗਾ, ਬੱਚਾ ਤਾਂ ਪੈਦਾ ਹੋਏਗਾ ਤੇ ਬੱਚੇ ਨੂੰ ਫਿਰ ਉਹੀ ਸਹੂਲਤਾਂ ਮਿਲ ਪਾਣਗੀਆਂ ਜੋ ਮਾਂ ਬਾਪ ਦੇ ਕੋਲ ਨੇ।
ਇਸ ਕਰਕੇ ਕਿਸਮਤ ਦੀ ਗੱਲ ਨਹੀਂ ਹੈ, ਸਿਸਟਮ ਦੀ ਗੱਲ ਹੈ। ਉਹ ਬੱਚੇ ਨੇ ਥੋੜੀ ਕਿਹਾ ਸੀ ਮੈਨੂੰ ਪੈਦਾ ਕਰੋ, ਵੀ ਮੈਂ ਗਰੀਬ ਆ, ਮੇਰੀ ਕਿਸਮਤ ਰੱਬ ਨੇ ਲਿਖ ਕੇ ਭੇਜੀ, ਇਸ ਕਰਕੇ ਤੁਸੀਂ ਮੈਨੂੰ ਪੈਦਾ ਕਰੋ। ਪਰ ਉਹ ਬੱਚਾ ਗਰੀਬ ਦੇ ਘਰ ਕਿਉਂ ਪੈਦਾ ਹੋਇਆ, ਅਮੀਰ ਦੇ ਘਰ ਕਿਉਂ ਨਹੀਂ ਪੈਦਾ ਹੋਇਆ? ਉਹ ਭੈਣ ਦੇਖੋ, ਉਹ ਗਰੀਬ ਦੇ ਘਰ ਪੈਦਾ ਤਾਂ ਹੋਇਆ ਵੀ ਗਰੀਬ ਮਾਂ-ਬਾਪ ਨੇ ਫਿਜ਼ੀਕਲੀ ਰਿਲੇਸ਼ਨ ਬਣਾਇਆ, ਤਾਂ ਬੱਚਾ ਪੈਦਾ ਹੋਏਗਾ ਹੀ ਨਾ, ਸਿਸਟਮ ਹੈ ਨਾ। ਅੱਛਾ, ਨਹੀਂ ਸਮਝੇ? ਹਾਂਜੀ। ਦੇਖੋ, ਗਰੀਬ ਹੈ ਜਾਂ ਅਮੀਰ ਹੈ, ਪੜ੍ਹਿਆ ਹੈ ਜਾਂ ਅਨਪੜ੍ਹ ਹੈ, ਜਦੋਂ ਫਿਜ਼ੀਕਲੀ ਰਿਲੇਸ਼ਨ ਬਣਾਏਗਾ ਤੇ ਬੱਚਾ ਤੇ ਪੈਦਾ ਹੋਏਗਾ। ਹਾਂਜੀ 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 ਹਾਂਜੀ। ਹੁਣ ਬਾਂਦਰ ਜਦੋਂ ਇੱਕ ਦੂਜੇ ਨਾਲ ਫਿਜ਼ੀਕਲੀ ਰਿਲੇਸ਼ਨ ਬਣਾਉਣਗੇ ਤੇ ਬਾਂਦਰਾਂ ਦੇ ਘਰ ਬਾਂਦਰ ਨੇ ਤੇ ਪੈਦਾ ਹੋਣਾ ਹੀ ਹੈ ਨਾ, ਉਹ ਤਾਂ ਸਿਸਟਮ ਹੈ ਨਾ। ਹਾਂਜੀ ਹਾਂਜੀ। ਪਰ ਮੈਨੂੰ ਅਜੇ ਤੱਕ ਫਿਰ ਵੀ ਨਹੀਂ ਸਮਝ ਆਈ ਕਿ ਕੋਈ ਅਮੀਰ ਕਿਉਂ ਹੈ ਤੇ ਕੋਈ ਗਰੀਬ ਕਿਉਂ ਹੈ। ਅਮੀਰ ਔਰ ਗਰੀਬ ਭੈਣ ਇਸ ਦੁਨੀਆ ਦੇ ਵਿੱਚ ਸਿਸਟਮ ਕਰਕੇ ਨੇ, ਜਿਹਦੇ ਕੋਲ, ਜਿਸ ਬੰਦੇ ਦੇ ਕੋਲ ਕੋਈ ਕਲਾ ਹੈ, ਕੋਈ ਟੈਕਨੀਕ ਹੈ, ਉਹਨੇ ਉਸ ਟੈਕਨੀਕ ਨੂੰ ਅਪਣਾਇਆ ਤੇ ਉਹ ਅਮੀਰ ਹੋ ਗਿਆ। ਮੰਨ ਲਓ ਹੁਣ ਅਡਾਨੀ ਅੰਬਾਨੀ ਨੇ ਜਾਂ ਦੂਜੇ ਹੋਰ ਟਾਟਾ ਬਿਰਲਾ ਨੇ, ਇਹਨਾਂ ਦੇ ਕੋਲ ਕੋਈ ਸਕਿੱਲ ਹੈਗਾ, ਉਹਨਾਂ ਨੇ ਉਸ ਸਕਿੱਲ ਮੁਤਾਬਕ ਕੰਮ ਕੀਤਾ, ਉਹ ਅਮੀਰ ਹੋ ਗਏ। ਮੈਂ ਵੀ ਹੋ ਸਕਦਾ ਸੀ, ਪਰ ਮੇਰੇ ਕੋਲ ਸਕਿੱਲ ਨਹੀਂ ਹੈ, ਇਸ ਕਰਕੇ ਅਮੀਰ। ਹੁਣ ਤੁਸੀਂ ਦੇਖੋ, ਤੁਸੀਂ ਡਾਕਟਰ ਹੈਗੇ ਹੋ ਨਾ, ਮੈਂ ਡਾਕਟਰ ਨਹੀਂ ਹੈਗਾ, ਕਿਉਂਕਿ ਮੇਰੇ ਕੋਲ ਉਹ ਸਕਿੱਲ ਨਹੀਂ ਹੈ। ਤੁਸੀਂ ਡਾਕਟਰ ਤਾਂ ਹੈਗੇ ਹੋ ਕਿ ਤੁਸੀਂ 25-30 ਸਾਲ ਪੜ੍ਹਾਈ ਕੀਤੀ ਹੈ, ਤੁਹਾਡੇ ਕੋਲ ਸਕਿੱਲ, ਤੁਸੀਂ ਡਾਕਟਰ ਹੋ ਗਏ। ਮੇਰੇ ਕੋਲ ਸਕਿੱਲ ਨਹੀਂ ਹੈ, ਮੈਂ ਡਾਕਟਰ ਨਹੀਂ ਹਾਂ। ਇਸ ਲਈ ਜਿਹਦੇ ਕੋਲ ਕੋਈ ਸਕਿੱਲ ਹੋਏਗਾ ਉਹ ਉਹਦਾ ਫਾਇਦਾ ਉਠਾਏਗਾ, ਤੇ ਇਹ ਸਿਸਟਮ ਕਰਕੇ ਹੈ ਸਾਰਾ ਕੁਝ। ਅੱਛਾ ਜੀ, ਧੰਨਵਾਦ। ਠੀਕ ਹੈ, ਧੰਨਵਾਦ ਜੀ। ਜਗਜੀਤ ਕੌਰ ਜੀ, ਤੁਸੀਂ ਫੇਰ ਅਨਮਿਊਟ ਹੋਏ ਆ। ਹਾਂਜੀ, ਮੈਨੂੰ ਵੀ, ਮੈਂ ਨਾਟ ਸੈਟੀਸਫਾਈਡ, ਕੀ ਕਰਾਂ। ਆਈ ਐਮ ਸੌਰੀ ਭਾਈ ਸਾਹਿਬ ਜੀ, ਬਟ ਹੁਣ ਤੁਸੀਂ ਅੰਬਾਨੀ ਅਡਾਨੀ ਦਾ ਐਗਜ਼ਾਮਪਲ ਦਿੱਤਾ ਹੈ, ਇਹਨਾਂ 'ਚ ਇਨਸਾਨੀਅਤ ਨਹੀਂ ਹੈਗੀ ਮੇਰੇ ਹਿਸਾਬ ਨਾਲ, ਤੇ ਹੋਰਨਾਂ ਦੇ ਹਿਸਾਬ ਨਾਲ ਵੀ। ਇਹਨਾਂ ਨੇ ਲੋਕਾਂ ਦਾ ਖੂਨ ਚੂਸ ਕੇ ਪੈਸੇ ਬਣਾਏ ਤੇ ਇਹਨਾਂ ਦੇ ਤੇ ਹੁਣ ਫਿਰ ਇਹਦਾ ਮਤਲਬ ਇਹ ਸਭ ਪਸ਼ੂ ਬਿਰਤੀ ਹੈ ਇਹਨਾਂ 'ਚ, ਪਰ ਅਜੇ ਤੱਕ ਤੇ ਸੁਖੀ ਭੋਗਦੇ ਪਏ। ਦੇਖੋ, ਇਹ ਹੁਣ ਨਾ ਟੌਪਿਕ ਚੇਂਜ ਹੋ ਗਿਆ। ਹੁਣ ਜਿਹੜਾ ਆਪਾਂ ਹੁਣ ਟੌਪਿਕ ਹੈ ਨਾ, ਜਿਹੜਾ ਪਸ਼ੂ ਬਿਰਤੀ ਵਾਲਾ, ਇਹ ਟੌਪਿਕ ਇੱਕ ਅਲੱਗ ਆ ਗਿਆ। ਪਹਿਲੀ ਗੱਲ ਸੀ ਕਿ ਸਕਿੱਲ ਉਹਨਾਂ ਦੇ ਕੋਲ, ਉਹਨਾਂ ਨੇ ਮਤਲਬ ਜਿਵੇਂ ਹੁਣ ਬਿਲ ਗੇਟਸ ਹੈਗਾ, ਤਾਂ ਉਹਦੇ ਕੋਲ ਸਕਿੱਲ ਹੈਗੇ ਨਾ, ਉਹਨੇ ਸੌਫਟਵੇਅਰ ਤਿਆਰ ਕੀਤਾ। ਹੁਣ ਅੱਗੋਂ ਉਹਨੂੰ ਬੇਈਮਾਨੀ ਕਰਦਾ ਜਾਂ ਅਮੀਰ ਗੜਬੜ ਕਰਦਾ, ਉਹ ਇੱਕ ਅਲੱਗ ਟੌਪਿਕ ਹੈ। ਜਿਵੇਂ ਅੰਬਾਨੀ ਅਡਾਨੀ ਨੇ, ਤਾਂ ਫਿਰ ਇਹਨਾਂ ਦੇ ਅੰਦਰ ਜਿਹੜੀਆਂ ਪਸ਼ੂ ਬਿਰਤੀਆਂ ਨੇ, ਉਹ ਇੱਕ ਅਲੱਗ ਟੌਪਿਕ ਹੈ। ਲੇਕਿਨ ਇਹ ਤਾਂ ਹੈ ਨਾ ਕਿ ਹੁਣ ਟਾਟਾ ਹੈ ਮੰਨ ਲਓ, ਤਾਂ ਉਹਦੇ ਕੋਲ ਇੱਕ ਸਕਿੱਲ ਤਾਂ ਹੈ ਨਾ ਕਿ ਉਹਨੇ ਆਪਣੀ ਫੈਕਟਰੀ ਲਗਾਈ ਹੈ, ਆਪਣੀ ਬੱਸਾਂ, ਟਰੱਕਾਂ ਜਾਂ ਕਾਰਾਂ ਬਣਾਉਣ ਦੀ, ਤਾਂ ਉਹਦੇ ਕਰਕੇ। ਹਾਂ, ਅਗਲੀ ਗੱਲ ਵੱਖਰੀ ਹੈ ਵੀ ਉਹ 2 ਨੰਬਰ ਦੇ ਧੰਦੇ ਕਰਦਾ ਜਾਂ ਕੀ ਕਰਦਾ, ਇੱਕ ਵੱਖਰੀ ਚੀਜ਼ ਹੈ। ਇਹ ਚੇਂਜ ਹੋ ਗਿਆ ਨਾ ਟੌਪਿਕ ਨਾ। ਪਰ ਫਿਰ ਇਸ ਤਰ੍ਹਾਂ ਇਹੋ ਜਿਹੇ ਲੋਕਾਂ ਦਾ ਕੀ ਅੰਤ ਹੈ? ਹਾਂਜੀ, ਇਹੋ ਜਿਹੇ ਲੋਕਾਂ ਨੂੰ, ਉਹਨਾਂ ਦਾ ਫਿਰ ਕੀ ਅੰਤ ਹੋਏਗਾ? ਉਹਨਾਂ ਨੂੰ ਤੁਸੀਂ, ਮੈਂ ਤੇ ਨਹੀਂ ਮੰਨਦੀ ਅਗਲੀ ਵਾਰੀ ਉਹਨਾਂ ਨੂੰ ਇਹ ਕੀ ਕਹਿੰਦੇ ਮਨੁੱਖਾ ਦੇ ਮਿਲੇਗੀ। ਨਹੀਂ, ਅਗਲੀ ਵਾਰੀ ਤੁਹਾਨੂੰ ਨਹੀਂ ਮਿਲਣੀ, ਮੈਨੂੰ ਨਹੀਂ ਮਿਲਣੀ, ਜਦੋਂ ਅਗਲੀ ਵਾਰੀ ਮਿੱਟੀ 'ਚ ਮਿਲ ਗਏ ਤੇ। ਮੈਨੂੰ ਇਸ ਤਰ੍ਹਾਂ ਲੱਗਦਾ ਕਿ ਥੋੜਾ ਕਰਮ ਡੈਫੀਨਿਟਲੀ ਪਲੇ ਰੋਲ ਕਰਦੇ ਹੈਗੇ, ਕਰਮਾਂ ਦੇ ਅਨੁਸਾਰ ਬੰਦੇ ਨੂੰ ਅਗਲਾ ਜਨਮ ਜਾਂ ਜੋ ਵੀ ਮਿਲਦਾ ਹੈ। ਕਿਉਂਕਿ ਇਹ ਤਾਂ ਬਿਲਕੁਲ ਸਹੀ, ਬਿਲਕੁਲ 101% ਤੁਸੀਂ ਠੀਕ ਕਹਿ ਰਹੇ ਹੋ ਕਿ ਜੋ ਵੀ ਮਿਲ ਰਿਹਾ ਹੈ ਉਹ ਕਰਮ ਅਨੁਸਾਰ ਹੀ ਮਿਲ ਰਿਹਾ ਹੈ। ਦੇਖੋ, ਹੁਣ ਮੈਂ ਸਿਰਫ ਕਥਾ ਕਰ ਰਿਹਾ, ਤੇ ਕਥਾ ਕਰਦਿਆਂ ਮੈਂ ਸਟੇਜ ਤੇ ਬੈਠ ਕੇ ਕਥਾ ਕਰ ਰਿਹਾ, ਤੇ ਮੇਰੇ ਕਰਮ ਅਨੁਸਾਰ ਜੇ ਕਿਸੇ ਨੇ ਮਤਲਬ ਕਥਾ ਕਰਕੇ ਪੌਂਡ 2 ਪੌਂਡ ਦੇ ਦਿੱਤੇ, ਨਾ ਦਿੱਤੇ, ਉਹਦੇ ਵਿੱਚ ਮੈਨੂੰ ਇੰਨਾ ਕੀ ਮਿਲੇਗਾ ਜਿੰਨੀ ਮੇਰੀ ਯੋਗਤਾ ਹੈ। ਮੈਂ ਕਰਮ ਕਥਾ ਦਾ ਕਰ ਰਿਹਾ। ਹੁਣ ਨੀਨਾ ਭੈਣ ਨੇ ਤਾਂ, ਇਹ ਡਾਕਟਰ ਨੇ ਤਾਂ, ਇਹਨਾਂ ਦੇ ਕਰਮ ਅਨੁਸਾਰ ਇਹਨਾਂ ਨੂੰ ਤਨਖਾਹ ਮਿਲੇਗੀ। ਹਰਨੇਕ ਵੀਰ ਜੀ ਨੇ, ਇਹ ਹੁਣ ਦੁਕਾਨ ਚਲਾ ਰਹੇ ਨੇ ਤਾਂ, ਜਾਂ ਕੋਈ ਵਪਾਰ ਕਰ ਰਹੇ ਨੇ, ਤੇ ਇਹਨਾਂ ਦੇ ਵਪਾਰ ਇੱਕ ਕਰਮ ਹੈ, ਉਹਦੇ ਮੁਤਾਬਕ। ਤੇ ਜੇ ਇਹਨਾਂ ਤੋਂ ਵੱਡਾ ਕਿਸੇ ਦਾ ਵਪਾਰ ਹੈ, ਉਹਨੂੰ ਉਹਦੇ ਮੁਤਾਬਕ। ਕਰਮ ਦਾ ਮਤਲਬ ਕੰਮ ਹੈਗਾ, ਕੰਮ ਦੇ ਅਨੁਸਾਰ ਹੀ ਉਹਨੂੰ ਪੈਸਾ ਜਾਂ ਸੁੱਖ ਜਾਂ ਆਰਾਮ ਮਿਲੇਗਾ। ਕਰਮ ਦਾ ਮਤਲਬ ਕੰਮ ਹੈਗਾ, ਕਿਉਂਕਿ ਬਹੁਤ ਮੁੱਦਤ ਤੋਂ ਇਹ ਚੀਜ਼ਾਂ ਪ੍ਰਚਾਰੀਆਂ ਗਈਆਂ ਕਿ ਰੱਬ ਸਾਡੀ ਕਿਸਮਤ ਲਿਖ ਕੇ ਭੇਜਦਾ ਹੈ। ਹੁਣ ਦੇਖੋ, ਮੈਂ ਕਿਸਮਤ ਦੀ ਆਪਾਂ ਗੱਲ ਕਰੀਏ ਨਾ, ਤਾਂ ਉਹ ਸਪਸ਼ਟ ਹੋ ਜਾਏਗੀ, ਤੁਸੀਂ ਬਿਲਕੁਲ ਸਪਸ਼ਟ ਹੋ ਜਾਓਗੇ। ਪਰ ਅਸੀਂ ਨਾ ਕਨਫਿਊਜ਼ ਹੈਗੇ ਆ ਕਿਸਮਤ ਬਾਰੇ ਵੀ। ਸਪੋਜ਼ ਕਿ ਅਸੀਂ ਸਾਰੇ ਮੰਨ ਲੈਂਦੇ ਹਾਂ ਕਿ ਰੱਬ ਨੇ ਸਾਡੀ ਕਿਸਮਤ ਲਿਖ ਕੇ ਭੇਜੀ ਹੈ, ਔਰ ਸਾਡੇ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਸਾਨੂੰ ਸੁੱਖ ਜਾਂ ਦੁੱਖ ਜੋ ਵੀ ਮਿਲਣਾ ਇਸ ਜ਼ਿੰਦਗੀ 'ਚ ਮਿਲਣਾ, ਔਰ ਪਹਿਲੋਂ ਡਿਸਾਈਡਡ ਹੈਗਾ। ਤਾਂ ਸਪੋਜ਼ ਰੱਬ ਨੇ ਇਹ ਤੁਹਾਡੀ ਕਿਸਮਤ ਲਿਖੀ ਹੈ ਕਿ ਜਗਜੀਤ ਕੌਰ ਭੈਣ ਦੀ ਜਿਹੜੀ ਹੈ 500 1000 ਜਿਹੜਾ ਨਾ
ਡਾਲਰ ਅਮਰੀਕਨ, ਉਹ ਵੀਕ ਬਣੇਗੀ $1000। ਰੱਬ ਨੇ ਕਿਸਮਤ ਲਿਖ ਕੇ ਭੇਜ ਦਿੱਤੀ। ਤਾਂ ਫਿਰ ਜਗਜੀਤ ਕੌਰ ਭੈਣ ਨੂੰ ਚਾਹੀਦਾ ਵੀ ਆਪਣਾ ਕੰਮ ਕਰਨ ਵਾਸਤੇ ਨਾ ਜਾਏ, ਆਰਾਮ ਦੇ ਨਾਲ ਇਸ਼ਨਾਨ ਪਾਨ ਕਰਕੇ ਆਰਾਮ ਕਰੇ ਤੇ ਹਰ ਸੋਮਵਾਰ ਜਾਂ ਐਤਵਾਰ ਸ਼ਾਮ ਨੂੰ $1000 ਸਰਾਣੇ ਥੱਲੋਂ ਚੁੱਕ ਲਵੇ, ਕਿਉਂਕਿ ਕਿਸਮਤ ਵਿੱਚ ਲਿਖਿਆ ਹੈ, ਰੱਬ ਨੇ ਲਿਖ ਕੇ ਭੇਜਿਆ ਤੇ ਹੋਏਗਾ। ਪਰ ਐਵੇਂ ਹੁੰਦਾ ਨਹੀਂ। ਜਿਵੇਂ ਹੁਣ ਮੰਨ ਲਓ ਮੇਰੀ ਕਿਸਮਤ ਵਿੱਚ ਲਿਖਿਆ ਹੈ ਵੀ ਸਵੇਰੇ ਵੀ ਇਹਨੂੰ 2 ਪਰੌਂਠੇ ਰੋਜ਼ ਆਲੂਆਂ ਵਾਲੇ ਮਿਲਣੇ ਨੇ, ਤਾਂ ਮੇਰੀ ਘਰਵਾਲੀ ਨਾ ਪਕਾਵੇ, ਨਾ ਮੈਂ ਕੰਮ ਕਰਾਂ ਤੇ ਪਰੌਂਠੇ ਬਿਲਕੁਲ ਸਵੇਰੇ 7:30 ਵਜੇ ਪਰੌਂਠੇ ਅੱਗੇ ਆ ਜਾਣ, ਪਰ ਐਵੇਂ ਆਉਂਦਾ ਨਹੀਂ ਨਾ। ਮੰਨ ਲਓ ਨੀਨਾ ਭੈਣ ਦੀ ਕਿਸਮਤ ਵਿੱਚ ਲਿਖਿਆ ਵੀ ਇਹਨਾਂ ਨੇ ਡਾਕਟਰ ਬਣਨਾ ਹੈ, ਤਾਂ ਇਹ ਸਕੂਲੇ ਨਾ ਜਾਂਦੇ, ਪੜ੍ਹਦੇ ਨਾ, ਜਿੱਦਣ ਇਹ 28 ਸਾਲ ਦੇ ਹੁੰਦੇ ਤਾਂ ਉਦੋਂ ਇਹ ਆਪਰੇਸ਼ਨ ਕਰਨ ਲੱਗ ਜਾਂਦੇ ਜਾਂ ਦਵਾਈਆਂ ਦੇਣ ਲੱਗ ਜਾਂਦੇ, ਪਰ ਐਵੇਂ ਨਹੀਂ ਨਾ ਹੁੰਦਾ। ਜੇ ਕਿਸਮਤ ਤੇ ਵਿਸ਼ਵਾਸ ਕਰਨਾ ਹੈ ਤਾਂ ਫਿਰ ਸਾਨੂੰ ਕੁਝ ਨਹੀਂ ਕਰਨਾ ਚਾਹੀਦਾ, ਕੰਮ ਹੀ ਨਹੀਂ ਕਰਨਾ ਚਾਹੀਦਾ, ਕਿਉਂਕਿ ਲਿਖਿਆ ਹੈ ਉਹ ਆਟੋਮੈਟਿਕਲੀ ਮਿਲ ਜਾਣਾ। ਸੂਟ ਮਿਲ ਜਾਣਗੇ, ਮਕਾਨ ਮਿਲ ਜਾਏਗਾ, ਸਾਰਾ ਕੁਝ ਮਿਲ ਜਾਏਗਾ। ਮੰਨ ਲਓ ਮੇਰੀ ਕਿਸਮਤ ਵਿੱਚ ਲਿਖਿਆ ਕਿ ਮੈਂ ਇੰਗਲੈਂਡ ਪੱਕੇ ਹੋਣਾ ਹੈ, ਤਾਂ ਨਾ ਮੈਨੂੰ ਪਾਸਪੋਰਟ ਬਣਵਾਉਣਾ ਚਾਹੀਦਾ ਹੈ, ਨਾ ਮੈਨੂੰ ਸਪਾਂਸਰ ਲੈਣੀ ਚਾਹੀਦੀ ਸੀ, ਨਾ ਮੈਨੂੰ ਇੱਥੇ ਮਿਹਨਤ ਕਰਨੀ ਚਾਹੀਦੀ ਸੀ। ਜਿਹੜੀ ਤਰੀਕ ਨੂੰ ਰੱਬ ਨੇ ਲਿਖਿਆ ਸੀ ਕਿ ਇਸ ਤਰੀਕ ਨੂੰ ਤੂੰ ਇੰਗਲੈਂਡ ਪਹੁੰਚ ਜਾਏਗਾ, ਮੈਂ ਰਾਤ ਨੂੰ ਇੰਡੀਆ ਸੌਂਦਾ ਤੇ ਸਵੇਰੇ ਉੱਠਦਾ ਤੇ ਮੈਂ ਇੰਗਲੈਂਡ ਬੈਠਾ ਹੁੰਦਾ, ਕਿਉਂਕਿ ਕਿਸਮਤ ਵਿੱਚ ਲਿਖਿਆ ਸੀ। ਪਰ ਐਵੇਂ ਹੁੰਦਾ ਨਹੀਂ ਨਾ। ਤਾਂ ਅਸੀਂ ਕਿਸਮਤ ਕਹਿ ਰਹੇ ਹਾਂ, ਪਰ ਅਸੀਂ ਵੀ ਉਹਦੇ ਤੇ ਬਿਲੀਵ ਨਹੀਂ ਕਰ ਰਹੇ, ਕਹਿਣ ਵਾਲੇ ਵੀ ਨਹੀਂ ਕਰ ਰਹੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਹੀਂ ਹੈ। ਜੇ ਅਸੀਂ ਬਿਲੀਵ ਕਰਦੇ ਹਾਂ ਤਾਂ ਫਿਰ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ। ਕਿਸੇ ਵੀ ਬੰਦੇ ਨੂੰ, ਜਿਹੜਾ ਵੀ ਬੰਦਾ ਕਿਸਮਤ ਤੇ ਬਿਲੀਵ ਕਰਦਾ ਹੈ ਕਿ ਸਾਰਾ ਮਤਲਬ ਪ੍ਰੀ ਪਲਾਨਡ ਹੈਗਾ, ਵੀ ਪਹਿਲਾਂ ਹੀ ਸਾਰਾ ਕੁਝ ਪਲਾਨ ਕੀਤਾ ਹੈ, ਰੱਬ ਨੇ ਬਣਾਇਆ ਹੈ, ਤਾਂ ਫਿਰ ਸਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਬਿਨਾਂ ਕਰਨ ਤੋਂ ਸਾਨੂੰ ਸਾਰਾ ਕੁਝ ਮਿਲਣਾ ਚਾਹੀਦਾ, ਪਰ ਐਵੇਂ ਮਿਲਦਾ ਨਹੀਂ ਨਾ। ਕੀ ਕਹਿਣਾ ਚਾਹੋਗੇ ਜਗਜੀਤ ਕੌਰ ਭੈਣ? ਮੈਂ ਤੇ ਇਹ ਐਗਜ਼ਾਮਪਲ ਵੀ ਦਿਮਾਗ ਵਿੱਚ ਆ ਰਿਹਾ ਸੀਗਾ ਕਿ 10 ਬੱਚੇ ਨੇ ਕਲਾਸ ਵਿੱਚ ਪੜ੍ਹ ਰਹੇ ਨੇ ਤੇ 10 ਚੋਂ ਅਗਰ 2-3 ਬੱਚੇ ਨਹੀਂ ਪੜ੍ਹਾਈ ਠੀਕ ਕਰਦੇ ਤੇ ਉਹ ਹਰ ਸਾਲ ਫੇਲ ਹੀ ਹੁੰਦੇ ਨੇ, ਪਰ ਜਿਹੜੇ ਪਾਸ ਹੋ ਜਾਂਦੇ ਨੇ, ਜਿਹੜੇ ਮਿਹਨਤ ਕਰਦੇ ਨੇ, ਉਹ ਅੱਗੇ ਤੇ ਲੰਘ ਜਾਂਦੇ ਨੇ। ਉਹ ਅੱਗੇ ਤਾਂ ਲੰਘ ਜਾਂਦੇ ਨੇ ਕਿਉਂਕਿ ਉਹਨਾਂ ਮਿਹਨਤ ਕੀਤੀ ਹੈ। ਜੇ ਦੇਖੋ ਇਸ ਐਗਜ਼ਾਮਪਲ ਨੂੰ ਲੈ ਲਓ, ਮੰਨ ਲਓ ਕਿ ਤੁਸੀਂ ਬੱਚੇ ਨੇ, ਉਹਨਾਂ ਦੀ ਕਿਸਮਤ ਵਿੱਚ ਲਿਖਿਆ ਹੈ ਵੀ ਉਹ ਚੰਗੇ ਨੰਬਰਾਂ ਦੇ ਨਾਲ ਪਾਸ ਹੋ ਕੇ ਡਾਕਟਰ ਬਣਨਗੇ, ਤਾਂ ਫਿਰ ਜਦੋਂ ਕਿਸਮਤ ਵਿੱਚ ਲਿਖਿਆ ਹੀ ਹੈ ਤਾਂ ਫਿਰ ਉਹ ਪੜ੍ਹਾਈ ਬਿਲਕੁਲ ਵੀ ਨਾ ਕਰਨ, ਪੜ੍ਹਾਈ ਕਰਨ ਦੀ ਲੋੜ ਹੀ ਨਹੀਂ ਹੈ। ਪੇਪਰਾਂ ਦੇ ਵਿੱਚ ਜਾ ਕੇ ਪੇਪਰ ਦੇ ਆਉਣ ਤੇ ਉਹ ਮਤਲਬ ਪਾਸ ਹੋ ਜਾਣ, ਪਰ ਐਵੇਂ ਹੁੰਦਾ ਨਹੀਂ ਨਾ। ਸਾਰਾ ਸਾਲ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ। ਜੇ ਉਹਨਾਂ ਦੀ ਕਿਸਮਤ ਵਿੱਚ ਲਿਖਿਆ ਹੈ ਕਿ ਉਹਨਾਂ ਨੇ ਚੰਗੇ ਨੰਬਰ ਲੈਣੇ ਨੇ ਤਾਂ ਉਹਨਾਂ ਨੂੰ ਪੜ੍ਹਨਾ ਨਹੀਂ ਚਾਹੀਦਾ। ਇੱਕ ਨਾ ਬੱਚਾ ਸੀ ਤੇ ਉਹ ਆਪਣੇ ਡੈਡੀ ਨੂੰ ਕਹਿਣ ਲੱਗਾ ਵੀ ਮਤਲਬ ਕਿ ਡੈਡੀ ਮੈਂ ਫੇਲ ਹੋ ਗਿਆ, ਤੇ ਡੈਡੀ ਕਹਿੰਦਾ ਵੀ ਚਲੋ, ਡੈਡੀ ਨੇ ਕਿਹਾ ਵੀ ਚਲੋ ਬੱਚੇ ਅੱਜ ਕੱਲ ਆਤਮ ਹੱਤਿਆ ਕਰ ਲੈਂਦੇ ਨੇ, ਕੁਛ ਕਰ ਲੈਂਦੇ ਨੇ, ਵੀ ਬੱਚਾ ਮਤਲਬ, ਤੇ ਕਹਿੰਦਾ ਡੈਡੀ ਮੈਂ ਨਾ ਫੇਲ ਹੋ ਗਿਆ ਵਾਂ। ਤੇ ਕਹਿਣ ਲੱਗਾ ਚਲੋ ਬੇਟਾ ਕਿਸਮਤ ਦੀ ਗੱਲ ਹੈ, ਕੋਈ ਗੱਲ ਨਹੀਂ, ਤੇਰੀ ਕਿਸਮਤ 'ਚ ਲਿਖਿਆ ਸੀ ਤੇ ਫੇਲ ਹੋ ਗਿਆ। ਤੇ ਬੱਚਾ ਬੜਾ ਖੁਸ਼ ਹੋਇਆ, ਨੱਚਣ ਲੱਗ ਗਿਆ। ਕਹਿੰਦਾ ਕਿਉਂ, ਕੀ ਗੱਲ? ਕਹਿੰਦਾ ਡੈਡੀ ਤਾਂ ਹੀ ਫਿਰ ਮੈਂ ਚੰਗਾ ਰਿਹਾ ਵੀ ਮੈਂ ਪੜ੍ਹਿਆ ਹੀ ਨਹੀਂ ਤੇ ਮੇਰੀ ਪੜ੍ਹਨਾ ਵੀ ਬੇਕਾਰ ਜਾਣਾ ਸੀ, ਕਿਸਮਤ 'ਚ ਤੇ ਫੇਲ ਹੋਣਾ ਲਿਖਿਆ ਸੀ। ਸਮਝ ਗਏ ਮੇਰੀ ਗੱਲ ਨਾ? ਹਾਂਜੀ ਹਾਂਜੀ ਹਾਂਜੀ। ਹੁਣ ਜਿਹੜਾ ਪੜ੍ਹੇਗਾ ਨਹੀਂ ਤਾਂ ਉਹ ਫੇਲ ਹੋਏਗਾ। ਇਹ ਸਿਸਟਮ ਹੈ ਰੱਬ ਦਾ ਨਾ, ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ। ਬੀਜੇ ਦਾ ਮਤਲਬ ਜਿਹੋ ਜਿਹਾ ਕੋਈ ਬੀਜੇਗਾ ਐਸੇ ਜ਼ਿੰਦਗੀ ਵਿੱਚ। ਇਹ ਨਹੀਂ ਕਿ ਕਣਕ ਤੁਸੀਂ ਇਸ ਜਨਮ 'ਚ ਬੀਜੋਗੇ ਤੇ ਅਗਲੇ ਜਨਮ ਦੇ ਵਿੱਚ ਉੱਗੇਗੀ। ਇਹ ਤਾਂ ਇੱਕ ਪੁਜਾਰੀ ਦਾ ਉਸਾਰਿਆ ਹੋਇਆ ਢਾਂਚਾ ਸੀ ਕਿ ਤੁਸੀਂ ਦਾਨ ਦਿਓਗੇ ਤੇ ਤੁਹਾਨੂੰ ਅਗਲੇ ਜਨਮ ਵਿੱਚ ਉਹ 10 ਗੁਣਾ ਜਾਂ 70 ਗੁਣਾ ਮਿਲੇਗਾ। ਕਦੀ ਤੁਸੀਂ ਕਿਸੇ ਪੁਜਾਰੀ ਨੂੰ ਜਾਂ ਬ੍ਰਾਹਮਣ ਬਾਬੇ ਨੂੰ ਇਹ ਸੁਣਿਆ ਕਿ ਮੈਂ ਵੀ ਤੁਹਾਨੂੰ ਮੈਂ ਦਾਨ ਦੇਣਾ ਵਾਂ 10 ਲੱਖ ਤੇ ਅਗਲੇ ਜਨਮ ਦੇ ਵਿੱਚ ਮੈਨੂੰ ਕਰੋੜ ਮਿਲ ਜਾਏਗਾ? ਕਦੀ ਵੀ ਨਹੀਂ ਦੇਗਾ ਕੋਈ ਵੀ। ਤੁਸੀਂ ਕਦੀ ਦੇਖਿਆ ਕੋਈ? ਸਾਨੂੰ ਲੋਕੀ ਸਾਦੇ ਨੇ ਘਰਾਂ ਵਿੱਚ ਪ੍ਰਸ਼ਾਦਾ ਪਾਣੀ ਛਕਾਉਣ ਵਾਸਤੇ, ਬ੍ਰਾਹਮਣ ਨੂੰ ਜਾਂ ਭਾਈਆਂ ਪੁਜਾਰੀਆਂ ਨੂੰ ਜਾਂ ਕਿਸੇ ਨੂੰ, ਤੇ ਕਦੀ ਕਿਸੇ ਪੁਜਾਰੀਆਂ ਨੇ ਸੱਦਿਆ ਤੁਹਾਨੂੰ ਕਿ ਤੁਸੀਂ ਸਾਡੇ ਘਰ ਲੰਗਰ ਛਕਣ ਆਇਓ, ਵੀ ਸਾਡੇ ਬਜ਼ੁਰਗਾਂ ਨੂੰ ਮਿਲੇਗਾ? ਇਹਨਾਂ ਨੂੰ ਪਤਾ ਵੀ ਕੋਈ ਨਹੀਂ ਮਿਲਣਾ। ਬ੍ਰਾਹਮਣ ਜਿਹੜਾ ਹੈ ਉਹ ਖਾ ਰਿਹਾ ਹੈ, ਤੇ ਕਦੀ ਬ੍ਰਾਹਮਣ ਨੇ ਸੱਦਿਆ ਆਪਣੇ ਘਰ? ਉਹਨਾਂ ਦੇ ਤੇ ਫਿਰ ਬਜ਼ੁਰਗ ਭੁੱਖੇ ਮਰਨਗੇ ਨਾ। ਇਸ ਲਈ ਸਾਡੇ ਅੰਦਰ ਨਾ ਬਹੁਤ ਚੀਜ਼ਾਂ ਐਸੀਆਂ ਨੇ ਜਿਹੜੀਆਂ, ਉਹ ਕੋਈ ਪੰਡਤ ਸੀ ਤੇ ਕਿਸੇ ਦੇ ਘਰ ਗਿਆ ਲੰਗਰ ਛਕਣ ਵਾਸਤੇ, ਤੇ ਨੂੰਹ ਨੇ ਪੁੱਛਿਆ, ਕਹਿਣ ਲੱਗੀ ਬਾਬਾ ਜੀ ਇਹ ਜਿਹੜੀ ਚੀਜ਼ਾਂ ਤੁਸੀਂ ਖਾਂਦੇ ਹੋ ਸਾਰੀਆਂ ਮਿਲ ਜਾਣਗੀਆਂ ਅੱਗੇ?
ਉਹ ਸੱਸ ਦਾ ਕਰਨ ਲਈ ਸੀ ਸਰਾਧ। ਕਹਿਣ ਲੱਗੀ ਹਾਂ ਬਿਲਕੁਲ ਬੇਟਾ ਮਿਲਣਗੀਆਂ। ਉਹਨੇ ਡੱਬਾ ਲਿਆ ਕੇ ਨਾ ਲਾਲ ਮਿਰਚਾਂ ਦਾ ਲਿਆ ਕੇ ਰੱਖਤਾ ਅੱਗੇ, ਕਹਿੰਦੀ ਆ ਲੈ ਪੰਡਤ ਜੀ ਪਹਿਲਾਂ ਤੇ ਆ ਖਾ, ਮੇਰੀ ਸੱਸ ਨੇ ਮੈਨੂੰ ਬੜਾ ਦੁਖੀ ਕੀਤਾ ਸੀ, ਉਹਨੂੰ ਮਰ ਜਾਣੀ ਨੂੰ ਮਿਰਚਾਂ ਲੱਗਣ ਤੇ ਨਾਲ ਉਹ ਕੋਲਿਆਂ ਦੇ ਉੱਤੇ ਪਾ ਆਈ ਮਿਰਚਾਂ, ਤੇ ਪੰਡਤ ਨੂੰ ਧੂਣੀ ਦੇਣ ਲੱਗੀ, ਕਹਿੰਦੀ ਆ ਲੈ ਫਿਰ ਮੈਂ ਧੂਣੀ ਤੈਨੂੰ ਦੇਣੀ ਆ ਤੇ ਛਿੱਕਾਂ ਤੇ ਸੱਸ ਨੂੰ ਹੀ ਆਉਣੀਆਂ ਨੇ। ਤਾਂ ਐਵੇਂ ਨਹੀਂ ਹੁੰਦਾ, ਇੱਥੋਂ ਦੀਆਂ ਚੀਜ਼ਾਂ ਅੱਗੇ ਨਹੀਂ ਮਿਲਦੀਆਂ। ਇਹ ਸਾਡੇ ਨਾ ਦਿਮਾਗਾਂ ਦੇ ਵਿੱਚ ਬਿਠਾਈਆਂ ਗਈਆਂ ਨੇ ਚੀਜ਼ਾਂ। ਹਾਂ, ਕਿਉਂਕਿ ਅਸੀਂ ਸੈਟੀਸਫਾਈ, ਮੇਰੇ ਇੰਨੇ ਕਹਿਣ ਨਾਲ ਤੁਸੀਂ ਸੈਟੀਸਫਾਈ ਨਹੀਂ ਹੋਗੇ, ਨਾ ਤੁਹਾਨੂੰ ਹੋਣਾ ਚਾਹੀਦਾ ਹੈ। ਬਿਲਕੁਲ ਮੇਰੀ ਗੱਲ ਨੂੰ ਐਵੇਂ ਦੀ ਐਵੇਂ ਨਹੀਂ ਮੰਨਣਾ ਚਾਹੀਦਾ। ਲੇਕਿਨ ਆਪ ਜਦੋਂ ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਵੇਖੋਗੇ ਗੁਰਬਾਣੀ ਦੇ ਬੇਸ ਤੇ, ਯੂਨੀਵਰਸਲ ਟਰੂਥ ਦੇ ਬੇਸ ਤੇ, ਤਾਂ ਇਹ ਬਿਲਕੁਲ ਸੱਚੀਆਂ ਨਿਕਲਣਗੀਆਂ। ਕਿਸਮਤ ਨਹੀਂ ਹੁੰਦੀ, ਕਿਸਮਤ ਅਸੀਂ ਆਪ ਬਣਾਉਂਦੇ ਹਾਂ। ਠੀਕ ਹੈ ਜੀ, ਧੰਨਵਾਦ ਜੀ। ਤੇ ਆਪਣੇ ਨੀਨਾ ਜੀ, ਮੈਂ ਤੁਹਾਡੇ ਕੋਲ ਆਉਣਾ ਥੋੜਾ ਜਿਹਾ ਪਹਿਲਾਂ, ਆਪਾਂ ਹੋਰ ਵੀ ਇੱਕ ਦੋ ਜਣੇ ਹੈਗੇ ਆ, ਉਹਨਾਂ ਦੇ ਨਾਲ ਗੱਲਬਾਤ ਕਰ ਲਈਏ। ਭਾਈ ਗਗਨਦੀਪ ਸਿੰਘ ਜੀ ਵੀ ਅਨਮਿਊਟ ਹੋਏ ਸੀਗੇ, ਮੈਨੂੰ ਮਿਊਟ ਕਰਨਾ ਪਿਆ ਕਿਉਂਕਿ ਪਿੱਛੇ ਰੌਲਾ ਪੈਂਦਾ ਸੀਗਾ ਪਿੱਛੇ। ਮੈਂ ਤੁਹਾਡੇ ਕੋਲ ਆਉਣਾ ਜੀ ਗਗਨਦੀਪ ਸਿੰਘ ਜੀ, ਮੈਂ ਆਉਣਾ ਤੁਹਾਡੇ ਕੋਲ, 1 ਮਿੰਟ ਤੁਸੀਂ ਵੇਟ ਕਰਿਓ ਜੀ। ਤੇ ਗੁਰਪ੍ਰੀਤ ਆਈਫੋਨ, ਉਹਨਾਂ ਨੇ ਅਨਮਿਊਟ ਹੋਏ ਜੀ, ਤੁਸੀਂ ਕੋਈ ਗੱਲ ਕਰਨੀ ਹੈ? ਹਾਂਜੀ ਹਾਂਜੀ, ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨੀ ਜੀ, ਵਾਹਿਗੁਰੂ ਜੀ ਕੀ ਫਤਿਹ ਬੇਟੀ। ਗਿਆਨੀ ਜੀ, ਮੇਰਾ ਇੱਕ ਕੁਐਸਚਨ ਹੈ, ਔਰ ਇਹ ਹੈ ਕਿ ਮੇਰੇ ਮਮਾ, ਮੇਰੇ ਪਾਪਾ ਤੇ ਮੇਰੇ ਦੋਨੋਂ ਬ੍ਰਦਰਸ ਸਾਰੇ ਹੀ ਪਾਰਸ਼ਲੀ ਬਲਾਈਂਡ ਨੇ ਘਰ 'ਚ। ਇੱਕ ਮੈਂ ਹੀ ਹਾਂ ਜੋ ਬਿਲਕੁਲ ਨਾਰਮਲ ਆ। ਤੇ ਪਹਿਲੇ ਮੇਰੇ ਲਈ ਨਾ ਥੋੜਾ ਕਿਉਰਿਓਸਿਟੀ ਸੀਗੀ ਕਿ ਕਿਉਂ ਏਦਾਂ ਕਿਉਂ ਹੋਇਆ। ਮਤਲਬ ਮੈਂ ਵੀ ਲੋਕਾਂ ਨੂੰ ਦੇਖਦੀ ਹਾਂ, ਬੇਟੀਆਂ ਨੂੰ ਦੇਖਦੀਆਂ ਆਪਣੇ ਮਦਰਸ ਦੇ ਨਾਲ ਜਾਂਦੀਆਂ ਨੇ, ਹੈ ਨਾ, ਸਕੂਟੀ ਤੇ ਸ਼ਾਪਿੰਗ ਕਰਦੀਆਂ ਨੇ, ਇਹ ਸਭ ਚੀਜ਼ਾਂ। ਤੇ ਮੇਰੀ ਲਾਈਫ ਵਿੱਚ ਇਹ ਚੀਜ਼ ਨਹੀਂ ਸੀਗੀ। ਤੇ ਬੇਟੀ ਜਦੋਂ ਅਸੀਂ, ਹਾਂਜੀ ਬੇਟਾ, ਮੈਂ ਤੁਹਾਡੇ ਨਾਲ ਪਹਿਲੀ ਗੱਲ ਸੁਣੀ ਨਹੀਂ, ਜਿਹੜਾ ਤੁਸੀਂ ਕਹਿ ਨਾ ਮੇਰੇ ਮੰਮਾ ਪਾਪਾ, ਉਹ ਮੈਂ ਨਾ ਸਮਝ ਨਹੀਂ ਪਾਇਆ ਕੀ ਕਿਹਾ ਤੁਸੀਂ। ਪਾਰਸ਼ਲੀ ਬਲਾਈਂਡ ਨੇ ਮੇਰੇ ਸਾਰੇ ਫੈਮਿਲੀ ਮੈਂਬਰਸ। ਅੱਛਾ। ਹਾਂਜੀ, ਤੇ ਮਤਲਬ ਮੇਰਾ ਵੀ ਬੜਾ ਉਹ ਸੀ ਕਿ ਆਪਣੇ ਪੇਰੈਂਟਸ ਦੇ ਨਾਲ, ਮਤਲਬ ਬੇਟੀਆਂ ਦਾ ਹੁੰਦਾ ਕਿ ਆਪਣੇ ਫਾਦਰਸ ਦੇ ਨਾਲ ਪਾਰਕ ਜਾਣਾ, ਜਾਂ ਏਦਾਂ ਛੋਟੀਆਂ ਚੀਜ਼ਾਂ ਮੈਨੂੰ ਬੜੀਆਂ ਫੀਲ ਹੁੰਦੀਆਂ ਸੀ, ਚੁੱਭਦੀਆਂ ਸੀਗੀਆਂ ਕਿ ਮੇਰੇ ਨਾਲ ਹੀ ਮੇਰੀ ਜ਼ਿੰਦਗੀ 'ਚ ਮਤਲਬ ਇੱਥੋਂ ਮੈਨੂੰ ਕਮੀ ਰਹਿ ਗਈ। ਤੇ ਜਦੋਂ ਗੁਰਬਾਣੀ ਵਾਲੀ ਸਾਈਡ ਆਏ, ਉਦੋਂ ਹੀ ਸਮਝ ਆਈ ਕਿ ਇੱਕ ਸਿਸਟਮ ਦੇ ਅੰਦਰ ਹੈ ਸਭ ਕੁਝ, ਇਹ ਹੋਣਾ ਹੀ ਸੀਗਾ। ਹਾਂ ਬੇਟਾ, ਸਿਸਟਮ ਵਿੱਚ ਦੇਖੋ, ਹੁਣ ਜਿਸ ਤਰ੍ਹਾਂ ਨਾ ਤੁਹਾਡੇ ਮੰਮਾ ਪਾਪਾ ਨੇ ਮਤਲਬ ਬਲਾਈਂਡ ਨੇ, ਹਨਾ, ਤੇ ਸੁਣ ਕੇ ਅਫਸੋਸ ਹੋਇਆ। ਤੇ ਉਹਦੇ ਵਿੱਚ ਇਸ ਤਰ੍ਹਾਂ ਵੀ ਹੁਣ ਮੰਮਾ ਪਾਪਾ ਨੇ ਸ਼ਾਦੀ ਕਰਾਈ, ਹਨਾ, ਤੇ ਉਹੀ ਗੱਲ, ਸੌਰੀ ਮੈਨੂੰ ਇਹ ਲਫ਼ਜ਼ ਵਰਤਨੇ ਪੈਣੇ ਨੇ, ਉਹਨਾਂ ਨੇ ਫਿਜ਼ੀਕਲੀ ਰਿਲੇਸ਼ਨ ਬਣਾਏ ਤਾਂ ਬੱਚਾ ਤਾਂ ਪੈਦਾ ਹੋਏਗਾ ਹੀ ਹੋਏਗਾ ਨਾ, ਬੇਟੀ ਹੋਏ ਜਾਂ ਬੇਟਾ ਹੋਏ। ਹਾਂਜੀ। ਹਾਂ, ਤੇ ਇਸ ਕਰਕੇ ਨਾ ਬੇਟਾ ਇਹ ਸਿਸਟਮ ਵਿੱਚ ਹੈਗਾ। ਤੇ ਗਿਆਨੀ ਜੀ, ਹਾਂਜੀ ਬੇਟਾ, ਹਾਂ ਬੋਲੋ। ਮੈਂ ਕਹਿ ਰਹੀ ਸੀ, ਮੇਰੇ 2 ਬ੍ਰਦਰਸ ਨੇ, ਉਹ ਪਾਰਸ਼ਲੀ ਬਲਾਈਂਡ ਨੇ, ਤੇ ਮੈਨੂੰ ਮਤਲਬ ਕੋਈ ਪ੍ਰੋਬਲਮ ਹੀ ਨਹੀਂ ਆਈ ਵਿਜ਼ਨ ਵਾਲੀ ਸਾਈਡ ਤੋਂ। ਇਵਨ ਕਿਸੇ ਵੀ ਫਿਜ਼ੀਕਲੀ ਮੈਂ ਬਿਲਕੁਲ ਫਿੱਟ ਆ, ਮੈਨੂੰ ਕੋਈ ਦਿੱਕਤ ਨਹੀਂ ਹੈ। ਮੇਰੇ ਬ੍ਰਦਰਸ ਨੂੰ ਆਈ, ਮੈਨੂੰ ਕਿਉਂ ਨਹੀਂ ਆਈ? ਬੇਟੀ, ਉਹ ਨਾ ਸਿਸਟਮ ਦੀ ਗੱਲ ਹੀ ਇੱਥੇ ਕਹਿਣੀ ਪਵੇਗੀ, ਕਿਉਂਕਿ ਸਿਸਟਮ ਦੇ ਵਿੱਚ ਇੱਥੇ ਇੱਕ ਟਾਲੀ ਪਿੰਡ ਹੈਗਾ, ਉੱਥੇ ਬਲਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ 2 ਭਰਾ ਨੇ। ਅੱਛਾ ਜੀ। ਤੇ ਉਹਨਾਂ ਦੀ ਭੈਣ ਵੀ ਬਲਾਈਂਡ ਹੈਗੀ ਹੈ, ਤੇ ਉਹ ਦੋਵੇਂ ਭਰਾ ਵੀ ਬਲਾਈਂਡ ਨੇ। ਓਕੇ। ਲੇਕਿਨ ਅੱਗੋਂ ਜਿਹੜੇ ਉਹਨਾਂ ਦੇ ਬੱਚੇ ਨੇ, ਉਹ ਸਾਰੇ ਬਿਲਕੁਲ ਠੀਕ ਨੇ। ਤਾਂ ਬੇਟਾ ਇਸ ਤਰ੍ਹਾਂ ਦੇ ਐਗਜ਼ਾਮਪਲਸ ਮੇਰੇ ਕੋਲ ਵੀ ਬਹੁਤ ਸਾਰੀਆਂ ਇਦਾਂ ਦੀਆਂ ਐਗਜ਼ਾਮਪਲਸ ਨੇ। ਮੈਂ ਤਾਂ ਆਪਣੇ ਆਪ ਨੂੰ ਬੜਾ ਉਹ ਲੱਕੀ ਫੀਲ ਕਰਦੀ ਹਾਂ ਕਿ ਬਾਬਾ ਜੀ ਨੇ ਮੈਨੂੰ ਇਸ ਫੈਮਿਲੀ ਦੇ ਲਈ ਚੂਜ਼ ਕੀਤਾ। ਮੈਂ ਇਸ ਤਰ੍ਹਾਂ ਹੁਣ ਗੁਰਬਾਣੀ ਦੇ ਪੁਆਇੰਟ ਆਫ ਵਿਊ ਨਾਲ ਇਦਾਂ ਦੇਖਦੀ ਹਾਂ, ਤਾਂ ਥੋੜਾ ਜਿਹਾ ਹੁਣ ਲਾਈਫ ਦੇ ਵਿੱਚ ਨਾ ਇੱਕ ਬੈਲੈਂਸ ਆਇਆ ਕਿ ਠੀਕ ਹੈ, ਅਗਰ ਉਹ ਨਹੀਂ ਕੁਝ ਕਰ ਸਕਦੇ ਇਸ ਤਰ੍ਹਾਂ ਦਾ, ਤੇ ਮੈਂ ਖੁਦ ਇਸ ਤਰ੍ਹਾਂ ਦਾ ਕੁਝ ਕ੍ਰੀਏਟ ਕਰਾਂਗੀ ਕਿ ਜਿਹੜੀ ਮੇਰੀ ਉਹ ਅਧੂਰੀਆਂ ਚੀਜ਼ਾਂ ਨੇ ਉਹ ਕੰਪਲੀਟ ਹੋ ਜਾਣ। ਵੈਰੀ ਗੁੱਡ, ਬਹੁਤ ਵਧੀਆ, ਵੈਰੀ ਗੁੱਡ, ਬਹੁਤ ਵਧੀਆ, ਬਹੁਤ ਵਧੀਆ। ਚੜ੍ਹਦੀ ਕਲਾ ਵਿੱਚ ਰਹੋ ਬੇਟਾ। ਤੇ ਸਾਡੇ ਕਿਸੇ ਸਹਿਯੋਗ ਦੀ ਲੋੜ ਹੋਵੇ ਤਾਂ ਅਸੀਂ ਸਾਰੇ ਕਲਾਸ ਵਾਲੇ ਤੁਹਾਡੇ ਨਾਲ ਆ, ਤੁਸੀਂ ਸਾਡੀ ਬੱਚੀ ਹੈਗੇ ਹੋ। ਹਾਂਜੀ, ਬਾਬਾ ਜੀ ਦੀ ਇੰਨੀ ਕਿਰਪਾ ਹੈਗੀ ਕਿ ਮੇਰੇ ਦੋਨੋਂ, ਮਤਲਬ ਮੇਰੇ ਫਾਦਰ ਤੇ ਮੇਰੇ ਮਦਰ ਦੋਨੋਂ ਗਵਰਨਮੈਂਟ EMPLOYE ਨੇ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਘਰ ਵਿੱਚ। ਮੇਰੇ ਫਾਦਰ ਨੇ ਮੈਨੂੰ ਇੰਨਾ ਸਟਰੋਂਗ ਬਣਾਇਆ ਕਿ ਆਪਣੀ ਸਟੱਡੀ ਜਿਹੜੀ ਹੈ ਉਹ ਮੈਂ ਆਪਣੇ ਆਪ ਕੀਤੀ ਹੈ। ਮੈਂ ਉਹਨਾਂ ਕੋਲੋਂ ਫਾਈਨੈਂਸ਼ੀਅਲ ਸਪੋਰਟ ਨਹੀਂ ਲਿੱਤੀ ਹੈਗੀ। ਇੰਨਾ ਕੁ ਉਹਨਾਂ ਨੇ ਮੈਨੂੰ ਸਟਰੋਂਗ ਬਣਾਇਆ। ਤੇ ਅੱਜ ਮਤਲਬ ਇਸ ਟੌਪਿਕ ਤੇ ਗੱਲ ਚੱਲ ਰਹੀ ਸੀਗੀ ਕਿ ਕੋਈ ਗਰੀਬ ਘਰ 'ਚ ਤੇ ਕੋਈ ਅਮੀਰ ਘਰ 'ਚ
ਇਹ ਮੈਨੂੰ ਲੱਗਦਾ ਹੈ ਕਿ ਇਹ ਦੇਖਣ ਦਾ ਨਜ਼ਰੀਆ ਹੈ ਸਭ ਦਾ, ਕਿ ਜਿਹੜੇ ਅਮੀਰ ਆ ਉਹਨਾਂ ਕੋਲ ਆਈ ਗੈਸ ਕਿ ਓਪਰਚੁਨਿਟੀਜ਼ ਬਹੁਤ ਘੱਟ ਨੇ ਆਪਣੀ ਜ਼ਿੰਦਗੀ 'ਚ ਗਰੋ ਕਰਨ ਦੀਆਂ। ਜਿਹੜਾ ਗਰੀਬ ਹੈ ਉਹ ਸਟਰਗਲ ਜਾਂ ਮਿਹਨਤ ਕਰਕੇ, ਹਾਰਡ ਵਰਕ ਕਰਕੇ ਉੱਥੇ ਪਹੁੰਚ ਸਕਦਾ। ਤੁਸੀਂ ਬਿਲਕੁਲ ਸਹੀ ਕਿਹਾ ਸੀ, ਜਿਸ ਤਰ੍ਹਾਂ ਬਿਲ ਗੇਟਸ ਕਹਿ ਰਹੇ ਨੇ ਕਿ ਜੇਕਰ ਤੁਸੀਂ ਗਰੀਬ ਘਰ 'ਚ ਪੈਦਾ ਹੋਏ ਹੋ ਇਹ ਤੁਹਾਡੀ ਗਲਤੀ ਨਹੀਂ ਹੈ, ਪਰ ਤੁਸੀਂ ਮਰਦੇ ਹੋ ਗਰੀਬ ਤੇ ਤੁਹਾਡੀ ਗਲਤੀ ਹੈ। ਹਾਂ, ਵੈਰੀ ਗੁੱਡ ਜੀ, ਬਹੁਤ ਵਧੀਆ ਬੇਟੀ, ਵਾਹਿਗੁਰੂ ਕਿਰਪਾ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ। ਆਪਣੇ ਮੰਮਾ ਪਾਪਾ ਦੀ, ਆਪਣੇ ਬ੍ਰਦਰਸ ਦੀ ਵੱਧ ਤੋਂ ਵੱਧ ਤੁਸੀਂ ਸੇਵਾ ਕਰ ਸਕੋ, ਉਹਨਾਂ ਦਾ ਸਹਿਯੋਗ ਕਰ ਸਕੋ। ਥੈਂਕ ਯੂ ਸੋ ਜਿਵੇਂ ਮਚ। ਤੁਸੀਂ ਆਪਣੇ ਮਾਂ-ਬਾਪ ਦੀ ਬੇਟੀ ਹੋ, ਉਵੇਂ ਤੁਸੀਂ ਸਾਡੀ ਬੇਟੀ ਹੋ। ਸਾਡੇ ਲਾਇਕ ਕਦੀ ਕੋਈ ਸੇਵਾ ਹੋਈ ਤਾਂ ਅਸੀਂ ਤੁਹਾਡੇ ਨਾਲ ਹਾਂ ਬੇਟਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਕਲਾ ਵਿੱਚ ਰੱਖੇ। ਥੈਂਕ ਯੂ ਸੋ ਮਚ ਗਿਆਨੀ ਜੀ। ਧੰਨਵਾਦ ਬੇਟਾ। ਠੀਕ ਹੈ, ਧੰਨਵਾਦ ਗੁਰਪ੍ਰੀਤ ਜੀ। ਤੇ ਹੁਣ ਸਾਡੇ ਨਾਲ ਸੁਰਿੰਦਰ ਕੌਰ ਹੈ ਜੀ। ਸੁਰਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਇਹੀ ਕਹਿਣਾ ਸੀਗਾ ਕਿ ਠੀਕ ਹੈ ਵੀ ਅਮੀਰ ਦੇ ਘਰ ਅਮੀਰ ਬੱਚੇ ਪੈਦਾ ਹੋਣਗੇ, ਗਰੀਬ ਦੇ ਘਰ ਗਰੀਬ, ਪਰ ਇਹ ਜ਼ਰੂਰੀ ਨਹੀਂ ਕਿ ਅਮੀਰ ਦੇ ਘਰ ਜੋ ਬੱਚੇ ਪੈਦਾ ਹੁੰਦੇ ਆ ਬਹੁਤ ਖੁਸ਼ ਹੋਣਗੇ। ਆਤਮਿਕ ਅਡੋਲਤਾ ਤਾਂ ਉਹਨਾਂ ਦੀ ਵੀ ਹੋ ਸਕਦੀ ਹੈ। ਹੋ ਸਕਦਾ ਕਿ ਉਹ ਬਿਲਕੁਲ ਵੀ ਸਗੋਂ ਗਰੀਬ ਦੇ ਘਰ ਵਾਲੇ ਬੱਚੇ ਜ਼ਿਆਦਾ ਖੁਸ਼ ਹੋਣ ਅਮੀਰ ਦੇ ਘਰ ਨਾਲ। ਹੁਣ ਜਿੱਦਾਂ ਟਰੰਪ ਕੋਲ ਸਾਰਾ ਕੁਝ ਹੈਗਾ, ਉਹ ਬਹੁਤ ਅਮੀਰ ਆ, ਉਹਦੀ ਫੈਮਿਲੀ ਬਹੁਤ ਮਤਲਬ ਫਾਈਨੈਂਸ਼ੀਅਲੀ ਬਹੁਤ ਪ੍ਰੋਗਰੈਸ ਕਰ ਸਕਦੀ ਆ, ਪਰ ਮੈਂ ਉਹਨੂੰ ਆਤਮਿਕ ਤੌਰ ਤੇ ਟਰੰਪ ਦੀ ਜਗ੍ਹਾ ਤੇ ਟਰੰਪ ਹੀ ਕਹਿੰਦੀ ਆ ਘਰ ਦੇ ਵਿੱਚ, ਕਿ ਆਤਮਿਕ ਤੌਰ ਉਹਦੀ ਆਤਮਾ ਤਾਂ ਮਰੀ ਹੋਈ ਹੈ ਕਿ ਉਹ ਦੂਸਰਿਆਂ ਦਾ ਹੱਕ ਖਾਂਦਾ, ਟੈਕਸ ਨਹੀਂ ਦਿੰਦਾ। ਜੇ ਇੰਨੀ ਪੈਸੇ ਦੇ ਉੱਤੇ ਟੈਕਸ ਨਹੀਂ ਦਿੰਦਾ ਤੇ ਉਹ ਦੂਸਰਿਆਂ ਦਾ ਭਲਾ ਹੋ ਸਕਦਾ, ਤਾਂ ਉਹ ਇੱਕ ਤਰ੍ਹਾਂ ਦਾ ਟਰੰਪ ਨਹੀਂ ਆ। ਹਾਂਜੀ, ਬਿਲਕੁਲ ਬਿਲਕੁਲ ਜ਼ਰੂਰੀ ਨਹੀਂ ਵੀ ਖੁਸ਼ੀ ਔਰ ਜਿਹੜੀ ਖੁਸ਼ੀ ਹੈ ਅਮੀਰੀ ਔਰ ਗਰੀਬੀ ਦੇ ਨਾਲ ਸੰਬੰਧਿਤ ਨਹੀਂ, ਉਹ ਤਾਂ ਤੁਹਾਡੀ ਅੰਦਰ ਦੀ ਸੋਚ ਹੈ ਕਿਸ ਟਾਈਪ ਦੀ ਹੈ। ਤੇ ਬਿਲਕੁਲ ਸਹੀ ਕਹਿ ਰਹੇ ਤੁਸੀਂ। ਠੀਕ ਹੈ ਜੀ, ਧੰਨਵਾਦ। ਹਾਂਜੀ, ਇੱਕ ਹੋਰ ਕੁਐਸਚਨ ਸੀ ਮੇਰਾ, ਜਦੋਂ ਆਪਣੀ ਸੋਚ ਦਇਆ ਨਾਲ, ਧਰਮ ਨਾਲ ਜਾਂ ਸੁੱਖ ਨਾਲ ਜੁੜੀ ਹੁੰਦੀ ਹੈ, ਉਸ ਸੋਚ ਨੂੰ ਆਪਾਂ ਕੀ ਨਾਂ ਦੇ ਸਕਦੇ ਹਾਂ? ਦੂਸਰੀ ਸੋਚ ਤਾਂ ਆਪਾਂ ਕਹਿ ਦਿੰਦੇ ਹਾਂ ਜਿਹੜੀ ਸਾਨੂੰ ਰੱਬ ਨਾਲ ਤੋੜਦੀ ਆ, ਉਹਨੂੰ ਮਾਇਆ ਦਾ ਰੂਪ ਦਿੱਤਾ ਗਿਆ। ਦੁਬਾਰਾ ਭੈਣ, ਮੈਂ ਸਮਝ ਨਹੀਂ ਪਾਇਆ, ਸੌਰੀ। ਜਦੋਂ ਸਾਡੀ ਸੋਚ ਸੁੱਚੀ ਹੁੰਦੀ ਹੈ, ਸੱਚੀ ਹੁੰਦੀ ਹੈ, ਦਇਆ ਨਾਲ, ਧਰਮ ਨਾਲ ਜੁੜੀ ਹੁੰਦੀ ਹੈ, ਜਾਂ ਸਾਨੂੰ ਰੱਬ ਨਾਲ ਜੋੜਦੀ ਹੈ, ਉਸ ਸੋਚ ਨੂੰ ਵੀ ਕੋਈ ਨਾਂ ਹੈ ਗੁਰਬਾਣੀ ਦੇ ਵਿੱਚ? ਅੱਛੀ ਸੋਚ, ਹਾਂਜੀ, ਉਹ ਚੰਗੀ ਸੋਚ ਹੈਗੀ, ਉਹਨੂੰ ਤੁਸੀਂ ਕੁਝ ਵੀ ਕਹਿ ਸਕਦੇ ਹੋ, ਕੋਈ ਵੀ ਨਾਮ ਚੰਗਾ ਸੋਚ ਦੇ ਸਕਦੇ ਹੋ, ਵੀ ਰੱਬ ਦਾ ਯਾਦ ਕਹਿ ਸਕਦੇ ਹੋ, ਉਹਨੂੰ ਭਗਤੀ ਕਹਿ ਸਕਦੇ ਹੋ, ਕੋਈ ਵੀ ਸੋਚ ਮਤਲਬ ਚੰਗੀ ਸੋਚ, ਮਤਲਬ ਪੋਜ਼ਿਟਿਵ ਥਿੰਕਿੰਗ ਅਸੀਂ ਕਹਿ ਸਕਦੇ ਹਾਂ, ਸਕਾਰਾਤਮਕ ਸੋਚ। ਔਰ ਹੋਣੀ ਚਾਹੀਦੀ, ਉਹਨੂੰ ਚੜ੍ਹਦੀ ਕਲਾ ਕਹਿ ਸਕਦੇ ਹੋ ਤੁਸੀਂ। ਓਕੇ, ਚੜ੍ਹਦੀ ਕਲਾ। ਹਾਂਜੀ, ਓਕੇ, ਚੜ੍ਹਦੀ ਕਲਾ ਸ਼ਬਦ ਬਹੁਤ ਵਧੀਆ। ਹਾਂਜੀ, ਓਕੇ, ਥੈਂਕ ਯੂ। ਠੀਕ ਹੈ ਜੀ, ਧੰਨਵਾਦ ਸੁਰਿੰਦਰ ਕੌਰ ਜੀ। ਤੇ ਗਗਨਦੀਪ ਸਿੰਘ ਜੀ ਭਾਈ, ਤੁਸੀਂ ਅਨਮਿਊਟ ਹੋ ਜਾਓ ਜੀ। ਹਾਂਜੀ, ਵਾਹਿਗੁਰੂ ਖਾਲਸਾ ਫਤਿਹ ਜੀ। ਫਤਿਹ ਵੀਰੇ। ਹਾਂਜੀ ਹਾਂਜੀ, ਗਿਆਨੀ ਜੀ, ਮੈਂ ਨਾ ਸਾਨਿਆ ਸਕੂਲ ਪੜ੍ਹਦਾ ਸੀ, ਜਿਹੜੇ ਪ੍ਰਿੰਸੀਪਲ ਸੀਗੇ ਨਾ ਸਾਡੇ, ਹਾਂਜੀ, ਉਹਨਾਂ ਦਾ ਬੇਟਾ ਸੀ। ਹਾਂਜੀ, ਤਾਂ ਉਹਨੂੰ ਨਾ ਆਪਣੇ ਪਿਛਲੇ ਜਨਮ ਦਾ ਸਾਰਾ ਕੁਝ ਪਤਾ ਸੀ, ਮੈਂ ਕਿੱਥੇ ਰਹਿੰਦਾ ਸੀ, ਉਹਨੂੰ ਪਿੰਡ ਦਾ ਨਾਮ ਪਤਾ ਸੀ, ਉਹਨੂੰ ਮੈਂ ਕਿਵੇਂ ਮਰਿਆ, ਸਾਰਾ ਕੁਝ। ਉਹ ਜਦੋਂ ਉੱਥੇ ਗਏ ਤਾਂ ਪਿੰਡ, ਜੇ ਉਹ ਘਰ ਗਿਆ ਆਪਣੇ ਸਿੱਧਾ, ਉਹਨੂੰ ਕਿਸੇ ਨੇ ਦੱਸਿਆ ਨਹੀਂ ਮੇਰਾ ਘਰ ਹੈ ਕਿੱਦਾਂ ਹੈ। ਤਾਂ ਉਹਨੇ ਸਾਰਾ ਕੁਝ ਉੱਥੇ ਜਾ ਕੇ ਦੱਸਿਆ ਵੀ ਇੱਥੇ ਮੈਂ ਏਦਾਂ ਹੋਇਆ, ਮੈਂ ਇੱਥੇ ਖੇਡਦਾ ਸੀ, ਏਦਾਂ ਸਾਰਾ ਕੁਝ ਦੱਸਿਆ। ਉਹਨੂੰ ਆਪਾਂ ਕੀ ਕਹਿ ਸਕਦੇ? ਅਸਲ ਦੇ ਵਿੱਚ ਨਾ ਇਹੋ ਜਿਹੇ ਬਹੁਤ ਸਾਰੇ ਕੇਸ ਆਉਂਦੇ ਰਹਿੰਦੇ ਨੇ, ਔਰ ਉਹ ਬੱਚਿਆਂ ਨੂੰ ਨਾ ਬਹੁਤੀ ਵਾਰੀ ਤਾਂ ਉਹ ਬੱਚੇ ਐਸੇ ਨਿਕਲੇ ਨੇ ਕਿ ਜਿਹਨਾਂ ਨੂੰ ਟ੍ਰੇਨਡ ਕੀਤਾ ਹੁੰਦਾ, ਪਹਿਲਾਂ ਹੀ ਉਹਨਾਂ ਨੂੰ ਦੱਸਿਆ ਹੁੰਦਾ, ਔਰ ਉਹਨਾਂ ਬੱਚਿਆਂ ਨੇ ਉਹ ਗੱਲਾਂ ਸੁਣੀਆਂ ਹੁੰਦੀਆਂ ਨੇ। ਪਰ ਜੇ ਅਸੀਂ ਉਹਦਾ ਪੂਰਾ ਨਿਰਣਾ ਕਰਨਾ ਹੋਏ ਨਾ, ਤੇ ਅਸੀਂ ਉਹ ਡੇਟ ਦੇਖਾਂਗੇ ਵੀ ਉਹ ਬੱਚਾ ਜਿਹੜੀ ਡੈਥ ਸੀ ਕਿਹੜੀ ਡੇਟ ਨੂੰ ਹੋਈ। ਠੀਕ ਹੈ ਨਾ, ਮੰਨ ਲਓ ਕਿ ਉਹ 20 ਫਰਵਰੀ ਨੂੰ ਉਹਦੀ ਡੈਥ ਹੁੰਦੀ ਹੈ, ਤੇ ਉਹ 20 ਫਰਵਰੀ 2019 ਨੂੰ ਡੈਥ ਹੁੰਦੀ ਹੈ, ਤੇ ਉਹ ਮੰਨ ਲਓ ਕਿ 2021 ਦੇ ਵਿੱਚ 20 ਫਰਵਰੀ ਨੂੰ ਜੰਮਦਾ ਹੈ। ਤਾਂ ਫਿਰ ਜਿਹੜਾ 1 ਸਾਲ ਉਹਦੀ ਆਤਮਾ ਰਹੀ ਹੈ, ਉਹਨੂੰ ਉਹ ਦੱਸਣਾ ਪਵੇਗਾ ਵੀ ਉਹ ਕਿੱਥੇ ਕਿੱਥੇ ਰਿਹਾ ਹੈ, ਉਹ 1 ਸਾਲ ਕਿੱਥੇ ਕਿੱਥੇ ਰਿਹਾ ਹੈ, ਤੇ ਉਹ ਸਾਰੀਆਂ ਥਾਵਾਂ ਉਹਦੇ ਤੋਂ ਵੇਖੀਆਂ ਜਾਣ ਵੀ ਉਹ ਥਾਵਾਂ ਠੀਕ ਸਨ। 1 ਸਾਲ ਉਹ ਕਿੱਥੇ ਰਿਹਾ ਹੈ, ਕੀ ਖਾਂਦਾ ਰਿਹਾ ਹੈ, ਕੀ ਪੀਂਦਾ ਰਿਹਾ ਹੈ, ਕਿੱਥੇ ਉਹਨੇ ਸਮਾਂ ਗੁਜ਼ਾਰਿਆ ਹੈ। ਤੇ ਜਦੋਂ ਇਹ ਪੁੱਛੋਗੇ ਤੇ ਫਿਰ ਉਹ ਨਹੀਂ ਦੱਸੇਗਾ। ਤੇ ਦੂਜੇ ਨੰਬਰ ਤੇ ਮਤਲਬ ਜਿਵੇਂ ਉਹਨੇ ਉਹ ਘਰ ਤੇ ਦੱਸਤਾ,
ਲੇਕਿਨ ਉਹੀ ਪਿੰਡ, ਜਿਸ ਪਿੰਡ ਦੇ ਵਿੱਚ ਉਹਦੀ ਡੈਥ ਹੋਈ ਸੀ, ਉੱਥੇ ਆਂਢ ਗੁਆਂਢ ਬਾਰੇ ਪੁੱਛੋਗੇ, ਉਹਨਾਂ ਦੇ ਰਿਸ਼ਤੇਦਾਰਾਂ ਬਾਰੇ, ਤਾਂ ਉਹ ਮਤਲਬ ਉਹ ਚੀਜ਼ਾਂ ਨਹੀਂ ਦੱਸ ਪਾਏਗਾ। ਨਹੀਂ, ਉਹਨੇ ਸਾਰਾ ਕੁਝ ਦੱਸਿਆ ਉਹਨੇ। ਨਹੀਂ ਬੇਟੇ, ਸਾਰਾ ਕੁਝ ਤੁਸੀਂ ਇਹ ਗੱਲ ਜਿਹੜੀ ਕਹਿ ਰਹੇ ਹੋ ਨਾ, ਮੈਂ ਗਾਰੰਟੀ ਨਾਲ ਕਹਿ ਸਕਦਾ ਵਾਂ ਕਿ ਤੁਸੀਂ ਸਾਰਾ ਕੁਝ ਉਹਦੇ ਤੋਂ ਆਪ ਨਹੀਂ ਪੁੱਛਿਆ ਹੋਣਾ, ਔਰ ਜੇ ਪੁੱਛੋਗੇ ਤੇ ਮਤਲਬ ਉਹ ਇਸ ਚੀਜ਼ ਦੇ ਵਿੱਚ ਫੇਲ ਹੋ ਜਾਏਗਾ। ਹੁਣ ਕਿੱਥੇ ਵੀ ਉਹ ਬੱਚਾ? ਸਾਨੇ ਵਾਲੀ ਹੈ ਜੀ। ਹੁਣ ਤਾਂ ਬਹੁਤ ਵੱਡੇ ਹੋ ਗਏ, ਹੁਣ ਤਾਂ ਮੇਰੇ ਖਿਆਲ 18 ਸਾਲ ਦਾ ਹੋ ਗਿਆ ਹੁਣ। ਹਾਂਜੀ, ਤੇ ਉਹ 18 ਸਾਲ ਦਾ ਹੋ ਗਿਆ ਤੇ ਉਹ ਕੁਝ ਵੀ ਨਹੀਂ ਦੱਸੇਗਾ। ਜੇ ਬਾਈ ਚਾਂਸ ਜੇ ਤੁਸੀਂ ਕਹੋ ਤੇ ਮੈਂ ਉਹਦਾ ਇੰਟਰਵਿਊ ਲੈ ਸਕਦਾ ਵਾਂ, ਤੇ ਉਹਦੇ ਵਿੱਚ ਉਹ ਸਾਰਾ ਫੇਲ ਹੋ ਜਾਏਗਾ। ਉਹਦੇ ਵਿੱਚ ਇਹ ਨਾ, ਚਲੋ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਨਾਲ ਗੱਲ ਕਰਾਉਣ ਦੀ। ਹਾਂ ਬੇਟਾ ਜ਼ਰੂਰ। ਉਹਦੇ ਵਿੱਚ ਇਹ ਨਾ ਕਿ ਇੱਕ ਨੂੰ ਜੇਕਰ ਯਾਦ ਰਹਿੰਦਾ ਹੈ ਤਾਂ ਫਿਰ ਸਾਨੂੰ ਸਾਰਿਆਂ ਨੂੰ ਯਾਦ ਰਹਿਣਾ ਚਾਹੀਦਾ ਨਾ। ਦੇਖੋ ਆਪਣਾ ਬੇਟਾ ਗਗਨਦੀਪ ਜੀ, ਜੇ ਸਾਨੂੰ ਨਾ ਇੱਜ਼ਤ ਮਿਲੀ ਹੋਏ ਤਾਂ ਉਹ ਤਾਂ ਕਈ ਵਾਰੀ ਭੁੱਲ ਜਾਂਦੀ ਹੈ ਵੀ ਕਿਸੇ ਨੇ ਪ੍ਰੇਮ ਕੀਤਾ ਹੋਏ, ਇੱਜ਼ਤ ਦਿੱਤੀ ਹੋਈ ਨਾ, ਉਹ ਭੁੱਲ ਜਾਂਦੀ ਹੈ। ਪਰ ਜਿਹੜੀ ਬੇਇੱਜ਼ਤੀ ਹੋਈ ਹੁੰਦੀ ਹੈ ਨਾ, ਉਹ ਬੰਦੇ ਨੂੰ ਕਦੇ ਨਹੀਂ ਭੁੱਲਦੀ। ਫਲਾਂ ਬੰਦੇ ਨੇ ਮੇਰੀ ਬੇਇੱਜ਼ਤੀ ਕੀਤੀ ਸੀ। ਦੇਖੋ ਹੁਣ ਮੈਂ ਮੰਨ ਲਓ, ਮੈਂ ਜਾਂ ਤੁਸੀਂ ਜਾਂ ਕੋਈ ਵੀ ਵੀਰ, ਜਿਹੜੇ ਅਸੀਂ 84 ਲੱਖ ਜੂਨਾਂ ਭੋਗ ਕੇ ਆਏ ਹਾਂ, ਤੇ ਜੇ ਅਸੀਂ 1 ਜੂਨ ਦੀ ਉਮਰ ਮੰਨ ਲਈਏ 10 ਸਾਲ, ਕਈ ਜਿਹੜੇ ਬੈਕਟੀਰੀਆ ਨੇ ਪੈਦਾ ਹੁੰਦੇ ਹੀ ਮਰ ਜਾਂਦੇ ਨੇ, ਲੇਕਿਨ ਜੇ ਪੱਥਰਾਂ ਦੀ ਜਿਹੜੀ ਜੂਨ ਹੈ ਅਰਬਾਂ ਖਰਬਾਂ ਸਾਲ ਹੁੰਦੀ ਹੈ, ਪਰ 10 ਸਾਲ ਮੰਨ ਲਓ ਤਾਂ 84 ਲੱਖ ਦੀ ਬਣਦੀ 8 ਕਰੋੜ 40 ਲੱਖ ਸਾਲ, ਯਾਨੀ 8.5 ਕਰੋੜ ਸਾਲ ਅਸੀਂ ਭਟਕਦੇ ਰਹੇ ਜੂਨਾਂ ਵਿੱਚ। ਤੇ ਜਿਹੜੀਆਂ ਜੂਨਾਂ ਵਿੱਚ ਪਏ, ਕਦੀ ਅਸੀਂ ਸੂਰ ਦੀ ਜੂਨ ਵਿੱਚ ਸਾਂ, ਕਦੀ ਅਸੀਂ ਕੀੜੇ ਸਾਂ, ਕਦੀ ਮਕੌੜੇ ਸਾਂ। ਤੇ ਹੁਣ ਇਹ ਤਾਂ ਪਤਾ ਹੈ ਨਾ ਵੀ ਸੂਰ ਨੂੰ ਖਾਣ ਵਾਸਤੇ ਕੋਈ ਗਜਰੇਲਾ ਤੇ ਦਿੰਦਾ ਨਹੀਂ, ਨਾ ਗੁਲਾਬ ਜਾਮਨ ਪੀਜੇ। ਉਹਦੀ ਖੁਰਾਕ ਕੈਸੀ ਹੈ? ਜਦੋਂ ਅਸੀਂ ਕੀੜੇ ਬਣੇ ਤੇ ਅਸੀਂ ਗੰਦਗੀ ਖਾਂਦੇ ਰਹੇ। ਔਰ ਜੇ ਖੋਤਾ ਜਦੋਂ ਮੈਂ ਹੋਵਾਂਗਾ ਤੇ ਮੈਨੂੰ ਕਿਸੇ ਨੇ ਮਤਲਬ ਕੁਰਸੀ ਤੇ ਦਬਾਇਆ ਨਹੀਂ ਹੋਣਾ, ਮੈਨੂੰ ਬੁੱਗੀ ਅੱਗੇ ਜੋਇਆ ਹੋਣਾ ਤੇ ਡੰਡੇ ਮਾਰੇ ਹੋਣਗੇ, ਤਾਂ ਉਹ ਸਾਰੇ ਦੁੱਖ ਮੈਨੂੰ ਯਾਦ ਹੋਣੇ ਚਾਹੀਦੇ ਨੇ। 10% ਤੇ ਯਾਦ ਹੋਣ, ਪਰ ਉਹਨਾਂ ਚੋਂ ਇੱਕ ਵੀ ਨਹੀਂ ਯਾਦ, ਮੈਨੂੰ ਵੀ ਨਹੀਂ, ਤੁਹਾਨੂੰ ਵੀ ਨਹੀਂ, ਕਿਸੇ ਨੂੰ ਨਹੀਂ। ਤਾਂ ਇਹ ਸਭ ਬਹੁਤ ਸਾਰੇ ਸਵਾਲ ਨੇ, ਇਹਨਾਂ ਦੇ ਉੱਤਰ ਜਿਹੜੇ ਨਾ ਜਦੋਂ ਅਸੀਂ ਖੋਜਾਂਗੇ ਤਾਂ ਫਿਰ ਸਾਨੂੰ ਇੱਕ ਵੱਖਰਾ ਜਿਹੜਾ ਨਾ ਵਿਚਾਰ ਮਤਲਬ ਮਿਲ ਸਕਦਾ ਹੈ। ਇਹ ਹੀ ਮੈਂ ਕਹਿਣਾ ਚਾਹੁੰਦਾ। ਕੀ ਕਹਿਣਾ ਚਾਹੋਗੇ ਤੁਸੀਂ ਗਗਨਦੀਪ ਜੀ? ਉਹ ਸਾਡੇ ਹੱਡ ਬੀਤੀ ਗੱਲ ਆ, ਪਰ ਜੋ ਵੀ ਉਹਨੇ ਗੱਲਾਂ ਕੀਤੀਆਂ, ਮੈਨੂੰ ਤਾਂ ਏਦਾਂ ਸ਼ੌਕਿੰਗ ਜਿਹਾ ਹੋ ਗਿਆ ਮੈਂ ਜੀ, ਇਹਨੂੰ ਕਿਵੇਂ ਪਤਾ ਹੈ? ਨਹੀਂ ਬੇਟਾ ਕੋਈ ਗੱਲ ਨਹੀਂ, ਨਾ ਕੋਈ ਇੰਨਾ ਕੋਈ ਟੀਵੀ, ਨਾ ਕੁਛ, ਇੰਨੀ ਫੈਸਿਲਿਟੀ ਨਹੀਂ ਸੀ ਉਹਦੀ। ਨਹੀਂ ਬੇਟੇ, ਜੇ ਤੁਸੀਂ ਉਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਉਹ ਕੋਈ ਗੱਲ ਨਹੀਂ, ਕਿਉਂਕਿ ਹਰ ਇੱਕ ਦੇ ਵਿਚਾਰ ਡਿਫਰੈਂਟ ਨੇ ਇਹਦੇ ਵਿੱਚ। ਵਿਸ਼ਵਾਸ ਦੀ ਗੱਲ ਨਹੀਂ ਹੈਗੀ, ਆਪਣੇ ਹੱਡ ਬੀਤੀ ਹੋਵੇ ਗੱਲ, ਉਹ ਗੱਲ ਹੈ। ਨਹੀਂ ਬੇਟੇ, ਹੱਡ ਜੇ ਕਿਸੇ ਤੋਂ ਸੁਣੀ ਹੋਵੇ। ਨਹੀਂ ਬੇਟੇ, ਇਹਨੂੰ ਹੱਡ ਬੀਤੀ ਨਹੀਂ ਕਹਿ ਸਕਦੇ। ਹੱਡ ਬੀਤੀ ਉਹ ਹੁੰਦੀ ਜਿਹੜੀ ਆਪਣੇ ਨਾਲ ਬੀਤੀ ਹੋਵੇ। ਜੇ ਤੁਸੀਂ ਇਹ ਜਗ ਬੀਤੀ ਹੈ, ਤੁਸੀਂ ਉਹਦੀ ਗੱਲ ਕਰ ਰਹੇ ਹੋ, ਇਹਨੂੰ ਕਹਿੰਦੇ ਨੇ ਜਗ ਬੀਤੀ, ਮਤਲਬ ਉਹਨੇ ਜਗ ਬੀਤੀ ਸੁਣਾਈ ਹੈ ਕਿਸੇ ਦੂਜੇ ਬੰਦੇ ਨੇ। ਇਹ ਹੱਡ ਬੀਤੀ ਹੁੰਦੀ ਵੀ ਤੁਸੀਂ ਆਪ ਮਤਲਬ ਨਾ ਜਨਮ ਲੈ ਕੇ ਆਏ ਹੁੰਦੇ। ਤੇ ਬਾਕੀ ਮਤਲਬ ਕਿਉਂਕਿ ਉਹ ਗੱਲ ਵੀ ਏਦਾਂ ਕਰ ਰਿਹਾ ਸੀ ਜਿਵੇਂ 40-50 ਸਾਲ ਦਾ ਬੰਦਾ ਹੁੰਦਾ, ਜਿਵੇਂ ਬਹੁਤ ਮੈਚਿਓਰ। ਹਾਂ ਬੇਟੇ, ਮੈਂ ਇਹ ਉਹਦੇ ਬਾਰੇ ਕੋਈ ਕਮੈਂਟ ਨਹੀਂ ਕਰਨਾ ਚਾਹਾਂਗਾ। ਬਾਕੀ ਮੇਰਾ ਇਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਹੈ। ਕਮੈਂਟ ਤਾਂ ਹੀ ਕਰ ਸਕਦਾ ਵੀ ਜੇ ਮੈਂ ਆਪ ਉਸ ਬੱਚੇ ਦੇ ਨਾਲ ਮਿਲਾਂ ਤੇ ਆਪ ਮੈਂ ਗੱਲਬਾਤ ਕਰਾਂ, ਤੇ ਫਿਰ ਹੋ ਸਕਦਾ, ਕਿਉਂਕਿ ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ, ਉਹ ਤਰਕਸ਼ੀਲਾਂ ਨੇ ਇਹੋ ਜਿਹੇ ਕਈ ਪਰਦੇ ਫਾਸ਼ ਕੀਤੇ ਨੇ, ਤੇ ਉਹ ਕਿਵੇਂ ਹੋਏਗਾ ਇਸ ਬਾਰੇ ਤਾਂ ਫਿਰ ਆਪ ਮਿਲ ਕੇ ਹੀ ਕੁਝ ਕਮੈਂਟ ਕੀਤਾ ਜਾ ਸਕਦਾ। ਇਸ ਲਈ ਉਹਦੇ ਬਾਰੇ ਮੈਂ ਠੀਕ ਜਾਂ ਗਲਤ ਕਹਾਂ, ਲੇਕਿਨ ਮੇਰਾ ਮੰਨਣਾ ਮਤਲਬ ਇਹਨਾਂ ਵਾਸਤੇ, ਇਹਨਾਂ ਚੀਜ਼ਾਂ ਵਾਸਤੇ ਬਿਲਕੁਲ 1% ਵੀ ਮੇਰਾ ਵਿਸ਼ਵਾਸ ਨਹੀਂ ਹੈ। ਜੇ ਤੁਸੀਂ ਵਿਸ਼ਵਾਸ ਰੱਖਦੇ ਹੋ ਤਾਂ ਉਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈ, ਵਿਚਾਰ ਡਿਫਰੈਂਟ ਹੋ ਸਕਦੇ ਨੇ। ਠੀਕ ਹੈ ਜੀ ਗਗਨਦੀਪ ਸਿੰਘ ਜੀ, ਧੰਨਵਾਦ ਤੁਹਾਡਾ। ਤੇ ਨੀਨਾ ਜੀ ਤੁਸੀਂ, ਹਾਂਜੀ ਲਾਸਟ ਆ, ਹਾਂਜੀ ਕਰੋ ਗੱਲ। ਹਾਂਜੀ ਭਾਈ ਸਾਹਿਬ ਜੀ, ਇੱਕ ਚੀਜ਼ ਤੇ ਤੁਸੀਂ ਬਿਲਕੁਲ ਸਪਸ਼ਟ ਕਰ ਦਿੱਤੀ ਹੈ ਕਿ there is nothing after this life। ਉਹ ਜਿਸ ਤਰ੍ਹਾਂ ਹੁੰਦੇ dust to dust and ashes to ashes, ਮਤਲਬ ਜਦੋਂ ਅਸੀਂ ਮਰਾਂਗੇ ਹੁਣ ਤੇ ਇਹਦੇ ਬਾਅਦ ਕੋਈ ਲਾਈਫ ਨਹੀਂ ਹੈਗੀ। ਸਭ ਕੁਝ ਐਸੀ, ਜੋ ਜਿਹੜੇ ਕਹਿੰਦੇ ਨਾ ਫਲਾਣੀ ਜੂਨ ਢਿੰਗੀ ਜੂਨ, ਇਹ ਤੁਸੀਂ ਉਸ ਤਰ੍ਹਾਂ ਦੀ ਲਾਈਫ ਲੀਡ ਹੁਣ ਕਰ ਰਹੇ ਹੋ। ਇਹ ਸਭ ਠੀਕ ਹੈ? ਮੈਨੂੰ ਇਹ ਸਮਝ ਆਈ ਹੈ। ਮੇਰਾ ਜਿਹੜਾ ਵਿਸ਼ਵਾਸ ਨਾ, ਜੋ ਮੈਨੂੰ ਸਮਝ ਆਇਆ ਵੀ ਅਸੀਂ ਇਹ ਜ਼ਿੰਦਗੀ ਜੀ ਰਹੇ ਹਾਂ,
ਐਸੇ ਜ਼ਿੰਦਗੀ ਦੇ ਅੰਦਰ ਹੀ ਅਸੀਂ ਕਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਦੀ ਸੱਪ, ਕਦੀ ਖੋਤੇ, ਕਦੀ ਊਂਠ ਘੋੜੇ ਬਣਦੇ ਹਾਂ। ਬਿਲਕੁਲ। ਜਦੋਂ ਮੈਂ ਲਾਲਚ ਕਰਕੇ ਤੁਹਾਡਾ ਹੱਕ ਖਾਂਦਾ ਤਾਂ ਉਦੋਂ ਮੈਂ ਕੁੱਤੇ ਦੀ ਜੂਨ ਵਿੱਚ ਹੁੰਦਾ। ਜਦੋਂ ਮੈਂ ਸੱਪ ਦੀ ਤਰ੍ਹਾਂ ਫੂੰ ਫੂੰ ਕਰਕੇ ਤੁਹਾਨੂੰ ਵੱਢਣ ਪੈਣਾ, ਉਦੋਂ ਮੈਂ ਸੱਪ ਦੀ ਜੂਨ ਵਿੱਚ ਹੁੰਦਾ। ਜਦੋਂ ਮੈਂ ਬਦਤਮੀਜ਼ੀਆਂ, ਬੇਵਕੂਫੀਆਂ ਕਰਨਾ, ਉਦੋਂ ਮੈਂ ਖੋਤੇ ਦੀ ਜੂਨ ਵਿੱਚ ਹੁੰਦਾ। ਜਦੋਂ ਮੈਂ ਹੰਕਾਰ ਕਰਦਾ, ਉਦੋਂ ਮੈਂ ਹਾਥੀ ਦੀ ਜੂਨ ਵਿੱਚ ਹੁੰਦਾ ਵਾਂ। ਤਾਂ ਇਸ ਤਰ੍ਹਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਜੂਨਾਂ ਵਿੱਚ ਮੈਂ ਜੰਮਦਾ ਵਾਂ, ਕਈ ਜੂਨਾਂ ਵਿੱਚ ਮੈਂ ਮਰਦਾ ਵਾਂ। ਪਰ ਜਦੋਂ ਮਤਲਬ ਮੈਂ ਸੱਚ ਦੇ ਨਾਲ ਜੁੜ ਜਾਂਦਾ, ਮੇਰੀ ਸੁਰਤ ਸੱਚ ਨਾਲ ਜੁੜ ਜਾਂਦੀ ਹੈ, ਇੱਧਰ ਉੱਧਰ ਨਹੀਂ ਭਟਕਦੀ, ਤਾਂ ਉਦੋਂ ਮੈਂ ਰੱਬ ਦੇ ਵਿੱਚ ਮਿਲ ਕੇ ਰੱਬ ਦਾ ਰੂਪ ਹੋ ਜਾਂਦਾ। ਮੇਰਾ ਉਹ ਜਿਹੜਾ ਜਨਮ ਮਰਨ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਾਲਾ, ਉਹ ਕੱਟਿਆ ਜਾਂਦਾ ਹੈ ਤੇ ਮੈਂ ਰੱਬ ਦਾ ਰੂਪ ਹੁੰਦਾ। ਮੇਰਾ ਮੰਨਣਾ ਇਹ ਹੈ। ਬਾਕੀ ਜੇ ਤੁਹਾਡਾ ਕਿਸੇ ਦੇ ਵੀਰ ਦਾ ਮਤਲਬ ਵਿਸ਼ਵਾਸ ਵੱਖਰੇ ਹੋਣ ਤੇ ਹੋ ਸਕਦੇ ਨੇ, ਉਹ ਡਿਫਰੈਂਟ। ਹਾਂਜੀ, ਦੂਸਰੀ ਮੇਰੀ ਛੋਟੀ ਜੀ ਐਡਵਾਈਸ ਹੈਗੀ ਹੈ। ਆਈ ਐਮ ਵਨ ਆਫ ਦੀ ਐਲਡਰਸ ਇਨ ਦ ਗਰੁੱਪ ਕਿ ਕੋਸ਼ਿਸ਼ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਕੋਸ਼ਿਸ਼ ਨਹੀਂ ਕਰੋਗੇ। ਮੇਰੇ ਫਾਦਰ ਦੇ 12 ਬੱਚੇ ਸੀ, some have died, ਤੇ ਉਹਨਾਂ ਦੇ ਵਿੱਚੋਂ I'm the only one who went to university to become a doctor. ਮੈਨੂੰ ਮੇਰੇ ਫਾਦਰ ਨੇ ਜੰਮਦਿਆਂ ਵਿੱਚ ਬਚਪਨ ਨਹੀਂ ਕਿਹਾ ਸੀ ਕਿ ਤੂੰ ਡਾਕਟਰ ਬਣਨਾ ਹੈ। ਮੇਰਾ ਮਨ ਸੀ ਕਿ ਮੈਂ ਡਾਕਟਰ ਬਣਨਾ ਹੈ, ਮੈਂ ਪੜ੍ਹਨਾ ਹੈ, ਤੇ ਉਹ 12 ਦੇ ਵਿੱਚੋਂ ਮੈਂ ਪੜ੍ਹੀ ਹਾਂ। ਤੇ ਬਾਕੀ ਦੇ ਜਿਹੜੇ ਹੈਗੇ ਸੀ ਉਹ ਮੇਰੇ ਖਿਆਲ ਸਕੂਲ ਵੀ ਉਹਨਾਂ ਨੇ ਨਹੀਂ ਖਤਮ ਕੀਤੀ for some reason or the other. My eldest brother is qualified. ਪਰ ਮੈਂ ਕਹਿੰਦੀ ਹਾਂ ਕਿ ਜਿਹੜੇ ਬੱਚੇ ਤੁਹਾਡੇ ਬੱਚੇ ਹੈਗੇ ਆ, ਉਹਨਾਂ ਨੂੰ ਤੁਸੀਂ ਇਹੀ ਕਹਿਣਾ ਹੈ ਕਿ ਕੋਸ਼ਿਸ਼ ਕਰਨ, ਤੇ ਕੋਸ਼ਿਸ਼ ਤੋਂ ਬਗੈਰ ਕੁਝ ਵੀ ਨਹੀਂ ਹੋ ਸਕਦਾ। ਤੀਸਰੀ ਗੱਲ, ਜਿਹੜੀ ਬੱਚੀ ਨੇ ਹੁਣੇ ਕੰਟੈਕਟ ਕੀਤਾ ਸੀਗਾ, ਉਹਨੂੰ ਮੇਰਾ ਨੰਬਰ ਬੇਸ਼ੱਕ ਲੈ ਲਵੇ, ਤੇ I'll be very happy to talk to her, to give her any advice that I can give her. ਜਿਹਦੇ ਮਾਂ-ਬਾਪ ਦੀ ਡੈਥ ਹੋ ਗਈ ਹੈ। ਡੈਥ ਨਹੀਂ ਹੋਈ ਜੀ, ਉਹਨਾਂ ਦੇ ਮਾਂ-ਬਾਪ ਪਾਰਸ਼ਲੀ ਬਲਾਈਂਡ ਹੈ, ਹੋਰ ਕੁਝ ਨਹੀਂ। ਸਭ ਬਲਾਈਂਡ ਨੇ, ਡੈਥ ਨਹੀਂ ਹੋਈ, ਬਲਾਈਂਡ। I would love to help her in some way or the other. I would love to be her friend, although I'm old enough to be her grandmother. So ਉਹਨੂੰ ਅਗਰ ਮੇਰਾ ਕੰਟੈਕਟ ਨੰਬਰ ਚਾਹੀਦਾ ਹੈ ਤੇ ਪਲੀਜ਼ ਗਿਵ ਇਟ ਟੂ ਹਰ। ਠੀਕ ਹੈ ਜੀ, ਅਸੀਂ ਉਹਨਾਂ ਦੇ ਨਾਲ, ਜੇ ਉਹਨਾਂ ਨੇ ਇਨ ਟੱਚ ਕਰਨਾ ਹੋਇਆ ਤਾਂ ਅਸੀਂ ਉਹਨਾਂ ਨੂੰ ਨੰਬਰ ਤੁਹਾਡਾ ਦੇ ਦਿਆਂਗੇ ਤੇ ਉਹ ਤੁਹਾਡੇ ਨਾਲ ਇਨ ਟੱਚ ਕਰ ਲੈਣਗੇ। ਤੁਹਾਡਾ ਧੰਨਵਾਦ ਜੀ। ਆਪਣੇ ਜਿਹੜਾ ਤੁਸੀਂ ਕਹਿ ਰਹੇ ਹੋ ਭੈਣ ਨਹੀਂ ਨਾ, ਉਹ ਬਿਲਕੁਲ ਠੀਕ ਕਹਿ ਰਹੇ ਹੋ। ਕੋਸ਼ਿਸ਼ ਕਰਨੀ ਚਾਹੀਦੀ। ਬਾਣੀ ਵਿੱਚ ਇੱਕ ਤੁਕ ਆਉਂਦੀ ਹੈ, ਵਿਣ ਕਰਮਾ ਕਿਛ ਪਾਈਏ ਨਾਹੀਂ। ਕਰਮਾਂ ਦਾ ਮਤਲਬ ਕੰਮ, ਉਦਮ। ਕੰਮ ਤੋਂ ਬਿਨਾ, ਕਰਮ ਕਰਨ ਤੋਂ ਬਿਨਾ ਕੁਝ ਵੀ ਇਸ ਦੁਨੀਆ ਵਿੱਚ ਨਹੀਂ ਮਿਲਦਾ ਹੈ। ਇਸ ਲਈ ਬਾਣੀ ਵਿੱਚ ਗੁਰੂ ਜੀ ਨੇ ਕਿਹਾ ਹੈ, ਉਦਮ ਕਰੇਂਦਿਆਂ ਜੀਓ ਤੂੰ, ਕਮਾਵੰਦਿਆਂ ਸੁਖ ਪੁੰਜ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਸਾਨੂੰ ਉਦਮ ਕਰਨਾ ਪਵੇਗਾ। ਹਰ ਇਨਸਾਨ ਨੂੰ ਉਦਮ ਕਰਨਾ ਚਾਹੀਦਾ ਹੈ। ਜਿੰਨਾ ਉਦਮ ਕਰੋਗੇ ਔਰ ਸਹੀ ਤਰੀਕੇ ਦੇ ਨਾਲ ਕਰੋਗੇ, ਸਹੀ ਦਿਸ਼ਾ ਵਿੱਚ ਕਰੋਗੇ, ਤਾਂ ਤੁਹਾਡਾ ਉਦਮ ਜਿਹੜਾ ਸਫਲਾ ਜ਼ਰੂਰ ਹੋਵੇਗਾ। ਬਿਨਾ ਉਦਮ ਤੋਂ, ਬਿਨਾ ਕੰਮ ਤੋਂ ਇਹ ਦੁਨੀਆ ਵਿੱਚ ਕੁਝ ਨਹੀਂ ਮਿਲਦਾ। ਤੇ ਦੂਸਰਾ, ਹਾਊ ਯੂ ਲਿਵ ਯੋਰ ਲਾਈਫ, that is so important. ਹਾਂਜੀ, ਉਹ ਤੁਹਾਡਾ ਬੇਸ ਹੈ। ਜਿਵੇਂ ਆਪਾਂ ਉਸ ਬਾਰੇ ਕਈ ਵਾਰ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਤੁਹਾਡਾ ਗੋਲ ਕੀ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਤੁਹਾਡਾ ਗੋਲ ਕੀ ਹੈ, ਇਹਦੇ ਤੇ ਡਿਪੈਂਡ ਕਰੇਗਾ। ਹਾਂਜੀ ਹਾਂਜੀ, ਗੋਲ ਤੋਂ ਬਿਨਾਂ ਜਿਹੜੀ ਏਮਲੈਸ ਜ਼ਿੰਦਗੀ ਹੈ, ਉਹ ਜੀਵਨ ਜਿਹੜਾ ਦੁਖਦਾਈ ਹੈ। ਇਸ ਲਈ ਹਰ ਇਨਸਾਨ ਨੂੰ ਆਪਣਾ ਇੱਕ ਚੰਗਾ ਉੱਚਾ ਸੁੱਚਾ ਗੋਲ ਬਣਾਉਣਾ ਚਾਹੀਦਾ ਹੈ ਔਰ ਉਸ ਗੋਲ ਵਾਸਤੇ ਉਹਨੂੰ ਯਤਨਸ਼ੀਲ ਹੋਣਾ ਚਾਹੀਦਾ ਹੈ। ਔਰ ਸਾਨੂੰ ਇੱਕ ਦੂਜੇ ਦੇ ਗੋਲ ਤੇ ਪਹੁੰਚਣ ਵਾਸਤੇ ਇੱਕ ਦੂਜੇ ਦੀ ਹੈਲਪ ਕਰਨੀ ਚਾਹੀਦੀ ਹੈ, ਜਿੰਨੀ ਵੀ ਅਸੀਂ ਕਰ ਸਕਦੇ ਹਾਂ। ਹਾਂਜੀ, ਮੈਂ ਇੱਕ ਗੱਲ ਕਹਿ ਸਕਦੀ ਹਾਂ ਕਿ ਜਦੋਂ ਤੁਸੀਂ ਕਿਸੇ ਦੀ ਹੈਲਪ ਕਰਦੇ ਹੈਗੇ ਹੋ, you have that good feeling. ਹਾਂਜੀ, so you get paid straight away. ਤੁਹਾਨੂੰ ਉਸਦੀ ਪੇਮੈਂਟ ਸਿੱਧੀ ਮਿਲ ਜਾਂਦੀ ਹੈਗੀ ਹੈ। that is my experience. ਬਿਲਕੁਲ ਸਹੀ ਗੱਲ ਹੈ ਜੀ। ਥੈਂਕ ਯੂ। ਠੀਕ ਹੈ ਜੀ, ਧੰਨਵਾਦ। ਤੇ ਮੇਰੀ ਘਰ ਵਾਲੀ ਕੁਝ ਕਹਿਣਾ ਚਾਹੁੰਦੀ ਹੈ ਜੀ। ਹਾਂਜੀ ਭਾਈ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਜਿਹੜੇ ਸਾਡੇ ਦਿਮਾਗ ਦੇ ਵਿੱਚ ਇਹ ਕਰਮਾਂ ਦੀ ਫਿਲਾਸਫੀ ਫਸੀ ਹੋਈ ਹੈ ਜੀ, ਜਿਹੜੀ ਕਿ ਅਜੇ ਤੱਕ ਨਿਕਲ ਨਹੀਂ ਰਹੀ ਹੈਗੀ, ਉਹ ਇਸ ਕਰਕੇ ਹੀ ਆ ਕਿਉਂਕਿ ਜਦ ਤੋਂ ਅਸੀਂ ਜੰਮੇ ਆ
ਸਾਨੂੰ ਜਿਹੜੀ ਸਿੱਖਿਆ ਦਿੱਤੀ ਗਈ ਆ ਧਾਰਮਿਕ ਤੌਰ ਤੇ ਉਹ ਇਹੀ ਦਿੱਤੀ ਗਈ ਆ ਕਿ ਜੇ ਤੁਸੀਂ ਕਿਸੇ ਚੰਗੇ ਘਰ 'ਚ ਪੈਦਾ ਹੋਏ ਆ ਤਾਂ ਤੁਹਾਡੇ ਪਿਛਲੇ ਕਰਮਾਂ ਦਾ ਫਲ ਆ। ਜੇ ਤੁਹਾਨੂੰ ਤੁਸੀਂ ਕੋਈ ਅਚੀਵ ਕਰਦੇ ਆ ਤਾਂ ਉਹ ਵੀ ਤੁਹਾਡੇ ਪਿਛਲੇ ਕਰਮਾਂ ਦਾ ਫਲ ਆ। ਇਸ ਕਰਕੇ ਸਾਡਾ ਜਿਹੜਾ ਸਾਰਾ ਹੀ ਹੁਣ ਦਾ ਵਿਸ਼ਵਾਸ ਆ ਉਹ ਪੂਰੇ ਦਾ ਪੂਰਾ ਕਰਮਾਂ ਦੇ ਉੱਤੇ ਹੀ ਆ ਬਸ। ਹਾਲਾਂਕਿ ਜਿੱਦਾਂ ਤੁਸੀਂ ਸਾਨੂੰ ਸਮਝਾ ਰਹੇ ਹੈ ਕਿ ਜਿਹੜੇ ਕਰਮ ਆ, ਕਰਮ ਮੀਨਸ what you do, ਹਨਾ। ਇਸ ਕਰਕੇ ਸਾਡੇ ਤੇ ਤਾਂ ਨਹੀਂ ਗਿਆਨੀ ਜੀ ਅਸਰ ਹੋ ਰਿਹਾ ਕਿਉਂਕਿ ਸਾਡੇ ਦਿਮਾਗ ਵਿੱਚ ਉਹੀ ਸੋਚ ਫਸੀ ਹੋਈ ਆ ਕਿ ਜਿਹੜੇ ਸਾਡੇ ਪਿਛਲੇ ਕਰਮਾਂ ਕਰਕੇ ਅਸੀਂ ਆਹ ਜੀਵਨ ਜੀ ਰਹੇ ਹਾਂ। ਪਰ ਹੁਣ ਸਮਝ ਆ ਰਹੀ ਆ ਕਿ ਪਿਛਲੇ ਕਰਕੇ ਨਹੀਂ, ਇਸ ਜੀਵਨ ਦੇ ਵਿੱਚ ਜੋ ਅਸੀਂ ਕਰਦੇ ਆ ਉਹ ਸਾਨੂੰ ਨਾਲੋਂ ਨਾਲ ਮਿਲ ਰਿਹਾ ਆ। ਬਸ ਮੈਂ ਕਹਿਣਾ ਸੀ ਜੀ। ਥੈਂਕ ਯੂ। ਬਿਲਕੁਲ ਠੀਕ ਹੈ ਜੀ, ਧੰਨਵਾਦ ਜੀ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੇਰਾ ਖਿਆਲ ਅੱਜ ਕਾਫੀ ਟਾਈਮ ਹੋ ਗਿਆ ਤੁਹਾਡਾ, ਤੁਸੀਂ ਟੌਪਿਕ ਚੂਜ਼ ਕੀਤੇ ਆ। ਉਮੀਦ ਹੈ ਕਿ ਅਸੀਂ ਕੁਝ ਕਲੈਰਿਟੀ ਪ੍ਰਾਪਤ ਕੀਤੀ ਹੋਊਗੀ ਅੱਜ ਦੇ ਟੌਪਿਕਾਂ ਦੇ ਵਿੱਚੋਂ। ਹਾਲਾਂਕਿ ਜਿੱਦਾਂ ਹੁਣ ਕਿਹਾ ਗਿਆ ਨਾ ਵੀ ਅਸੀਂ ਜੰਮਦਿਆਂ ਤੋਂ ਲੈ ਕੇ ਹੁਣ ਤੱਕ ਜਿੰਨੇ ਭਾਰ ਪਏ ਉਹ ਲਹਿੰਦੇ ਮੁਸ਼ਕਲ ਆ, ਕਿਉਂਕਿ ਇਹ ਬਹੁਤ ਕੁੱਟ ਕੇ ਭਰੀ ਉਹ ਚੀਜ਼ ਜਿਹੜੀ ਲੈ ਨਹੀਂ ਰਹੀ। ਹਾਲਾਂਕਿ ਸਾਨੂੰ ਕਈਆਂ ਚੀਜ਼ਾਂ ਦਾ ਹੁਣ ਪਤਾ ਲੱਗ ਗਿਆ। ਤੁਹਾਡੇ ਕਲਾਸ ਇੱਥੇ ਅਟੈਂਡ ਕਰਦੇ ਨੂੰ 6-7-8 ਮਹੀਨੇ ਹੋ ਗਏ ਆ, ਉਹਦੇ ਵਿੱਚ ਬਹੁਤ ਚੀਜ਼ਾਂ ਕਲੀਅਰ ਹੋ ਗਈਆਂ, ਪਰ ਉਹ ਅਨਫੋਰਚੂਨੇਟਲੀ ਉਹ ਅਜੇ ਵੀ ਪਿੱਛੇ ਪਈਆਂ ਆ। ਤੇ ਮੁੜ ਕੇ ਸਾਨੂੰ ਉਹ ਕੁਐਸਚਨ ਆਉਂਦੇ ਆ ਕਿ ਅਸੀਂ ਗਰੀਬ ਦੇ ਘਰ ਕਿਉਂ ਪੈਦਾ ਹੋਏ ਆ, ਜਾਂ ਇੱਦਾਂ ਦੀਆਂ ਜਿਹੜੀਆਂ ਵੀ ਗੱਲਾਂ ਆਉਂਦੀਆਂ ਨਾ, ਉਹਦਾ ਬੇਸ ਸਿਰਫ ਉਹੋ ਹੀ ਆ ਕਿ ਸਾਨੂੰ ਜੰਮਦਿਆਂ ਤੋਂ ਲੈ ਕੇ ਹੁਣ ਤਾਈਂ ਜਿਹੜਾ ਭਾਰ ਪਿਆ ਨਾ ਉਹ ਨਿਕਲ ਨਹੀਂ ਰਿਹਾ। ਪਰ ਉਮੀਦ ਬੜੀ ਆ ਵੀ ਜੀ ਕੁਛ ਆਪਣੀਆਂ ਜਿਹੜੀਆਂ ਮਨੌਤਾਂ ਥੋੜ੍ਹੇ ਬਹੁਤੇ ਕਲੀਅਰ ਹੋ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਜਿੱਦਾਂ ਸੁਣਦੇ ਰਹੀਏ ਚੰਗੀ ਤਰ੍ਹਾਂ ਧਿਆਨ ਲਾ ਕੇ ਤੇ ਤਾਂ ਸਾਨੂੰ ਕਲੈਰਿਟੀ ਮਿਲੂਗੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਵੀ ਹਿੱਸਾ ਲਿਆ, ਜਿਨ੍ਹਾਂ ਨੇ ਵੀ ਕੁਐਸਚਨ ਕੀਤੇ ਆ। ਤੇ ਆਪਾਂ ਕੱਲ੍ਹ ਨੂੰ ਫਿਰ ਇੱਦਾਂ ਹੀ ਕੁਐਸਚਨ ਲੈ ਕੇ ਆਵਾਂਗੇ ਤੇ ਨਾਲੇ ਕਥਾ ਸੁਣਾਂਗੇ। ਉਤਾਂ ਹੀ ਛੁੱਟੀਆਂ ਲਈਏ ਜੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।